ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਖੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम वालेकुम ते गंगा जमनी तहजीब दे हिंदू तवीआं नू नमो नमे। जी डॉक्टर साहब जी आनू प्रोग्राम सचो सच विच बहुत धन्यवाद जी डॉक्टर साहब। अज 8 मार्च 2024 26 फग्गन नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ। ਜੇ ਤੁਸੀਂ ਟੀਵੀ 84 ਨੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਹਮੇਸ਼ਾ ਹੀ ਕਰਦੇ ਹਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਲਬਨੀ ਨਿਊਯਾਰਕ ਤੋਂ ਵੀਰ ਕਿਰਪਾਲ ਸਿੰਘ ਜਰਮ ਵੱਲੋਂ। ਸੋ ਇਹਨਾਂ ਨੇ ਇੱਕ ਸਵਾਲ ਕੀਤਾ ਹੈ ਕਿ ਇੰਟਰਨੈਸ਼ਨਲ ਰਿਪਰੈਸ਼ਨ ਤੇ ਭਾਰਤ ਦੇ ਖਿਲਾਫ ਹੋ ਰਹੀ ਕਾਰਵਾਈ ਤੇ ਸਿੱਖ ਕੀ ਆਸ ਰੱਖ ਸਕਦੇ ਨੇ ਔਰ ਇਹ ਨਾ ਹੋਵੇ ਕਿ ਅੰਤਰਰਾਸ਼ਟਰੀ ਮੁਫਾਦਾਂ ਦੇ ਚਲਦਿਆਂ ਭਾਰਤ ਖਿਲਾਫ ਕਾਰਵਾਈ ਪੈ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕਿਰਪਾਲ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਅੱਜ ਦੇ ਦਿਨ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਇੰਟਰਨੈਸ਼ਨਲ ਵੂਮਨ ਡੇ यानी कि अंतरराष्ट्रीय जनानी दिवस है। सो यूनाइटेड नेशंस ने 1975 ਵਿੱਚ 8 ਮਾਰਚ ਨੂੰ ਇੰਟਰਨੈਸ਼ਨਲ ਜਿਹੜਾ ਅੱਜ ਦਾ ਦਿਨ ਹੈ ਇੰਟਰਨੈਸ਼ਨਲ ਵੂਮਨ ਡੇ ਵਜੋਂ ਐਲਾਨਿਆ ਸੀ ਔਰ ਯੂਐਨ ਦੇ ਇਸ ਦਿਨ ਦਾ ਹਰ ਵਰੇ ਇੱਕ ਥੀਮ ਹੁੰਦਾ ਹੈ। ਸੋ ਇਸ ਵਰੇ ਦਾ ਥੀਮ ਹੈ ਇਨਵੈਸਟ ਇਨ ਵੂਮਨ ਐਕਸਲ ਰੇਟ ਪ੍ਰੋਗਰੈਸ। ਸੋ ਜਿਸ ਦਾ ਮਤਲਬ ਹੈ ਕਿ ਔਰਤਾਂ ਦੀ ਤਰੱਕੀ ਨਾਲ ਹੀ ਖੁਸ਼ਹਾਲੀ ਜੁੜੀ ਹੈ। ਸੋ ਇਸ ਦਿਨ ਤੇ ਅਸੀਂ ਸਾਰੀ ਦੁਨੀਆ ਦੀਆਂ ਜਿਹੜੀਆਂ ਔਰਤਾਂ ਜਿਨ੍ਹਾਂ ਵਿੱਚ ਮਾਵਾਂ ਭੈਣਾਂ ਧੀਆਂ ਬੱਚੀਆਂ ਔਰ ਪਤਨੀਆਂ ਧੀਆਂ ਆ ਸਾਰੀਆਂ ਸ਼ਾਮਲ ਨੇ ਹਰ ਵਰਗ ਦੀਆਂ ਔਰਤਾਂ ਨੂੰ ਆਪਾਂ ਅੱਜ ਸਲੂਟ ਕਰਦੇ ਹਾਂ ਔਰ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਨਾਲ ਦੀ ਨਾਲ ਸਿੱਖ ਇਤਿਹਾਸ ਦੀਆਂ ਜਿਹੜੀਆਂ ਪ੍ਰਾਚੀਨ ਅਤੇ ਵਰਤਮਾਨ ਯੁੱਗ ਦੀਆਂ ਮਹਾਨ ਸਿੱਖ ਇਸਤਰੀਆਂ ਨੂੰ ਵੀ ਸ਼ਰਧਾ ਦੇ ਆਪਣੇ ਫੁੱਲ ਜਿਹੜੇ ਆ ਉਹ ਭੇਟ ਕਰਦੇ ਹਾਂ। ਸੋ ਅਸੀਂ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਮੈਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਕਿਰਪਾਲ ਸਿੰਘ ਐਲਬਨੀ ਨਿਊਯਾਰਕ ਜੀ ਅਪਰ ਨਿਊਯਾਰਕ 'ਚ ਰਹਿੰਦੇ ਨੇ। ਰਾਜਧਾਨੀ ਹੈ ਨਿਊਯਾਰਕ ਦੀ ਐਲਬਨੀ। ਬਹੁਤਿਆਂ ਨੂੰ ਦੁਨੀਆ 'ਚ ਲੱਗਦਾ ਵੀ ਨਿਊਯਾਰਕ ਦੀ ਰਾਜਧਾਨੀ ਨਿਊਯਾਰਕ ਹੀ ਹੈ ਪਰ ਐਲਬਨੀ ਹੈ। ਬਹੁਤ ਘੱਟ ਨੇ ਦੇਖਿਆ ਹੋਏਗਾ ਛੋਟਾ ਜਿਹਾ ਹੈ ਲੇਕਿਨ ਕੈਪੀਟਲ ਸਿਟੀ ਹੈ ਜੀ ਉੱਥੇ ਰਹਿੰਦੇ ਨੇ ਔਰ ਖੈਰ ਖਵਾਹ ਨੇ ਵੈਲ ਵਿਸ਼ਰ ਨੇ ਟੀਵੀ 84 ਤੇ ਰੈਗੂਲਰਲੀ ਸਪੋਰਟ ਕਰਦੇ ਨੇ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਜਿਹੜਾ ਸਵਾਲ ਉਹਨਾਂ ਨੇ ਪੁੱਛਿਆ ਇਹ ਇਨਫੈਕਟ ਬਹੁਤ ਸਾਰਿਆਂ ਦਾ ਸਵਾਲ ਹੈ। ਬਹੁਤ ਸਾਰੇ ਸਾਨੂੰ ਲਿਖਤ ਰੂਪ 'ਚ ਵੀ ਜਾਂ ਕਈ ਜਦੋਂ 1 to 1 ਮਿਲਦੇ ਨੇ ਉਦੋਂ ਵੀ ਇਹ ਪੁੱਛਦੇ ਨੇ ਕਿ ਜੀ ਕੀ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਇੱਕ ਸਟੇਜ ਤੇ ਤਾਂ ਅਮਰੀਕਨ ਏਜੰਸੀਆਂ ਨੇ ਜ਼ਬਰਦਸਤ ਕੰਮ ਕੀਤਾ ਹੈ। ਉਹਨਾਂ ਦੀ FBI ਨੇ ਉਹਨਾਂ ਦੇ ਕਵਰ ਏਜੰਟਾਂ ਨੇ ਔਰ ਫਾਈਨਲੀ ਜਸਟਿਸ ਡਿਪਾਰਟਮੈਂਟ ਨੇ ਜਿਨ੍ਹਾਂ ਨੇ 29 ਨਵੰਬਰ ਨੂੰ ਨਿਊਯਾਰਕ ਕੋਰਟ ਦੇ ਵਿੱਚ 15 ਸਫ਼ਿਆਂ ਦੀ ਇੰਡਾਇਟਮੈਂਟ ਨਿਖਿਲ ਗੁਪਤਾ ਔਰ ਕੋ ਕੰਸਪੀਰੇਟਰ 1 ਜਿਹੜਾ ਜ਼ਾਹਰ ਹੈ ਭਾਰਤੀ ਏਜੰਸੀਆਂ ਦਾ ਪ੍ਰਮੁੱਖ ਬੰਦਾ ਹੈ ਅਜੀਤ ਡੋਵਾਲ ਜਾਂ ਦਿਨਕਰ ਗੁਪਤਾ ਜਾਂ ਇੱਕ ਗੋਇਲ ਕਰਕੇ ਜਿਹੜਾ ਸਾਮੰਤ ਗੋਇਲ
ਜਿਹੜਾ ਰਾਹ ਦਾ ਚੀਫ ਸੀ ਔਰ ਉਹ ਵੀ 30 ਜੂਨ ਨੂੰ ਰਿਟਾਇਰ ਹੋਇਆ। ਇਹਨਾਂ ਤਿੰਨਾਂ ਚੋਂ ਇੱਕ ਪਰਸਨ ਹੈ, ਕੋ ਕੰਸਪੀਰੇਟਰ 1 ਹੈ, ਉਹਦਾ ਨਾਂ ਜਾਂ ਉਹ ਤਾਂ ਜਦੋਂ ਟਰਾਇਲ 'ਚ ਕੇਸ 'ਚ ਆਏਗਾ ਉਦੋਂ ਹੀ ਸਾਹਮਣੇ ਆਉਣਗੇ ਕਿ ਭਈ ਇਹ ਕੀ ਹੈ। ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਇੱਕ ਉਹ ਸੈਂਟਰ ਆਫ ਡਿਸਕਸ਼ਨ ਜਿਹੜਾ ਗਲੋਬਲ ਮੀਡੀਆ 'ਚ ਵੀ ਬਣਿਆ, ਅਜੇ ਵੀ ਉਸ ਦਾ ਜਿਹੜਾ ਹੈ ਉਹ ਮੀਡੀਆ ਦੇ ਵਿੱਚ ਫੁੱਲ ਸਕੇਲ ਐਕਸਪੋਜ਼ਰ ਹੈ। ਔਰ ਪਿਛਲੇ 2-3 ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 3 ਵੱਡੀਆਂ ਸਟੋਰੀਜ਼, ਪਹਿਲਾਂ ਗਲੋਬ ਐਂਡ ਮੇਲ ਨੇ ਉਸ ਵੀਡੀਓ ਨੂੰ ਰਿਲੀਜ਼ ਕੀਤਾ ਜਿਹਦੇ ਸ਼ਾਟ ਪਹਿਲਾਂ ਨਹੀਂ ਸੀ ਦੇਖੇ ਗਏ, ਜਦੋਂ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਗੇਟ ਦੇ ਉੱਤੇ ਜਦੋਂ ਉਹਨਾਂ ਦੀ ਗੱਡੀ ਹਰਦੀਪ ਸਿੰਘ ਨੱਜਰ ਦੀ ਆਉਂਦੀ ਹੈ ਤੇ ਕਿਵੇਂ ਉਸ ਨੂੰ ਰੋਕਿਆ ਜਾਂਦਾ ਹੈ, ਕਿਵੇਂ ਕਿਲਰ ਦੌੜਦੇ ਨੇ, ਉਹਦੀਆਂ ਹੇਅਰ ਸਪਲਿਟਿੰਗ ਡਿਟੇਲਸ ਆਈਆਂ ਜਿਹੜੀਆਂ ਜ਼ਾਹਰ ਹੈ ਇੱਕ ਪ੍ਰੋਮੀਨੈਂਟ ਐਵੀਡੈਂਸ ਹੈ ਜੀ। ਫਿਰ ਅੱਜ ਅਸੀਂ ਦੇਖਦੇ ਹਾਂ ਕਿ ਡਿਟੇਲ ਦੇ ਵਿੱਚ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC ਉਹਨਾਂ ਦੀ ਪੂਰੀ 42-43 ਮਿੰਟ ਦੀ ਡਾਕੂਮੈਂਟਰੀ ਹੈ ਜਿਹਦੇ ਤੇ ਲਗਭਗ ਉਹਨਾਂ ਨੇ 2 ਮਹੀਨੇ ਲਾਏ ਹੋਣਗੇ, ਕਿਉਂਕਿ ਬੜੇ ਵੇਰਵੇ ਦੇ ਨਾਲ ਉਹਨਾਂ ਨੇ ਹਰ ਜਿਹੜੀ ਇਨਸੀਡੈਂਟ ਹਰਦੀਪ ਸਿੰਘ ਨਿੱਜਰ ਔਰ ਕਿਵੇਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਇਹ ਜੁੜੇ ਹੋਏ ਨੇ ਔਰ ਨਿਖਿਲ ਗੁਪਤਾ ਦਾ ਕੀ ਰੋਲ ਹੈ, ਉਹਨਾਂ ਦੀ ਟੀਮ ਅਮਰੀਕਾ 'ਚ ਕਿੱਥੇ ਰਹੀ ਜਾਂ ਕੈਨੇਡਾ 'ਚ ਉਹਨਾਂ ਨੇ ਕਿਵੇਂ ਉਸ ਸਾਰਿਆਂ ਨੂੰ ਫਿਲਮਾਇਆ। ਲੇਕਿਨ ਉਸ 'ਚੋਂ ਇਹ ਜ਼ਾਹਰ ਹੁੰਦਾ ਵੀ 3-4 ਦਿਨ ਉਹਨਾਂ ਨੇ ਈਵਨ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਵੀ ਗੁਜ਼ਾਰੇ ਨੇ, ਜਿਹਦੇ ਥੱਲੇ ਬਹੁਤ ਸਾਰੇ ਸ਼ਾਰਟਸ ਔਰ ਦੂਸਰੇ। ਔਰ ਅੱਜ ਉਹਨਾਂ ਦੇ ਮੇਨ CBC ਨੈਟਵਰਕ ਦੇ ਉੱਤੇ ਰਿਲੀਜ਼ ਹੋਏਗੀ ਉਹ ਸਾਰੀ ਫਿਲਮ। YouTube ਦੇ ਉੱਤੇ ਉਹਨਾਂ ਨੇ ਪਹਿਲਾਂ ਹੀ ਦੇ ਦਿੱਤੀ ਔਰ ਨਾਲ ਦੀ ਨਾਲ ਜਿਹੜਾ ਇਸ ਤੋਂ 1-2 ਦਿਨ ਪਹਿਲਾਂ ਗਲੋਬ ਐਂਡ ਮੇਲ ਦੇ ਵਿੱਚ ਵੀ ਉਹਨਾਂ ਦੇ ਕੋਲ ਵੀ ਸੋਰਸ ਇਹੀ ਹੋਏਗਾ ਜਿਹੜਾ ਗਵਰਨਮੈਂਟ ਲੈਵਲ ਦੇ ਉੱਤੇ ਪ੍ਰੋਵਾਈਡ ਕੀਤਾ ਗਿਆ ਹੋਏਗਾ। ਤੀਸਰਾ, ਪਿਛਲੇ ਕੱਲ ਦੀ ਡੇਟ ਲਾਈਨ ਨਾਲ ਅਸੀਂ ਦੇਖਦੇ ਹਾਂ LA ਟਾਈਮਸ, ਉਸ ਦੇ ਜਿਹੜੀ ਪੂਰੀ ਟੀਮ ਨੇ ਆਲਮੋਸਟ ਉਹਨਾਂ ਦੇ 10-11 ਸਫ਼ੇ ਬਣਦੇ ਨੇ ਜੇ ਤੁਸੀਂ ਕਾਲਮ ਵਾਈਜ਼ ਨਾ ਦੇਖੋ, ਔਰ ਉਹਦੇ 'ਚ ਵੀ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਕਿਵੇਂ ਇੰਡੀਅਨ ਗਵਰਨਮੈਂਟ ਜਿਹੜੇ ਲੋਕ ਅਮਰੀਕਾ ਦੇ ਵਿੱਚ ਪੀਸਫੁਲ ਰੈਫਰੈਂਡਮ ਦੇ ਅੰਦਾਜ਼ 'ਚ ਵੀ ਖਾਲਿਸਤਾਨ ਮੰਗਦੇ ਨੇ, ਇੰਡੀਅਨ ਗਵਰਨਮੈਂਟ ਦੇ ਲਈ ਉਹ ਦਹਿਸ਼ਤਗਰਦ ਨੇ। ਸੋ ਉਹ ਵੀ ਬੜੀ ਡਿਟੇਲ ਸਟੋਰੀ ਜਿਹਦੇ 'ਚ ਸਟਾਕਟਨ ਦੇ ਗੁਰਦੁਆਰਾ ਸਾਹਿਬ ਦਾ ਫੋਕਸ ਰੱਖ ਕੇ ਉਹਨਾਂ ਨੇ ਸੈਕਰਾਮੈਂਟੋ ਜਿਹੜਾ 31 ਮਾਰਚ ਨੂੰ ਰੈਫਰੈਂਡਮ ਹੋਣਾ ਹੈ ਉਸ ਨੂੰ ਵੀ ਜਿਹੜਾ ਹੈ ਉਸ ਦੀ ਪ੍ਰੀਲਿਊਡ ਉਹਦੀ ਸਟੋਰੀ ਕੀਤੀ ਹੈ। ਪਲੱਸ ਜੋ ਮਾਹੌਲ ਬਣਿਆ ਹੋਇਆ ਇਸ ਵੇਲੇ ਖਾਲਿਸਤਾਨ ਦੇ ਮੁੱਦੇ ਤੇ ਔਰ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਵੀ ਨਾਲ ਜੋੜ ਕੇ। ਸੋ ਜੇ ਤੁਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਤੇ ਇਸ ਤੋਂ ਤਾਂ ਇਹ ਲੱਗਦਾ ਹੈ ਵੀ ਜਿੱਥੇ ਤੱਕ, ਕਿਉਂਕਿ ਇਹ ਜਿਹੜੀ ਜਿਸ ਲੈਵਲ ਦੇ ਮੀਡੀਆ ਦੀ ਅਸੀਂ ਗੱਲ ਕੀਤੀ ਹੈ, CBC ਹੈ ਜਾਂ ਦੂਸਰਾ ਹੈ, ਇਹ ਵੀ ਕਿਤੇ ਨਾ ਕਿਤੇ ਸਰਕਾਰੀ, CBC ਤਾਂ ਹੈ ਹੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਗਵਰਨਮੈਂਟ ਫੰਡਡ ਹੈ, ਲੇਕਿਨ ਈਵਨ ਅਮਰੀਕਨ ਔਰ ਦੂਸਰੇ ਮੀਡੀਆ 'ਚ ਵੀ ਜਿਹੜੀਆਂ ਸਟੋਰੀਜ਼ ਲਗਾਤਾਰਤਾ ਨਾਲ ਲੱਗ ਰਹੀਆਂ ਨੇ, ਇਸ ਦਾ ਮਤਲਬ ਹੈ ਕਿ ਅਮਰੀਕਨ ਇੰਟਰਸਟ ਔਰ ਕੈਨੇਡੀਅਨ ਇੰਟਰਸਟ ਇਸ ਸਾਰੇ ਕੇਸ ਦੇ ਵਿੱਚ ਬਰਕਰਾਰ ਹੈ। ਉਹਨਾਂ ਨੇ ਜਿਹੜਾ ਹੈ ਉਹ ਇਹ ਨਹੀਂ ਹੈ ਵੀ ਉਹਨਾਂ ਨੇ ਇਹਦਾ ਸਿਆਸੀ ਲਾਹਾ ਚੁੱਕ ਲਿਆ ਔਰ ਹੁਣ ਉਹ ਗੱਲ ਨਹੀਂ ਕਰਦੇ। ਇਸ ਦੇ ਨਾਲ ਅਸੀਂ ਦੇਖਦੇ ਹਾਂ ਬੇਸ਼ੱਕ ਜਿਹੜੇ ਸਾਡੇ ਵੀਰਾਂ ਨੂੰ ਇਹ ਲੱਗਦਾ ਵੀ ਇਹ ਕਿਸੇ ਤਨ ਪਤਨ ਗੱਲ ਲੱਗੇਗੀ ਜਾਂ ਸਾਨੂੰ ਵੀ ਇੱਕ ਕਮੋਡਿਟੀ ਵਾਂਗ ਇਸਤੇਮਾਲ ਕਰਕੇ ਸੁੱਟਤਾ ਜਾਏਗਾ। ਦੇਖੋ ਇਸ ਵੇਲੇ ਜਦੋਂ ਅਸੀਂ ਅਮਰੀਕਨ ਹਵਾਲੇ ਨਾਲ ਗੱਲ ਕਰਦੇ ਹਾਂ ਤੇ 200 ਦੇ ਕਰੀਬ ਮੁਲਕ, 194 ਦੇ ਕਰੀਬ UN 'ਚ ਨੇ। ਅਮਰੀਕਾ ਦੇ ਵਿੱਚ ਜੇ ਅਸੀਂ ਐਥਨੀਸਿਟੀਜ਼ ਦੀ ਗੱਲ ਕਰੀਏ ਤੇ ਸੈਂਕੜਿਆਂ ਐਥਨੀਸਿਟੀਜ਼ ਡਿਫਰੈਂਟ ਮੁਲਕਾਂ 'ਚੋਂ ਲੋਕ ਆਏ ਹੋਏ ਨੇ। ਔਰ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ, ਕਿਉਂਕਿ ਸਾਡੇ ਨਾਲ ਵਾਸਤਾ ਹੈ ਇਹ ਗੱਲ ਸਿੱਖਾਂ ਨਾਲ, ਤੇ ਸਾਨੂੰ ਲੱਗਦਾ ਵੀ ਸ਼ਾਇਦ ਅਸੀਂ ਹੀ ਵਿਕਟਮ ਹੈ। ਅਮਰੀਕਾ ਦੀ ਧਰਤੀ ਤੇ ਕਿਵੇਂ ਬਾਕੀ ਮੁਲਕਾਂ ਦਾ ਵੀ ਇੱਕ ਨੈਟਵਰਕ ਹੈ, ਟੈਰਰ ਨੈਟਵਰਕ ਹੈ, ਉਹ ਇੰਟੀਮੀਡੇਟ ਕਰਦੇ ਨੇ, ਕਿਲਿੰਗ ਕਰਨ ਤੱਕ ਜਾਣਦਾ। ਈਵਨ ਅਮਰੀਕਾ ਨੂੰ ਆਪਣੇ ਆਫੀਸ਼ੀਅਲਸ, ਇੱਕ ਉਹਨਾਂ ਨੇ ਪਿਛਲੇ ਦਿਨਾਂ 'ਚ ਅਨਪਲਾਟ ਕੀਤਾ ਇੱਕ ਪਲਾਟ ਜਿਹਦੇ 'ਚ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਰਹੇ ਮਿਸਟਰ ਜੌਨ ਬੋਲਟਨ ਔਰ 1-2 ਹਾਇਰ ਉਹਨਾਂ ਨੂੰ ਮਾਰਨ ਲਈ ਇਰਾਨੀਅਨ ਏਜੰਸੀਆਂ ਦੇ ਜਿਹੜਾ ਹੈ ਉਹ ਪਲਾਟ ਕਾਫੀ ਨੇੜੇ ਪਹੁੰਚ ਗਿਆ ਸੀ, ਕਿਉਂਕਿ ਅਮਰੀਕਾ ਨੇ ਜਦੋਂ ਉਹਨਾਂ ਦਾ ਪ੍ਰੋਮੀਨੈਂਟ ਜਨਰਲ ਸੁਲੇਮਾਨ ਇਰਾਕ ਦੇ ਵਿੱਚ ਮਾਰਿਆ, ਉਦੋਂ ਈਰਾਨ ਨੇ ਕਿਹਾ ਸੀ ਵੀ ਅਸੀਂ ਬਦਲਾ ਲਵਾਂਗੇ। ਸੋ ਉਹ ਆਲਰੇਡੀ ਉਹਨਾਂ ਚੋਂ ਜਿਹੜੇ 2 ਨੇ ਉਹਨਾਂ ਨੂੰ ਇਹਨਾਂ ਨੇ BBC ਦੀ ਬੜੀ ਡਿਟੇਲ ਸਟੋਰੀ ਸੀ ਇਹਦੇ ਤੇ ਵੀਕਐਂਡ ਦੇ ਉੱਤੇ।
ਕਿ ਵੀ ਕਿਵੇਂ ਇਰਾਨੀਅਨ ਸਪਾਈ ਏਜੰਸੀ ਨੂੰ ਇਹਨਾਂ ਨੇ ਰੋਕਿਆ, ਅਦਰਵਾਈਜ਼ ਇਹ ਆਲਮੋਸਟ ਔਰ ਐਕਸਟਰਾ ਸਿਕਿਉਰਿਟੀ ਜੌਨ ਬਾਲਟਨ ਔਰ 2 ਹੋਰ ਆਫੀਸ਼ੀਅਲਸ ਨੇ ਉਹਨਾਂ ਨੂੰ ਦਿੱਤੀ ਗਈ। ਜੀ ਇਸੇ ਤਰ੍ਹਾਂ ਚਾਈਨਾ ਦੇ ਉੱਤੇ ਵੀ ਇਹ ਪਾਰਟ ਹੈ। ਇਸ ਲਈ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਵੀ ਪੇਸ਼ ਹੋਏ ਪਹਿਲਾਂ, ਉਦੋਂ ਅਜੇ ਸਿੱਖ ਇਸ਼ੂ ਤਾਂ ਨਵੰਬਰ ਤੋਂ ਬਾਅਦ ਸਾਹਮਣੇ ਆਇਆ, ਜਦੋਂ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਹੋਈ। ਸੋ ਕਿਉਂਕਿ ਹੁਣ ਰਸ਼ੀਆ ਅਮਰੀਕਾ ਟੈਂਸ਼ਨਸ ਔਰ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੈ, ਔਰ ਜਿਵੇਂ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਬਾਈਡਨ ਨੇ ਕੱਲ, ਜਿਹੜਾ ਬਾਈ ਦੀ ਵੇ ਬੜਾ ਸਪਿਰਿਟਡ ਸੀ, ਔਰ ਅੱਜ ਹੀ ਭਾਈ ਗੁਰਦੇਵ ਸਿੰਘ ਹੋਰਾਂ ਨਾਲ ਗੱਲ ਹੋ ਰਹੀ ਸੀ, ਕਹਿੰਦੇ ਵੀ ਬਾਬਾ ਤੇ ਪੂਰਾ ਜਿਹੜਾ ਉਹ ਚਮਕਿਆ। ਮੈਂ ਕਿਹਾ ਉਹਨੂੰ ਮੋਦੀ ਨੇ ਸ਼ਿਲਾਜੀਤ ਭੇਜੀ ਲੱਗਦੀ ਹੈ, ਬੜਾ ਹੱਸੇ। ਔਰ ਉਹ ਜਿਹੜਾ ਉਹਦੇ 'ਚ ਉਹਨਾਂ ਨੇ ਪੁਤਿਨ ਨੂੰ ਹਿਟਲਰ ਦੇ ਨਾਲ ਤਸ਼ਬੀਹ ਦਿੱਤੀ ਹੈ। ਨਾਜ਼ੀਆਂ ਦੀ ਗੱਲ ਅਸੀਂ ਤਾਂ ਕਰਦੇ ਹੀ ਹਾਂ, ਅਸੀਂ ਤਾਂ ਮੋਦੀ ਪੁਤਿਨ ਇਹਨਾਂ ਨੂੰ ਇੱਕੋ ਹੀ ਕੈਟਾਗਰੀ 'ਚ ਰੱਖ ਕੇ ਉਸ ਐਡੋਲਫ ਹਿਟਲਰ ਦਾ ਨਾਜ਼ੀਜ਼ਮ ਔਰ ਮੁਸੋਲਿਨੀ ਦਾ ਫਾਸ਼ਿਜ਼ਮ ਉਹਦੇ ਨਾਲ ਕੰਪੇਅਰ ਕਰਦੇ ਹਾਂ। ਸੋ ਮਤਲਬ ਹੈ ਕਿ ਅਮਰੀਕਾ, ਰਸ਼ੀਆ ਔਰ ਯੂਕਰੇਨ ਵਾਰ ਦੇ ਵਿੱਚ ਯੂਕਰੇਨ ਇਸ ਵੇਲੇ ਥੋੜਾ ਲੂਜ਼ਰ ਜਾ ਰਿਹਾ, ਔਰ ਸਟੇਟ ਆਫ ਦਾ ਯੂਨੀਅਨ ਐਡਰੈਸ ਵੀ ਬਾਈਡਨ ਦਾ ਜੇ ਦੇਖਣਾ ਹੋਏ ਤੇ ਪ੍ਰਮੁੱਖ ਤੌਰ ਦੇ ਉੱਤੇ ਬਿਗਨਿੰਗ ਔਰ ਜ਼ਿਆਦਾ ਵਕਤ ਜਿਹੜਾ ਉਹ ਯੂਕਰੇਨ ਮੁੱਦੇ ਦੇ ਉੱਤੇ ਔਰ ਰਸ਼ੀਆ ਨੂੰ ਕਰਨ ਦਾ ਸੀ, ਜਾਂ ਚਾਈਨਾ ਦੇ ਨਾਲ ਕੰਪੀਟੀਸ਼ਨ ਦੀ ਗੱਲ ਕੀਤੀ ਗਈ। ਇੰਡੀਆ ਦਾ ਰੈਫਰੈਂਸ ਤਾਂ ਪਾਸਿੰਗ ਦੇ ਵਿੱਚ ਹੀ ਸੀ, ਜਦੋਂ ਕਿ ਸੀ ਕਿ ਜੀ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਜਿਹੜਾ ਅਸੀਂ ਇਹ ਜਾਪਾਨ, ਆਸਟ੍ਰੇਲੀਆ ਔਰ ਇੰਡੀਆ ਇਹ ਜਿਹੜਾ ਇੱਕ ਕਾਊਂਟਰ ਵੇਟ ਬਣਾਇਆ, ਇਸ ਤੋਂ ਬਿਯੋਂਡ ਨਹੀਂ ਸੀ। ਸੋ ਇਸ ਤੋਂ ਇਹ ਲੱਗਦਾ ਵੀ ਅਦਰਵਾਈਜ਼ ਜੂਨ ਦੇ ਵਿੱਚ ਮੋਦੀ ਇੱਥੇ ਆ ਕੇ ਗਿਆ, ਜਿਸ ਲੈਵਲ ਦੀ ਰਿਲੇਸ਼ਨਸ਼ਿਪ G20 ਜਾਂ ਦੂਜੇ ਤੀਜੇ ਨਾਲ, ਸੋ ਕੁਝ ਚੀਜ਼ਾਂ ਦੀ ਇੰਡੀਕੇਸ਼ਨ ਹੁੰਦੀ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਠੀਕ ਹੈ ਕਿ ਕੁਝ ਚੀਜ਼ਾਂ ਐਡਮਿਨਿਸਟ੍ਰੇਸ਼ਨ ਆਪਣੇ ਢੰਗ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਬਿਹਾਈਂਡ ਕਲੋਜ਼ ਡੋਰਸ ਡਿਪਲੋਮੇਸੀ ਹੁੰਦੀ ਹੈ। ਪਰ ਅਸੀਂ ਇਹ ਦੇਖਦੇ ਹਾਂ ਕਿ ਨਾ ਤੁਹਾਨੂੰ ਉਹ ਵਾਰਮਥ ਨਜ਼ਰ ਆਉਂਦੀ ਹੈ ਅਮਰੀਕਾ ਭਾਰਤ ਸੰਬੰਧਾਂ 'ਚ, ਨਾ ਕੋਈ ਫਰਦਰ ਇਸ ਕਿਸਮ ਦੀ ਗੱਲ ਜਿਹਦੇ ਤੋਂ ਇਹ ਹੋਏ ਕਿ ਇਹ ਜਿਹੜਾ ਅਮਰੀਕਾ ਉਹਨੇ ਭਾਰਤ ਨੂੰ ਲੈਟ ਗੋ ਕੀਤਾ ਹੈ। ਰਾਦਰ ਇਸ ਤੇ ਉਲਟ, ਜਿਵੇਂ ਅਸੀਂ ਪਰਸੋਂ ਜਿਹੜਾ ਪ੍ਰੋਗਰਾਮ ਕੀਤਾ ਉਹਦੇ 'ਚ ਅਸੀਂ ਇਹ ਡਿਸਕਸ ਕੀਤਾ ਸੀ ਕਿ ਇਸ ਵਾਰ ਇੰਡੀਆ ਦੀਆਂ ਉਹ ਆਇਲ ਕੰਪਨੀਜ਼ ਜਿਹੜੀਆਂ ਗਵਰਨਮੈਂਟ ਕੰਪਨੀਜ਼ ਨੇ ਜਾਂ ਗਵਰਨਮੈਂਟ ਸਪਾਂਸਰਡ ਨੇ, ਜਿਨ੍ਹਾਂ ਨੇ 2 ਸਾਲ ਦੀ ਇਸ ਯੂਕਰੇਨ ਜੰਗ ਦੇ ਦੌਰਾਨ ਜਿਹੜਾ ਵਪਾਰ ਦਾ ਲੈਵਲ ਹੈ ਉਹ 2 ਬਿਲੀਅਨ ਜਿਹੜੀ ਰਸ਼ੀਆ ਨਾਲ ਟ੍ਰੇਡ ਸੀ ਉਸ ਤੋਂ 20 ਜਾਂ 22 ਬਿਲੀਅਨ ਤੱਕ ਚਲੀ ਗਈ। ਪਰ ਹੁਣ ਅਗਲੇ ਕੰਟਰੈਕਟ ਇੰਡੀਅਨ ਕੰਪਨੀ ਸਾਈਨ ਨਹੀਂ ਕਰ ਰਹੀਆਂ ਜਾਂ ਭੱਜ ਰਹੀਆਂ ਨੇ, ਡਿਲੀ ਕਰ ਰਹੀਆਂ ਨੇ, ਕਿਉਂਕਿ ਇਸ ਤੋਂ ਲੱਗਦਾ ਵੀ ਅਮਰੀਕਾ ਨੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਵੀ ਜਿਹੜਾ ਈਰਾਨ ਦੇ ਨਾਲ ਡੀਲ ਹੈ ਇੰਡੀਆ ਦੀ, ਉਸ ਦੇ ਉੱਤੇ ਵੀ ਉਹਨਾਂ ਨੇ ਚੰਗਾ ਸ਼ਿਕੰਜਾ ਖੱਸਿਆ। ਸੋ ਅਸੀਂ ਸਮਝਦੇ ਹਾਂ ਵੀ ਕੁਝ ਚੀਜ਼ਾਂ, ਕਿਉਂਕਿ ਇੰਟਰਨੈਸ਼ਨਲ ਟ੍ਰੀਟੀਜ਼ ਨੇ, ਚੈੱਕ ਰਿਪਬਲਿਕ ਦੇ ਕੋਲ ਉਹਨਾਂ ਦੇ ਕਨਸਟੀਟਿਊਸ਼ਨਲ ਕੋਰਟ ਦੇ ਕੋਲ ਨਿਖਿਲ ਗੁਪਤਾ ਐਕਸਟ੍ਰੈਡੀਸ਼ਨ ਕੇਸ ਹੈ, ਸੋ ਉਹਦੇ ਨਾਲ ਹੀ, ਕਿਉਂਕਿ ਸਾਨੂੰ ਜ਼ਿਆਦਾ ਫਿਕਰ ਸਗੋਂ ਕੈਨੇਡਾ ਦੇ ਹਵਾਲੇ ਨਾਲ ਹੈ। ਅੱਜ ਹੀ ਕੈਨੇਡਾ ਵੀ ਜਿਨ੍ਹਾਂ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਚਲੋ ਬਹੁਤ ਚੰਗਾ ਹੈ, CBC ਨੇ ਵੀ ਜਿਹੜਾ ਉਹ ਪੂਰੀ ਡਾਕੂਮੈਂਟਰੀ 40-45 ਮਿੰਟ ਦੀ ਕੀਤੀ ਹੈ, ਔਰ ਗਲੋਬ ਐਂਡ ਮੇਲ ਵੀ, ਚਰਚਾ ਵੀ ਹੈ, ਜਾਂ ਕੈਨੇਡੀਅਨ ਗਵਰਨਮੈਂਟ ਨੇ ਕੋਈ ਜਿਹੜਾ ਉਹ ਨੀਲ ਡਾਊਨ ਨਹੀਂ ਕੀਤਾ ਹੈ ਇੰਡੀਅਨ ਸਿਸਟਮ ਦੇ ਸਾਹਮਣੇ। ਪਰ ਅਸੀਂ ਕਿਹਾ ਵੀ ਉਹ ਜਿਹੜੀ ਬੇਸਿਕ ਹੈ, ਜਦੋਂ ਤੱਕ ਬੰਦੇ ਫੜੇ ਨਹੀਂ ਜਾਂਦੇ ਔਰ ਖਾਸ ਤੌਰ ਤੇ ਇੰਡਾਇਕਟਮੈਂਟ ਨਹੀਂ ਹੁੰਦੀ, ਪਰ ਉਹ ਇਹਦਾ ਜਿਹਨੂੰ ਕਹਿੰਦੇ ਨੇ ਹਾਰਟ ਆਫ ਹਾਰਟਸ, ਇਹ ਮੈਨੂੰ ਵੀ ਪਤਾ ਹੈ ਕਿ ਇਹ ਅਲਟੀਮੇਟਲੀ ਮੇਨ ਕੜੀ ਨਿਖਿਲ ਗੁਪਤਾ ਹੈ। ਬਿਲਕੁਲ। ਸੋ ਕੈਨੇਡਾ ਵਾਲੇ ਵੀ ਵੇਟ ਕਰ ਰਹੇ ਨੇ ਨਿਖਿਲ ਗੁਪਤੇ ਦੀ ਐਕਸਟ੍ਰੈਡੀਸ਼ਨ ਦੀ। ਹੁਣ ਉਹਦੇ 'ਚ ਜ਼ਰੂਰ ਡਿਲੇ ਹੈ। ਹੁਣ ਉਹ ਡਿਲੇ ਇੱਕ ਆਪਣਾ ਸਿਸਟਮ ਵੀ ਹੁੰਦਾ ਹਰ ਇੱਕ ਦਾ ਮੁਲਕ ਦਾ, ਜਾਂ ਚੈੱਕ ਰਿਪਬਲਿਕ ਵੀ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਹੋਏਗਾ ਕਿ ਵੀ ਉਹ ਅਮਰੀਕਾ ਦੀ ਐਵੇਂ ਐਕਸਟੈਂਸ਼ਨ ਹੀ ਹੈ ਔਰ ਉਹਨਾਂ ਨੇ ਮੰਗਿਆ ਤਾਂ ਉਹਨਾਂ ਚੁੱਕ ਕੇ ਫੜਾਤਾ। ਸੋ ਇਹ ਇੱਕ ਪਾਰਟ ਹੈ। ਸੋ ਮੈਂ ਜਿਵੇਂ ਵੀਰ ਕਿਰਪਾਲ ਸਿੰਘ ਹੋਰਾਂ ਨੇ ਪੁੱਛਿਆ, ਅਸੀਂ ਸਮਝਦੇ ਹਾਂ ਵੀ ਇਸ ਇਸ਼ੂ ਨੇ ਆਲਰੇਡੀ ਜਿਹੜਾ ਉਹ ਇਹਦੀ ਅਹਿਮੀਅਤ ਹੈ, ਔਰ ਜੇ ਕਿਸੇ ਸਟੇਜ ਤੇ ਹਾਂ ਇਹ ਜ਼ਰੂਰ ਸਵਾਲ ਪੁੱਛਿਆ ਜਾ ਰਿਹਾ ਹੈ, ਕਿਉਂਕਿ ਜੇ ਪ੍ਰੋਲੋਂਗ ਹੁੰਦਾ ਹੈ ਜਾਂ ਇੰਡੀਆ ਨਾਲ ਰਿਲੇਸ਼ਨਸ਼ਿਪ, ਜੇ ਪ੍ਰੈਜ਼ੀਡੈਂਟ ਟਰੰਪ ਐਕਸ ਪ੍ਰੈਜ਼ੀਡੈਂਟ ਇੱਕ ਵਾਰ ਫਿਰ ਪ੍ਰੈਜ਼ੀਡੈਂਟ ਬਣਦਾ ਹੈ, ਉਹਨਾਂ ਹਾਲਾਤਾਂ 'ਚ ਕੀ ਹੁੰਦਾ ਉਹ ਅਜੇ ਅਨਪ੍ਰੈਡਿਕਟੇਬਲ ਹੈ, ਕਿਉਂਕਿ ਟਰੰਪ ਕੈਂਪੇਨ 'ਚ ਅਜੇ ਤੱਕ ਐਸਾ ਕੁਝ ਨਹੀਂ ਆਇਆ ਹੈ ਜਿਹਦੇ 'ਚ ਉਹਨੇ ਕੋਈ ਇੰਡੀਆ ਦਾ ਗੁਣ ਗਾਇਨ ਕੀਤਾ ਹੋਏ ਜਾਂ ਇੰਡੀਆ ਦੇ ਉੱਤੇ। ਹਾਲਾਂ ਉਹਨੇ ਜਿਵੇਂ ਯੂਕਰੇਨ ਦੇ ਮੁੱਦੇ ਤੇ
ਨੈਟੋ ਵਾਲਿਆਂ ਨੂੰ ਕਿਹਾ ਜੀ ਪੈਸੇ ਪੇ ਕਰੋ ਤੁਹਾਨੂੰ ਤਾਂ ਡਿਫੈਂਡ ਕਰਾਂਗੇ, ਜਾਂ ਇਹ ਹਰ ਇੱਕ ਨੂੰ ਹੈ ਕਿ ਵੀ ਜੇ ਟਰੰਪ ਆਇਆ ਤੇ ਇਹ ਜਿਹੜਾ ਯੂਕਰੇਨ ਦੀ ਮਦਦ ਵਾਲਾ ਪਾਰਟ ਹੈ ਇਸ ਪੱਖੋਂ ਕੰਮ ਬੰਦ ਹੋ ਜਾਏਗਾ। ਪਰ ਅਸੀਂ ਵੀ ਫਿੰਗਰਸ ਕ੍ਰਾਸਡ ਰੱਖੀਆਂ ਹੋਈਆਂ ਇਸ ਮੁੱਦੇ ਤੇ ਕਿ ਪੋਲੀਟੀਕਲੀ ਅਮਰੀਕਾ ਭਾਰਤ ਨਾਲ ਇਸ ਮੁੱਦੇ ਤੇ ਕਿੰਨਾ ਕੁ ਜਿਹੜਾ ਕਿਸ ਹੱਦ ਤੱਕ ਜਾਏਗਾ। ਪਰ ਇੱਕ ਗੱਲ ਜ਼ਾਹਰ ਹੈ ਵੀ ਜਿਹੜੀ ਚੀਜ਼ ਇਹਨਾਂ ਦੇ ਜੁਡੀਸ਼ੀਅਲ ਸਿਸਟਮ ਆ ਜਾਂਦੀ ਹੈ, ਕਿਉਂਕਿ ਜਸਟਿਸ ਡਿਪਾਰਟਮੈਂਟ ਜਾਂ ਨਿਊਯਾਰਕ ਕੋਰਟ ਉਹਦੇ 'ਚ ਇਹ ਆਫ ਦਾ ਹੁੱਕ ਨਹੀਂ ਹੋ ਸਕਦਾ। ਇਹ ਨਹੀਂ ਹੋ ਸਕਦਾ ਕਿ ਵਾਈਟ ਹਾਊਸ ਕੱਲ੍ਹ ਨੂੰ ਕੋਈ ਗੋ ਸਲੋ ਫੈਸਲਾ ਕਰੇ ਤੇ ਜਿਹੜੀ ਹੈ ਨਿਊਯਾਰਕ ਦੀ ਅਦਾਲਤ ਜਿਹੜੀ ਹੈ ਕਿ ਜੀ ਹੋ ਗਿਆ ਜਾਂ ਉਸ ਨੂੰ। ਸੋ ਵੀਰ ਕਿਰਪਾਲ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਵੀ ਜਿਹੜੇ ਮੁੱਦੇ ਇਸ ਵੇਲੇ ਪੰਜਾਬ ਦੇ ਵਿੱਚ ਪ੍ਰੋਮੀਨੈਂਟਲੀ ਜਿਨ੍ਹਾਂ ਦੇ ਉੱਤੇ 3 ਮੋਰਚੇ ਲੱਗੇ ਹੋਏ ਨੇ, ਜ਼ਾਹਰ ਹੈ ਕਿਸਾਨ ਮੋਰਚਾ ਹੈ, ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੀ ਰਿਹਾਈ ਜਾਂ ਉਹਨਾਂ ਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਲਿਆਉਣਾ, ਇਹਨੂੰ ਲੈ ਕੇ ਹੈਰੀਟੇਜ ਸਟਰੀਟ ਅੰਮ੍ਰਿਤਸਰ ਜਿਹੜਾ ਉਹ ਮੋਰਚਾ ਲੱਗਾ ਹੋਇਆ ਹੈ ਤੇ ਉਸ ਦੇ ਨਾਲ ਨਾਲ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਜਿਹੜਾ ਮੋਹਾਲੀ ਦੀਆਂ ਬਰੂਹਾਂ ਤੇ ਲੱਗਾ ਹੀ ਹੋਇਆ ਹੈ। ਇਸ ਦੇ ਮੱਦੇਨਜ਼ਰ ਔਰ ਖ਼ਾਸ ਤੌਰ ਤੇ ਕਿਸਾਨਾਂ ਦੇ ਖਿਲਾਫ ਜਿਹੜਾ ਤਸ਼ੱਦਦ ਔਰ ਜ਼ੁਲਮ ਹੋਇਆ, ਜਿਵੇਂ ਜਿਹੜਾ ਇੱਕ ਕਿਸਾਨ ਯੰਗ 20-21 ਸਾਲ ਦਾ ਉਹਦੀ ਸ਼ਹਾਦਤ ਹੁੰਦੀ ਹੈ, ਸ਼ੁਭਕਰਮਨ ਸਿੰਘ ਸੈਂਕੜਿਆਂ ਪੈਲਟ ਗਨਸ ਨਾਲ ਜ਼ਖਮੀ ਹੁੰਦੇ ਨੇ, ਕਿੰਨਿਆਂ ਦੀ ਅੱਖਾਂ ਦੀ ਰੋਸ਼ਨੀ ਜਾਂਦੀ ਹੈ। ਸੋ ਇਹਨਾਂ ਮੋਰਚਿਆਂ ਦੀ ਸਪੋਰਟ ਦੇ ਵਿੱਚ ਇੱਕ ਵੱਡੀ ਪ੍ਰੋਟੈਸਟ ਰੈਲੀ ਜਿਹਨੂੰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ ਦੀਆਂ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਨੇ ਸਾਂਝੇ ਤੌਰ ਤੇ ਜਿਸ ਪ੍ਰੋਗਰਾਮ ਨੂੰ ਲਿਖਿਆ, ਗੁਰਦੁਆਰਿਆਂ ਤੋਂ ਬੱਸਾਂ ਵੀ ਲੱਗੀਆਂ ਹੋਈਆਂ ਨੇ। ਕੱਲ੍ਹ ਜਿੱਥੇ ਇੰਡੀਅਨ ਹਾਈ ਕਮਿਸ਼ਨ 235E 43rd ਸਟਰੀਟ, ਦਰਸ਼ਕ ਨਾਲ ਦੀ ਨਾਲ ਸਕਰੀਨ ਤੇ ਜਿਹੜਾ ਪੋਸਟਰ ਹੈ ਵੱਡਾ ਉਹ ਵੀ ਦੇਖ ਸਕਦੇ ਨੇ। ਉੱਥੇ 10 ਵਜੇ ਜਿਹੜੇ ਪ੍ਰੋਟੈਸਟਰ ਨੇ ਉਹ ਅਸੈਂਬਲ ਹੋਣਗੇ ਔਰ ਆਲਮੋਸਟ 1.5 ਘੰਟਾ, ਕਿਉਂਕਿ ਉੱਥੇ ਉਹ ਵੀਜ਼ੇ ਵੂਜ਼ੇ ਦੇਣ ਦਾ ਪ੍ਰੋਸੈਸ ਹੈ ਉਹਨਾਂ ਦੀ, ਕਿਉਂਕਿ ਵੈਸੇ ਤਾਂ ਕੌਂਸਲ ਜਨਰਲ ਉਹਨਾਂ ਦਾ ਹੋਰ ਹੈ ਜਿੱਥੇ ਕੌਂਸੂਲੇਟ ਹੈ ਇੰਡੀਆ ਦਾ, ਪਰ ਉਹ ਕਿਉਂਕਿ ਡਾਇਰੈਕਟ ਉਸ ਲਾਈਨ 'ਚ ਨਹੀਂ ਆਉਂਦਾ। ਔਰ ਪ੍ਰੋਗਰਾਮ ਵੀ ਇਵੇਂ ਸੀ, ਇਹ ਵੀ ਇੰਡੀਅਨ ਗਵਰਨਮੈਂਟ ਦਾ ਅਦਾਰਾ ਹੀ ਹੈ ਜਿੱਥੇ ਵੀਜ਼ੇ ਵੂਜ਼ੇ ਦਿੱਤੇ ਜਾਂਦੇ ਨੇ, ਜਿਹਨੂੰ ਸੋਰਸ ਆਊਟ ਕਰਨਾ ਕਹਿੰਦੇ ਨੇ। ਔਰ ਇਹ 235E 43rd ਸਟਰੀਟ ਤੇ ਹੈ ਤੇ ਉੱਥੋਂ 20 ਮਿੰਟ ਦੀ ਵਾਕ ਹੈ ਯੂਨਾਈਟਿਡ ਨੇਸ਼ਨਸ ਦੀ। ਸੋ ਇੱਥੇ 10 ਤੋਂ 11:30 ਤੱਕ ਇੱਥੇ ਗੈਦਰਿੰਗ ਹੋਏਗੀ, ਫਿਰ 11:30 ਦੇ ਕਰੀਬ ਉੱਥੋਂ ਮਾਰਚ ਕਰਕੇ ਪ੍ਰੋਟੈਸਟਰ ਜਿਹੜੇ ਨੇ ਉਹ UN ਦੇ ਬਾਹਰ, ਯੂਨਾਈਟਿਡ ਨੇਸ਼ਨਸ ਦੇ ਬਾਹਰ ਆਣਗੇ, ਜਿੱਥੇ ਕਿ ਫਿਰ ਸਟੇਜ ਦਾ ਪ੍ਰਬੰਧ ਹੈ, ਸਾਊਂਡ ਸਿਸਟਮ ਦਾ ਪਰਮਿਟ ਹੈ, ਔਰ ਉੱਥੇ ਜਿਹੜੀ ਹੈ 12 ਤੋਂ 2 ਵਜੇ ਤੱਕ ਜਿਹੜੀ ਹੈ ਜ਼ੋਰਦਾਰ ਰੈਲੀ ਹੋਏਗੀ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ, ਵੀਕਐਂਡ ਹੈ, ਸੈਚਰਡੇ ਹੈ, ਕਿ ਸਾਰੇ ਇੱਧਰੋਂ ਇਹਦੇ 'ਚ ਸ਼ਮੂਲੀਅਤ ਕਰਨ। TV 84 ਦੀ ਟੀਮ ਵੀ ਸਮੁੱਚੀ ਹਾਜ਼ਰ ਹੋਏਗੀ ਔਰ ਇਸ ਪ੍ਰੋਟੈਸਟ ਨੂੰ ਜਿਹੜਾ ਹੈ ਉਹ ਕਵਰ ਕੀਤਾ ਜਾਏਗਾ। ਔਰ ਅਗੇਨ ਅਸੀਂ ਸਮਝਦੇ ਹਾਂ ਕਿ ਵੀ ਕਿਸੇ ਦਾ ਕਿਸੇ ਨਾਲ ਮਤਭੇਦ ਵੀ ਹੋਏ, ਕੋਈ ਹੋਰ ਵੀ ਭਾਵੇਂ ਕਿਸੇ ਦੀ ਸ਼ਿਕਾਇਤ ਹੋਏ, ਪਰ ਜਦੋਂ ਕੌਮੀ ਅਣਖ, ਕੌਮੀ ਗੈਰਤ ਦਾ ਸਵਾਲ ਹੁੰਦਾ ਹੈ ਤੇ ਇਸ ਗੱਲ ਨੂੰ ਏਜੰਸੀਆਂ ਵੀ ਮੋਨੀਟਰ ਕਰਦੀਆਂ ਨੇ, ਵਾਚ ਕਰਦੀਆਂ। ਪੰਜਾਬ ਦੇ ਸਾਡੇ ਭੈਣ ਭਰਾ ਵੀ ਬਾਹਰਲੇ ਸਿੱਖਾਂ ਵੱਲ ਦੇਖਦੇ ਨੇ, ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਜਦੋਂ ਬਾਹਰ ਆਵਾਜ਼ ਉੱਠਦੀ ਹੈ ਤੇ ਉਸ ਦਾ ਪ੍ਰਭਾਵ ਹੁੰਦਾ ਹੈ। ਔਰ ਇਸ ਦਾ ਨੋਟਿਸ ਆਲਰੇਡੀ, ਕਿਉਂਕਿ ਪਹਿਲੇ ਕਿਸਾਨ ਮੋਰਚੇ ਵੇਲੇ ਹੀ ਇੱਕ ਮੋਮੈਂਟਮ ਬਣ ਗਈ ਸੀ ਔਰ ਕਿਸਾਨਾਂ ਦੇ ਮੁੱਦੇ ਦੇ ਉੱਤੇ ਫਿਰ ਅਮਰੀਕਨ ਲਾਅ ਮੇਕਰ ਹੋਣ ਜਾਂ UK ਜਾਂ ਕੈਨੇਡਾ ਜਾਂ ਆਸਟ੍ਰੇਲੀਆ, ਜਿਵੇਂ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਵੀ ਰੈਲੀ ਹੁੰਦੀ ਹੈ, ਅਸੀਂ ਦੇਖਦੇ ਹਾਂ ਕਿ ਆਸਟ੍ਰੇਲੀਅਨ ਗ੍ਰੀਨ ਪਾਰਟੀ ਦੇ ਜਿਹੜੇ ਨੇ ਮੈਂਬਰ ਪਾਰਲੀਮੈਂਟ ਮਿਸਟਰ ਸ਼ੂਬਰਿਜ, ਡੇਵਿਡ ਸ਼ੂਬਰਿਜ, ਉਹ ਕਿੰਨਾ ਬੋਲਡ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ। ਸੋ ਇਹ ਲੌਬੀ ਦਾ ਅਸਰ ਹੈ ਕਿ ਪੁਰਾਣੇ ਪੀਰੀਅਡ ਤੋਂ ਜਿਹੜਾ ਕਨਸਟੈਂਟ ਚੱਲਦਾ ਹੈ। ਸੋ ਨੰਬਰਸ ਇਹ ਠੀਕ ਹੈ, ਪ੍ਰੋਟੈਸਟ ਕਰਨ ਲਈ ਤਾਂ ਬੋਤਾ ਸਿੰਘ, ਗਰਜਾ ਸਿੰਘ ਕਾਫੀ ਹੁੰਦੇ ਨੇ, ਭਾਵੇਂ ਇੱਕ ਸਿੰਘ ਜਾ ਕੇ ਵੀ ਝੰਡਾ ਗੱਡ ਕੇ ਖਲੋ ਜਾਏ, ਲੇਕਿਨ ਫਿਰ ਵੀ ਜਦੋਂ ਤੁਸੀਂ ਇਨ ਨੰਬਰਸ ਔਰ ਇਨ ਸਪਿਰਿਟ ਆਉਂਦੇ ਹੋ ਤੇ ਇਹ ਇੱਕ ਪਿਛਲਿਆਂ ਨੂੰ ਵੀ ਹੌਸਲਾ ਹੁੰਦਾ ਹੈ ਔਰ ਦੁਸ਼ਮਣ ਤੱਕ ਵੀ ਮੈਸੇਜ ਆਉਂਦਾ ਹੈ। ਤੇ ਇੱਥੋਂ ਦੀਆਂ ਏਜੰਸੀਆਂ ਵੀ ਜਿਹੜੀਆਂ ਹੁਣ ਸਿੱਖ ਕਾਜ਼ ਨੂੰ, ਸਿੱਖ ਇਸ਼ੂ ਨੂੰ ਕਲੋਜ਼ਲੀ ਮੋਨੀਟਰ ਕਰਦੀਆਂ ਨੇ, ਉਹਨਾਂ ਦੀਆਂ ਵੀ ਜਿਹੜੀਆਂ ਗੁਪਤ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਇਹ ਆਉਂਦਾ ਹੈ ਕਿ ਭਾਈ ਸਿੱਖ ਕਿਸ ਲੈਵਲ ਦੇ ਉੱਤੇ ਇਸ ਸਾਰੇ ਮੈਟਰ ਦੇ ਉੱਤੇ ਨਾਲ ਖਲੋਤੇ ਨੇ ਜਾਂ ਸਪੋਰਟ ਕਰਦੇ ਨੇ। ਔਰ ਅੱਜ ਬੜਾ ਖਾਸ ਡੇ ਹੈ। ਵੈਸੇ ਤਾਂ ਮੈਂ ਸਮਝਦਾ ਵੀ
ਸਾਡੇ ਲਈ ਤਾਂ ਇਹ ਹੋਣਾ ਚਾਹੀਦਾ ਹੈ। ਮੈਂ ਹੁਣ ਇਹਦੇ ਚ ਕੋਟ ਕਰਾਂਗਾ ਸਾਡੇ ਵੀਰ ਸਰ ਹਰਭਜਨ ਸਿੰਘ ਚਾਹਲ ਵਰਜੀਨੀਆ ਨੇ, ਔਰ ਲੰਬਾ ਵਕਤ ਤੋਂ ਸਾਡੇ ਨਾਲ ਉਹਨਾਂ ਦਾ ਬਹੁਤ ਕਲੋਜ਼ ਸੰਪਰਕ ਵੀ ਰਿਹਾ। ਜਦੋਂ ਸ਼ੁਰੂ 'ਚ 1990 'ਚ ਮੇਰਾ ਜਾਣਾ ਹੋਇਆ ਵਰਜੀਨੀਆ ਵਾਸ਼ਿੰਗਟਨ DC ਸੇ, ਦੋਵੇਂ ਹੀ ਲਖਵਿੰਦਰ ਸਿੰਘ ਵਿਰਕ ਔਰ ਹਰਭਜਨ ਸਿੰਘ ਚਾਹਲ ਇਹ ਦੋਵੇਂ ਹੀ ਸਨ ਜਿਨ੍ਹਾਂ ਦੇ ਘਰਾਂ 'ਚ ਮੇਰਾ ਨਿਵਾਸ ਹੁੰਦਾ ਸੀ। ਸੋ ਉਹਨਾਂ ਦਾ ਪਿਛਲੇ ਕੁਛ ਅਰਸੇ ਤੋਂ ਬਿਮਾਰ ਰਹੇ ਨੇ, 2-3 ਸਾਲ ਤੋਂ। ਹੁਣ ਤਾਂ ਅੱਜ ਕੱਲ੍ਹ ਥੋੜ੍ਹੇ ਬਹੁਤ ਰਿਕਵਰ ਕੀਤੇ ਨੇ, ਬਟ ਵੀਲ ਚੇਅਰ ਔਰ ਦੂਸਰੇ। ਔਰ ਜਦੋਂ ਲਾਸਟ ਟਾਈਮ ਮੈਨੂੰ ਪਤਾ ਲੱਗਾ ਵੀ ਉਹ ਠੀਕ ਨਹੀਂ ਨੇ, ਤੇ ਅਸੀਂ ਭਾਈ ਨਰਿੰਦਰ ਸਿੰਘ ਵੀ ਚੱਠਾ ਸਾਹਿਬ ਵੀ ਨਾਲ ਸੀ, ਹੋਰ ਵੀ 1-2 ਸਿੰਘ ਅਸੀਂ ਉਹਨਾਂ ਦੇ ਘਰ ਦੇਖਣ ਗਏ। ਤੇ ਉਹਨਾਂ ਨੇ ਬੈਠੇ, ਗੱਲਾਂ ਬਾਤਾਂ ਸ਼ੁਰੂ ਹੋਈਆਂ ਤੇ ਉਹਨਾਂ ਨੇ ਗੱਲ ਕਹੀ, ਕਹਿੰਦੇ ਡਾਕਟਰ ਸਾਹਿਬ, ਉਹਨਾਂ ਦੀ ਵਾਈਫ ਦਾ ਨਾਮ ਪਰਮਿੰਦਰ ਕੌਰ ਹੈ, ਕਹਿੰਦਾ ਵੀ ਮੇਰਾ ਹੁਣ ਮਨ ਕਰਦਾ ਮੈਂ ਰੋਜ਼ਾਨਾ ਇਹਦੇ ਪਰਮਿੰਦਰ ਦੇ ਪੈਰ ਧੋ ਕੇ ਪੀਆ ਕਰਾਂ। ਕਹਿੰਦੇ ਅਸੀਂ ਬਹੁਤ ਬੇਇਨਸਾਫੀ ਕਰਦੇ ਹਾਂ ਆਪਣੀਆਂ ਘਰ ਵਾਲੀਆਂ ਨਾਲ, ਆਪਣੀਆਂ ਬੀਬੀਆਂ ਨਾਲ, ਤੇ ਵੀ ਜਿਸ ਹਾਲ 'ਚ ਮੈਂ ਸੀ, ਜਿੰਨੀ ਮੇਰੀ ਸੇਵਾ ਇਹਨੇ ਕੀਤੀ ਹੈ, ਜਿੱਥੋਂ ਮੈਨੂੰ ਇਹ ਮੋੜ ਕੇ ਲਿਆਈ ਹੈ, ਉਹ ਕਹਿੰਦੇ ਪੁਰਾਣੀਆਂ ਕਹਾਣੀਆਂ ਹੀ ਸੁਣਦੇ ਸੀ ਕਿ ਬੀਬੀ ਦਾ ਜਿਹੜਾ ਮਨੋਬਲ ਹੈ ਉਹ ਕਿਵੇਂ, ਜਿਹੜਾ ਐਂਜਲ ਆਫ ਡੈਥ ਹੈ ਉਹਨੂੰ ਵੀ, ਉਹਦੇ ਤੋਂ ਵੀ ਜਾਨ ਵਾਪਸ, ਕਹਿੰਦੇ ਉਹ ਕਹਾਣੀਆਂ ਹੀ ਨੇ। ਤੇ ਮੈਂ ਕਿਹਾ ਵੀ ਚਾਲ ਸਾਹਿਬ ਗੱਲ ਤੁਸੀਂ ਠੀਕ ਕਹਿ ਰਹੇ ਹੋ, ਕਾਸ਼ ਸਾਡੇ ਚੋਂ ਬਹੁਤਿਆਂ ਨੂੰ ਇਹ ਅਹਿਸਾਸ ਹੋਏ ਕਿ ਜਿਹੜਾ ਔਰਤ ਦੇ ਰੂਪ ਦੇ ਵਿੱਚ ਯੋਗਦਾਨ ਹੈ ਉਹ ਮਾਂ ਦਾ ਹੋਏ। ਬਹੁਤ ਵਾਰੀ ਸਿਰਫ ਅਸੀਂ ਮਾਂ ਦੇ ਹਵਾਲੇ ਨਾਲ ਤਾਂ ਚਲੋ ਗੱਲ ਹੁੰਦੀ ਵੀ ਹੈ, ਬਹੁਤ ਸਾਰੇ ਜਿਹੜੇ ਨੇ ਹੁਣ ਮਦਰਸ ਡੇ ਵੀ ਆਉਣਾ, ਉਹ ਮਈ ਮਹੀਨੇ 'ਚ ਹੁੰਦਾ ਹੈ, ਲੇਕਿਨ ਅਦਰਵਾਈਜ਼ ਵੀ ਜਿਵੇਂ ਉਹ ਧਰਮਾਂ ਦੀ ਦੁਨੀਆ 'ਚ ਵੀ ਉਸ ਦਾ ਜ਼ਿਕਰ ਹੈ, ਜਿਵੇਂ ਇਸਲਾਮ ਦੇ ਵਿੱਚ ਕਿ ਭਾਈ ਜੰਨਤ ਜਿਹੜੀ ਹੈ ਉਹ ਮਾਂ ਦੇ ਪੈਰਾਂ ਥੱਲੇ ਹੁੰਦੀ ਹੈ। ਅਸੀਂ ਵੀ ਜਦੋਂ ਔਰਤ ਦੇ ਰੋਲ ਦੀ ਗੱਲ ਕਰਦੇ ਹਾਂ, ਮਾਂ ਦੀ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹੋ, ਪੰਡੋ ਹੋਵੇ ਦੋਸਤੀ, ਪੰਡੋ ਚੱਲੈ ਰਾਹੋ, ਪੰਡ ਮੁਆ ਪੰਡ ਭਾਲੀ ਹੈ, ਪੰਡ ਹੋਏ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਪੰਡੋ ਹੀ ਪੰਡ ਉਪਜੈ, ਪੰਡੈ ਬਾਜ ਨਾ ਕੋਏ, ਨਾਨਕ ਪੰਡੈ ਬਾਹਰ ਆ, ਇੱਕੋ ਸੱਚਾ ਸੋਏ, ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ। ਹੁਣ ਇਹ ਆਸਾ ਦੀ ਵਾਰ ਦੇ ਵਿੱਚ ਅਸੀਂ ਪੜ੍ਹਦੇ, ਔਰ ਇਹ ਇੱਕ ਆਪਣੇ ਆਪ ਦੇ ਵਿੱਚ ਜੇ ਕਹਿਣਾ ਹੋਏ ਕਿ 550 ਸਾਲ ਪਹਿਲਾਂ ਲਗਭਗ ਗੁਰੂ ਨਾਨਕ ਸਾਹਿਬ ਨੇ ਜਿਹੜੀ ਟ੍ਰਿਬਿਊਟ ਦਿੱਤੀ, ਉਹਦੇ 'ਚ ਔਰਤ ਦਾ ਦਰਜਾ ਨੈਕਸਟ ਟੂ ਗੋਡ। ਬਿਲਕੁਲ, ਇੱਕ ਤਾਂ ਇੱਥੇ ਤਾਂ ਇਕੁਅਲ ਰਾਈਟਸ, ਇਕੁਅਲ ਪੇਜ਼ ਜਾਂ ਫੈਮਿਨਿਜ਼ਮ, ਔਰ ਦੂਸਰੀ ਗੱਲ ਹੁੰਦੀ ਹੈ ਨਾਨਕ ਪੰਡੈ ਬਾਹਰਾ ਇੱਕੋ ਸੱਚਾ ਸੋਈ, ਕਿ ਸਿਰਫ ਇੱਕ ਰੱਬ ਹੈ ਜਿਹੜਾ ਔਰਤ ਦੀ ਕੁੱਖ 'ਚ ਨਹੀਂ ਆਉਂਦਾ, ਬਾਕੀ ਸਾਰੀ ਕ੍ਰੀਏਸ਼ਨ ਉਹਦੇ ਨਾਲ ਜੁੜੀ ਹੋਈ ਹੈ। ਔਰ ਇਸ ਤੋਂ ਵੀ ਪਹਿਲਾਂ ਜਦੋਂ ਇਹ ਕਿ ਭਾਈ ਹੁਣ ਬਹੁਤ ਵਾਰ ਇੱਥੇ ਅਜੇ ਵੀ ਚਰਚਿਜ਼ ਨੇ ਜਾਂ ਦੂਜੇ ਨੇ, ਔਰਤ ਪ੍ਰੀਸਟ ਨਹੀਂ ਬਣ ਸਕਦੀ, ਜਾਂ ਕਿਹੜਾ ਮਜ਼ਹਬ ਕੀ ਗਿਣਦਾ ਕੀ ਨਹੀਂ ਹੈ, ਤੇ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਭਾਈ ਜਦੋਂ ਰੱਬ ਦੀ ਦਰਗਾਹ 'ਚ ਫੈਸਲੇ ਹੋਣੇ ਨੇ, ਜਿਤ ਮੁਖ ਸਦਾ ਸਲਾਹੀ ਹੈ, ਭਾਗਾਂ ਰੱਤੀ ਚਾਰ, ਕਿ ਉੱਥੇ ਸਲਾਹਤਾ ਦੇ ਨਾਲ ਜੁੜਿਆ ਹੋਇਆ ਮੇਲ ਫੀਮੇਲ ਜਾਂ ਟਰਾਂਸਜੈਂਡਰ ਜਾਂ ਅੱਜ ਕੱਲ੍ਹ LGBTQ ਜੋ ਵੀ ਕਹਿੰਦੇ, ਇਹ ਕੋਈ ਮੈਟਰ ਨਹੀਂ ਕਰਦਾ ਹੈ। ਇਨ ਦਾ ਐਂਡ ਆਫ ਦਾ ਡੇ ਹਰ ਰੂਹ ਨੇ ਆਪਣੇ ਤੌਰ ਦੇ ਉੱਤੇ ਆਪਣੀ ਜਿਹੜੇ ਉਸ ਦੇ ਐਕਸ਼ਨਸ ਨੇ, ਉਸ ਨੇ ਇਸ ਜ਼ਿੰਦਗੀ 'ਚ ਰਹਿੰਦਿਆਂ ਕੀ ਕੀਤਾ, ਇਸ ਦੇ ਆਧਾਰਿਤ ਫੈਸਲੇ ਹੋਣੇ ਨੇ। ਅਸੀਂ ਕੌਣ ਹੈ ਜਿਹੜਾ ਜੱਜ ਕਰੀਏ ਵੀ ਔਰਤ ਨੀਵੀਂ ਹੈ, ਜਾਂ ਇਹ ਹੱਕ ਉਹਨੂੰ ਦੇਣੇ ਨੇ ਜਾਂ ਇਹ ਹੱਕ ਉਹਨਾਂ ਨੂੰ ਨਹੀਂ ਦੇਣੇ। ਬਿਲਕੁਲ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਧਾਰਮਿਕ ਦਾਇਰਾਕਾਰ ਦੇ ਅੰਦਰ ਜਦੋਂ ਵਿਮਨ ਰਾਈਟਸ ਦੀ ਗੱਲ ਹੁੰਦੀ ਹੈ ਤਾਂ ਫਿਰ ਸਿੱਖ ਧਰਮ ਦਾ ਇੱਕ ਵੱਡਾ ਮੁਕਾਮ ਹੈ। ਉਹਦੇ 'ਚ ਬਹੁਤ ਸਾਰੇ ਦੂਸਰਿਆਂ ਨਾਲ ਮੈਂ ਕੰਪੈਰੀਜ਼ਨ ਤਾਂ ਨਹੀਂ ਕਰਦਾ, ਪਰ ਹਰ ਇੱਕ ਨੂੰ ਪਤਾ ਹੈ ਵੀ ਕਿਸ ਧਰਮ ਨੇ ਔਰਤ ਨੂੰ ਕੀ ਦਰਜਾ ਦਿੱਤਾ ਹੈ। ਹੁਣ ਇਹ ਤਾਂ ਸਾਡਾ ਧਾਰਮਿਕ ਪੱਖ ਹੈ। ਬਿਲਕੁਲ। ਲੇਕਿਨ ਜੇ ਅਸੀਂ ਸਮਾਜਿਕ ਪੱਖ ਤੋਂ ਦੇਖੀਏ, ਇਵਨ ਆਪਣੇ ਸਿੱਖ ਸਮਾਜ ਦੇ ਵਿੱਚ ਵੀ, ਤੇ ਬਹੁਤਿਆਂ ਨਾਲੋਂ ਦੂਸਰਿਆਂ ਨਾਲੋਂ ਕੋਈ ਬਹੁਤਾ ਫਰਕ ਨਹੀਂ ਹੈ, ਕਿਉਂਕਿ ਜਿਹੜੀਆਂ ਸਮਾਜਿਕ ਪ੍ਰੈਜੁਡਿਸ ਹੁੰਦੇ ਨੇ, ਜਿਹੜੇ ਸਦੀਆਂ ਤੋਂ ਨਾਲ ਤੁਰ ਰਹੇ ਹੁੰਦੇ ਨੇ, ਮਿਲੇਨੀਅਮਸ ਤੋਂ ਰਾਦਰ ਹਜ਼ਾਰਾਂ ਸਾਲਾਂ ਤੋਂ, ਉਹ ਸੌਖੇ ਨਿਕਲਦੇ ਨਹੀਂ ਹੈ। ਔਰ ਇਹਦੇ 'ਚ ਦੋ ਰਾਵਾਂ ਨਹੀਂ ਨੇ ਕਿ ਭਾਈ ਉਸ ਪੱਖ ਤੋਂ ਈਵਨ ਜੇ ਅਸੀਂ ਲਗਭਗ 5-6 ਹਜ਼ਾਰ ਸਾਲ ਦੀ ਹਿਊਮਨ ਤਾਰੀਖ ਦੇਖੀਏ ਤੇ ਉਹਦੇ 'ਚ ਸ਼ਾਇਦ ਜਦੋਂ ਅੱਜ ਅਸੀਂ ਕਬੀਲਿਆਂ ਦੀ ਜ਼ਿੰਦਗੀ ਦੇਖਦੇ ਹਾਂ, ਕਬੀਲਿਆਂ 'ਚ ਤਾਂ ਕੁਛ ਜਿਹੜੇ ਨੇ ਹੈ ਹੀ
ਔਰਤ ਪ੍ਰਧਾਨ ਨੇ, ਸ਼ਿਕਾਰ ਵੀ ਔਰਤਾਂ ਕਰਦੀਆਂ ਨੇ ਔਰ ਰਾਈਟ ਵੀ ਉਹਨਾਂ ਦੇ ਨੇ। ਅਜੇ ਵੀ ਈਵਨ ਵਿਦਨ ਸਬ ਕੰਟੀਨੈਂਟ ਸਾਡੇ ਉੱਥੇ ਐਸੇ ਕਬੀਲੇ ਨੇ ਜਿਹਦੇ ਚ ਬੰਦਾ ਜਦੋਂ ਘਰ ਆਏ, ਜੇ ਔਰਤ ਨਹੀਂ ਰੱਖਣਾ ਚਾਹੁੰਦੀ, ਉਹਦਾ ਚੁੱਕ ਕੇ ਸਮਾਨ ਉਹ ਬਾਹਰ ਰੱਖ ਦਿੰਦੇ ਝੁੱਗੀ ਦੇ, ਤੇ ਉਹਨੂੰ ਪਤਾ ਹੁੰਦਾ ਹੈ ਕਿ ਵੀ ਚਲੋ ਹੁਣ ਕੋਈ ਨਹੀਂ ਹੈ। ਚਲੋ ਅਮਰੀਕਾ 'ਚ ਵੀ ਘੱਟੋ ਘੱਟ ਜੇ ਇਸ ਕਿਸਮ ਦਾ ਹੋਏ ਤਾਂ ਘਰ ਬੀਬੀ ਦੇ ਕੋਲ ਹੀ ਹੁੰਦਾ ਹੈ ਜਦੋਂ ਜੇ ਕੋਈ। ਮੈਂ ਕੋਈ ਟਕਰਾਅ ਦੀ ਗੱਲ ਨਹੀਂ ਕਰ ਰਿਹਾ, ਮੈਂ ਅਦਰਵਾਈਜ਼ ਗੱਲ ਕਰ ਰਿਹਾ ਵੀ ਕੁਝ ਚੀਜ਼ਾਂ ਪਿਛਲੇ ਪੀਰੀਅਡ ਤੋਂ, ਐਂਸ਼ੀਅੰਟ ਸੁਸਾਇਟੀ ਤੋਂ ਹੁਣ ਤੱਕ ਪ੍ਰੋਗਰੈਸ ਵੱਲ ਗਈਆਂ, ਕੁਝ ਰਿਗਰੈਸ ਵੱਲ ਗਈਆਂ, ਕਿਉਂਕਿ ਇੱਕ ਪੀਰੀਅਡ ਐਸਾ ਹਿਸਟਰੀ ਦਾ ਆਇਆ ਜਿਹਦੇ 'ਚ ਜ਼ਾਹਰ ਹੈ ਈਵਨ ਹੁਣ ਤੱਕ ਵੀ 2 ਵਰਲਡ ਵਾਰਸ ਤੋਂ ਪਹਿਲਾਂ ਤੱਕ ਵੀ ਔਰਤ ਮਾਲੇ ਗਨੀਮਤ, ਲੁੱਟ ਦਾ ਮਾਲ, ਜਿਹੜਾ ਫੌਜੀ ਨੇ, ਕਬੀਲੇ ਨੇ, ਮੁਲਕ ਨੇ, ਔਰ ਵੈਪਨ ਆਫ ਡਿਸਟਰਕਸ਼ਨ, ਵਾਇਲੈਂਸ। ਹੁਣ ਵੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਫਰੀडम ਮੂਵਮੈਂਟਸ ਨੂੰ ਕ੍ਰਸ਼ ਕਰਨ ਦੇ ਲਈ ਹਕੂਮਤਾਂ ਕਿਵੇਂ ਔਰਤਾਂ ਦੇ ਨਾਲ ਜਬਰ ਜਨਾਹ ਕਰਦੀਆਂ ਨੇ। ਅਸੀਂ ਪੰਜਾਬ ਦੀ ਆਪਣੀ ਮੂਵਮੈਂਟ ਦੇ ਵੇਲੇ 1980-90 ਦੇ ਵਿੱਚ ਦੇਖਿਆ ਕਿ ਕਿਸ ਹਾਲ ਦੇ ਵਿੱਚੋਂ ਗੁਜ਼ਾਰਿਆ ਗਿਆ ਸਾਡੀਆਂ ਮਾਤਾਵਾਂ ਨੂੰ, ਭੈਣਾਂ ਨੂੰ, ਬੱਚੀਆਂ ਨੂੰ। ਔਰ ਅੱਜ ਦੇ ਇਸ ਪ੍ਰੋਗਰਾਮ ਲਈ 3 ਸਪੈਸੀਫਿਕ ਪਿਕਚਰਸ, ਤਸਵੀਰਾਂ ਜਿਹੜੀਆਂ ਹੈ ਤਾਂ ਸੋਸ਼ਲ ਮੀਡੀਆ ਤੋਂ ਹੀ ਅਸੀਂ ਲਈਆਂ ਨੇ। ਉਹਨਾਂ ਦੇ ਵਿੱਚ ਜ਼ਾਹਰ ਹੈ ਸੀ ਜਦੋਂ ਇਤਿਹਾਸਕ ਕਿਰਦਾਰ ਦੀਆਂ ਆਪਣੀਆਂ ਮਾਤਾਵਾਂ, ਫਿਰ ਮਾਤਾ ਤ੍ਰਿਪਤਾ ਤੋਂ ਅਸੀਂ ਸ਼ੁਰੂਆਤ ਕਰਦੇ ਹਾਂ, ਮਾਤਾ ਖੀਵੀ, ਨੇਕ ਜਨ ਜਿਨ੍ਹਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ 'ਚ ਹੈ ਔਰ ਜਿਨ੍ਹਾਂ ਨੂੰ ਇਹ ਮਾਣ ਜਿਹੜਾ ਹੈ ਉਹ ਬਾਣੀ 'ਚ ਹੈ ਕਿ ਮਾਤਾ ਖੀਵੀ ਨੇਕ ਜਨ। ਫਿਰ ਅਸੀਂ 5ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ, ਮਾਤਾ ਭਾਨੀ, ਗੁਰੂ ਰਾਮਦਾਸ ਜੀ ਦੇ ਮਹਿਲ, ਗੁਰੂ ਜਿਹੜੇ ਨੇ, ਔਰ ਗੁਰੂ ਅਰਜਨ ਸਾਹਿਬ ਦੀ ਮਾਤਾ, ਉਹਨਾਂ ਦਾ ਅਸੀਂ ਜ਼ਿਕਰ ਦੇਖਦੇ ਹਾਂ। ਫਿਰ 6ਵੇਂ ਪਾਤਸ਼ਾਹ ਤੱਕ ਬੀਬੀ ਵੀਰੋ, ਉਹਨਾਂ ਦੀ ਡਾਟਰ, ਜਿਨ੍ਹਾਂ ਦੇ ਅੱਗੋਂ ਬੱਚਿਆਂ ਨੇ ਕਿਵੇਂ ਸ਼ਹੀਦੀਆਂ ਪਾਈਆਂ। ਭੂਆ ਦੇ ਪੁੱਤਰ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਭਾਈ ਸੰਘੋ ਸ਼ਾਹ, ਜੀਤੋ ਸ਼ਾਹ, ਜਿਹੜੇ ਸ਼ਹੀਦ ਹੋਏ ਪਹਿਲੇ ਭੰਗਾਣੀ ਦੇ ਜੰਗ ਦੇ ਵਿੱਚ। ਫਿਰ ਅਸੀਂ ਇਸੇ ਨੂੰ ਹੀ ਦੇਖਦੇ ਹਾਂ। ਫਿਰ ਜਦੋਂ ਮਾਤਾ ਗੁਜਰੀ ਦਾ ਨਾਂ ਆ ਜਾਂਦਾ ਹੈ ਔਰ ਤੁਸੀਂ ਉਹਨਾਂ ਦਾ ਕਿਵੇਂ ਸਿਦਕ ਗੁਰੂ ਤੇਗ ਬਹਾਦਰ ਸਾਹਿਬ ਨਾਲ ਕਿਹਨਾਂ ਹਾਲਾਤਾਂ 'ਚ ਗੁਜ਼ਰੇ ਔਰ ਕਿਵੇਂ ਫਿਰ ਉਹ ਆਨੰਦਪੁਰ ਦੀ ਨਗਰੀ, ਗੁਰੂ ਕਲਗੀਧਰ ਪਾਤਸ਼ਾਹ ਦਾ ਉਹ ਪਰਿਵਾਰ ਵਿਛੋੜੇ ਵਾਲਾ, ਔਰ ਫਿਰ ਆਪਣੇ ਪੋਤਿਆਂ ਦੇ ਨਾਲ ਜਿਨ੍ਹਾਂ ਨੂੰ ਉਹਨਾਂ ਨੇ ਦ੍ਰਿੜ ਕਰਵਾਇਆ ਕਿ ਹਮਰੇ ਬੰਸ ਰੀਤ ਆਈ, ਪ੍ਰਾਣ ਜਾਏ ਪਰ ਸਿਦਕ ਨਾ ਜਾਈ, ਕਿ ਭਾਈ ਇਹ ਸਾਡੇ ਵੰਸ਼ ਦੀ ਉਹਨਾਂ ਨੂੰ ਦੱਸ ਰਹੇ ਨੇ ਕਿ ਦੇਖੋ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਉਹ ਆਪਣੀ ਸ਼ਹਾਦਤ ਦਿੱਤੀ, ਸੀਸ ਦਿਆ ਪਰ ਸਿਰ ਨਾ ਦਿਆ। ਉਹਨਾਂ ਦੇ ਅੱਗੋਂ ਜਿਹੜੇ ਨੇ ਦਾਦਾ ਗੁਰੂ ਅਰਜਨ ਸਾਹਿਬ ਨੇ ਸ਼ਹਾਦਤ ਦਿੱਤੀ। ਸੋ ਇਹ ਤਾਂ ਸਾਡੀਆਂ ਇਤਿਹਾਸਕ ਜਿਹੜੇ ਗੁਰੂ ਕੇ ਮਹਿਲ ਜਿਨ੍ਹਾਂ ਨੂੰ ਅਸੀਂ ਕਰਕੇ ਸਮਾਨ ਨਾਲ ਕਹਿੰਦੇ। ਫਿਰ ਸਿੱਖ ਇਤਿਹਾਸ ਤਾਂ ਭਰਿਆ ਹੋਇਆ ਮਾਈ ਭਾਗੋ, ਉਹਨਾਂ ਨੂੰ ਕੌਣ ਭੁੱਲ ਸਕਦਾ ਕਿ ਕਿਵੇਂ ਉਹਨਾਂ ਨੇ ਜਿਹੜੇ ਬੇਦਾਵੀਏ ਸੀ, ਉਹਨਾਂ ਦੇ ਬੇਦਾਵੀਏ ਜਿਹੜੀ ਡਿਫੀਟਡ ਐਬਸਕੌਂਡਰ ਸੀ, ਡਿਜ਼ਰਟਰ ਸੀ ਵਾਰ ਦੇ, ਉਹਨਾਂ ਨੂੰ ਲੀਡ ਕਰਕੇ ਵਿਕਟਰੀ ਫੋਰਸ ਦੇ ਵਿੱਚ ਬਦਲਿਆ। ਇਹ ਦੁਨੀਆ ਦੀਆਂ ਜਦੋਂ ਤੁਸੀਂ ਜੰਗਾਂ ਦੀ ਹਿਸਟਰੀ ਵੀ ਦੇਖੋਗੇ ਬੜਾ ਰੇਅਰ ਹੁੰਦਾ ਕਿ ਬਈ ਉਹ ਜੇਤੂ ਹੋ ਕੇ ਨਿਬੜਦੇ ਨੇ ਉਸ ਜੰਗ ਨੂੰ, ਭਾਵੇਂ ਉਹਨਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ। ਔਰ ਫਿਰ ਜਿਹੜੇ ਕਰੈਕਟਰ ਇਹ ਸਾਰੇ ਪੀਰੀਅਡ ਦੇ ਵਿੱਚ ਗੁਰੂ ਸਾਹਿਬ ਦੇ ਆਪਣੇ ਪੀਰੀਅਡ 'ਚ ਅਸੀਂ ਬਹਾਦਰ ਸਿੰਘਣੀਆਂ, ਬੀਬੀ ਦੀਪ ਕੌਰ ਔਰ ਦੂਸਰਿਆਂ ਦਾ ਜ਼ਿਕਰ ਪੜ੍ਹਦੇ ਹਾਂ। ਫਿਰ ਸਦਾ ਕੌਰ, ਜਦੋਂ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਲਾਹੌਰ ਦੇ ਤਖਤ ਤੇ 18-19 ਸਾਲ ਦੀ ਉਮਰ 'ਚੋਂ ਬੈਠਦੇ ਨੇ, ਉਹ ਮਿਸਲ ਦੀ ਸਰਦਾਰ ਵੀ ਹੈ ਸਦਾ ਕੌਰ, ਔਰ ਲਾਹੌਰ ਫਤਿਹ ਵੀ ਇੱਕ ਸੱਚ ਹੈ ਮਹਾਰਾਜਾ ਰਣਜੀਤ ਸਿੰਘ ਦੀ, ਔਰ ਇੱਕ ਵਾਈਜ਼ ਸਟੇਟਸਵੂਮਨ। ਫਿਰ ਸਾਹਿਬ ਕੌਰ ਪਟਿਆਲਾ, ਜਿਨ੍ਹਾਂ ਨੇ ਜਿਹੜੇ ਮਰਾਠੇ ਇਸ ਮਾਣ ਦੇ ਨਾਲ ਕਿ ਜੀ ਲਾਹੌਰ ਪੰਜਾਬ ਅਸੀਂ ਹੁਣ ਹਮੇਸ਼ਾ ਲਈ ਰੱਖਣਾ ਹੈ, ਔਰ ਐਸਾ ਜ਼ਬਰ ਉਹਨਾਂ ਦੇ ਪੀਰੀਅਡ 'ਚ ਵੀ ਹੋਇਆ ਜੋ 2 ਸਾਲ ਪੰਜਾਬ ਦੇ ਅਰਾਊਂਡ ਰਹੇ, ਜਿਹਦੇ ਬਾਰੇ ਪੰਜਾਬ ਦੀਆਂ ਬੋਲੀਆਂ 'ਚ ਬੋਲੀ ਹੈ ਕਿ ਅਜੇ ਆਏ ਮਰਾਠੇ ਜਿਨ੍ਹਾਂ ਵਸਦਿਆਂ ਵੀ ਪੱਟੇ। ਲੇਕਿਨ ਰਾਣੀ ਸਾਹਿਬ ਕੌਰ ਨੇ, ਉਹ ਭਾਵੇਂ ਆਪਣੇ ਭਰਾ ਦੀ ਮਦਦ ਦੇ ਉੱਤੇ ਹੀ ਆਈ ਸੀ, ਆਪ ਤਾਂ ਹੋਰ ਰਿਆਸਤ 'ਚ ਵੀ ਆਈ ਹੋਈ ਸੀ, ਲੇਕਿਨ ਉਹਨਾਂ ਨੂੰ ਡਿਫੀਟ ਕਰਕੇ ਪੰਜਾਬ 'ਚੋਂ ਭਜਾਇਆ। ਔਰ ਫਿਰ ਅਸੀਂ ਉਹ ਸਾਰੇ ਦੌਰ ਦੀਆਂ ਹੋਰ ਕਿੰਨੀਆਂ ਸਿੰਘਣੀਆਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਜਦੋਂ ਅਸੀਂ ਸਪਾਈ, ਅੱਜ ਵੀ ਵੈਮਨ ਐਜ਼ ਏ ਸਪਾਈ ਜਾਂ ਖੁਫੀਆ ਜਾਣਕਾਰੀ ਲਈ ਇਸਤੇਮਾਲ ਹੁੰਦਾ ਹੈ, ਲੇਕਿਨ ਉਸ ਪੀਰੀਅਡ 'ਚ ਸਾਂਢਣੀ ਸਵਾਰ ਬੀਬੀ ਹਰਸ਼ਰਨ ਕੌਰ ਕਿਵੇਂ ਜਮਰੌਦ ਦੇ ਕਿਲੇ 'ਚੋਂ ਕਿਸ ਕਿਸਮ ਦੀ ਜਾਣਕਾਰੀ
ਉਹ ਹਰੀ ਸਿੰਘ ਨਲੂਏ ਤੱਕ ਪਹੁੰਚਾਉਂਦੇ ਨੇ। ਇਸ ਕਿਸਮ ਦਾ ਬਹੁਤ ਸਾਰਾ ਪਾਰਟ ਹੈ ਜਿਹਨੂੰ ਜੇ ਹਾਲਾਂ ਬਹੁਤ ਸਾਰਿਆਂ ਨੇ, ਗਿਆਨੀ ਤਰਲੋਕ ਸਿੰਘ, ਦੂਸਰੇ ਹਿਸਟੋਰੀਅਨਸ ਨੇ, ਆਦਰਸ਼ਕ ਸਿੰਘਣੀਆਂ, ਬਹਾਦਰ ਸਿੰਘਣੀਆਂ, ਇਹਨਾਂ ਦੇ ਥੱਲੇ ਕਈ ਕੁਛ ਲਿਖਿਆ। ਫਿਰ ਮੈਂ ਤਾਂ ਜੰਪ ਕਰ ਰਿਹਾ, ਮਹਾਰਾਣੀ ਜਿੰਦਾ ਜਿਸ ਵਰਗੀ, ਜਿਸ ਬਾਰੇ ਅੰਗਰੇਜ਼ਾਂ ਦੀਆਂ ਖੁਫੀਆ ਰਿਪੋਰਟਾਂ 'ਚ ਸੀ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਦਰਬਾਰ, ਇਹ ਇੱਕ ਮਰਦ ਹੈ, ਬਾਕੀ ਤਾਂ ਸਾਰੇ ਕੋਈ ਜਗੀਰਾਂ ਦੇ ਲਾਲਚ ਨੂੰ, ਕੋਈ ਡਰਦੇ ਆ ਜਿਹੜੇ ਨੇ ਉਹ ਚੱਡਿਆਂ 'ਚ ਪੂਛ ਦੇ ਲਈ ਸੀ ਉਹਨਾਂ ਨੇ। ਜਿੰਦਾ ਖਲੋਤੀ ਔਰ ਅਖੀਰ ਤੱਕ, ਭਾਵੇਂ ਉਹਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ, ਰੁਲ ਗਈ ਕਈ ਵਰਿਆਂ ਬਾਅਦ, ਪਰ ਮਰਨ ਤੋਂ ਪਹਿਲਾਂ ਵੀ ਜਿੱਥੇ ਉਹਨੇ ਆਪਣੇ ਬੱਚੇ ਦੇ ਮਨ 'ਚ ਉਹੀ ਰਿਬੈਲੀਅਨ ਭਰਿਆ, ਸਿੱਖੀ ਵਾਲਾ, ਨਾਲ ਹੀ ਇਹ ਕਿਹਾ ਕਿ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੇ। ਹੁਣ ਇਹ ਉਸ ਦੌਰ ਦੀਆਂ ਮਾਤਾਵਾਂ ਦੀ ਗੱਲ ਹੈ ਜਿਨ੍ਹਾਂ ਨੂੰ ਅਸੀਂ ਜਦੋਂ 18ਵੀਂ ਸਦੀ ਦੀਆਂ ਉਹ ਮਾਤਾਵਾਂ, ਉਹ ਭੈਣਾਂ ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਹਾਂ ਕਿ ਭਾਈ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟੇ ਕਰਵਾ ਕੇ ਹਾਰ ਗਲਾਂ 'ਚ ਪਵਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ਉਹ ਮਾਤਾਵਾਂ, ਉਹ ਭੈਣਾਂ ਜਿਹੜੀਆਂ ਦਿਨੇ ਚੱਕੀ ਪੀਂਦੇ ਆ ਉਸ ਕੋਟ ਲਖਪਤ ਜੇਲ੍ਹ ਦੇ ਵਿੱਚ, ਤੇ ਬੱਚਿਆਂ ਦੇ ਹਾਰ ਬਣਾਏ ਹੋਏ ਨੇ, ਉਹਨਾਂ ਦੇ ਗਲਾਂ 'ਚ ਪਾਏ ਹੋਏ ਨੇ ਟੋਟੇ ਕਰਕੇ। ਸ਼ਾਮ ਦੀ ਅਰਦਾਸ ਹੁੰਦੀ ਹੈ, ਰਹਿਰਾਸ ਰਲ ਕੇ ਕਰਦੀਆਂ ਨੇ, ਤੇ ਫਿਰ ਅਰਦਾਸ ਕਰਦੀਆਂ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, 4 ਪਹਿਰ ਦਿਨ ਸੁੱਖਾਂ ਦਾ ਬਤੀਤ ਹੋਇਆ, 4 ਪਹਿਰ ਰਾਤ ਆਈ ਹੈ ਸੁੱਖਾਂ ਨਾਲ। ਉਹ ਜਿਹੜਾ ਸਿਦਕ, ਸਬਰ, ਸ਼ੁਕਰ, ਔਰ ਉਹ ਕੱਲਾ ਸ਼ਹਾਦਤਾਂ ਤੱਕ ਜਾਂ ਪੋਲੀਟੀਕਲ ਫਿਗਰਸ ਤੱਕ ਨਹੀਂ, ਉਹ ਅਸੀਂ ਆਪਣੀਆਂ ਮਾਤਾਵਾਂ ਦੀ ਜਨਰੇਸ਼ਨ 'ਚ ਦੇਖਿਆ, ਆਪਣੀਆਂ ਦਾਦੀਆਂ ਨਾਨੀਆਂ ਦੀ ਜਨਰੇਸ਼ਨ 'ਚ ਦੇਖਿਆ, ਆਪਣੀ ਉਸ ਸਾਰੇ ਦੌਰ ਦੀ ਜੇ ਗੱਲ ਕਰੀਏ ਤੇ ਫਿਰ ਉਹ ਮਾਂ ਘਰ ਦੀ ਜਿਹੜੀ ਸਭ ਤੋਂ ਪਹਿਲਾਂ ਸਵੇਰੇ ਜਾਗਦੀ ਹੈ ਤੇ ਸਭ ਤੋਂ ਅਖੀਰ 'ਚ ਸੌਂਦੀ ਹੈ, ਕਿੰਨਿਆਂ ਦਾ ਦਰਦ ਲੈ ਕੇ। ਔਰ ਬਹੁਤ ਵਾਰ ਮਾਵਾਂ ਨੂੰ ਫਿਰ ਵੀ ਹੁਣ ਦੇ ਪੀਰੀਅਡ 'ਚ ਥੋੜਾ ਬਹੁਤ ਡਿਊ ਕ੍ਰੈਡਿਟ ਮਿਲਦਾ ਹੈ ਵਾਈਫ, ਜੀਵਨ ਸਾਥਣ। ਤੁਸੀਂ ਕਿਉਂਕਿ ਬਹੁਤ ਕੁਝ ਐਸਾ ਹੈ ਹਿਸਟਰੀ ਦਾ ਕਿ ਵੀ ਅਸੀਂ ਇਵੇਂ ਜੰਪ ਕਰ ਜਾਂਦੇ ਹਾਂ। ਹੁਣ ਮੈਂ ਬਹੁਤ ਵਾਰ ਦੇਖਦਾ ਕਿ ਵੀ ਜਦੋਂ ਬੰਦਾ ਕੋਈ ਡਿਸਾਈਡ ਕਰਦਾ, ਭਾਵੇਂ ਉਹ ਰੂਹਾਨੀ ਸਫ਼ਰ ਦੇ ਵਿੱਚ ਕੋਈ ਥਾਂ, ਕੋਈ ਆਪਣਾ ਮੁਕਾਮ ਚੁਣਦਾ ਜਾਂ ਬਣਾਉਂਦਾ, ਜਾਂ ਸਿਆਸੀ ਸਫ਼ਰ 'ਚ ਕਰਦਾ ਜਾਂ ਦੂਜਾ, ਸਭ ਤੋਂ ਜ਼ਿਆਦਾ ਇਫੈਕਟਡ ਤਾਂ ਜੀਵਨ ਸਾਥਣ ਹੁੰਦੀ ਹੈ। ਬਿਮਾਰੀ ਹੈ, ਤੰਗਦਸਤੀ ਹੈ, ਬੰਦੇ ਨੂੰ ਜਿਹੜੀਆਂ ਨੇ ਉਹ ਤੰਗਦਸਤੀਆਂ 'ਚੋਂ ਗੁਜ਼ਰਨਾ ਪੈਂਦਾ, ਖਾਸ ਤੌਰ ਤੇ ਜਿਹੜੇ ਕੋਈ ਵੀ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਨਿਕਲਦੇ ਨੇ। ਤੇ ਜੇ ਅਸੀਂ ਆਪਣੇ ਇਹਨਾਂ 4 ਦਹਾਈਆਂ ਵੱਲ ਨਜ਼ਰ ਮਾਰੀਏ, ਖਾਲਿਸਤਾਨ ਦੀ ਲਹਿਰ ਔਰ ਦੂਸਰੇ ਸ਼ਹੀਦ ਭਾਈ ਫੌਜਾ ਸਿੰਘ ਤੋਂ ਜੇ ਅਸੀਂ 1978 ਤੋਂ ਜਾਈਏ, ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੀਆਂ ਜੀਵਨ ਸਾਥਣਾ ਸਿੰਘਣੀਆਂ, ਉਹਨਾਂ ਦੇ ਅੱਗੋਂ ਬੱਚੇ, ਉਹਨਾਂ ਨੇ ਕਿਵੇਂ ਪਾਲਿਆ, ਕਿਵੇਂ ਕੀਤਾ। ਔਰ ਅਸੀਂ ਆਪਣੇ ਸੰਘਰਸ਼ ਦੇ ਵਿੱਚ ਜਦੋਂ ਫਿਰ ਉਹਨਾਂ ਮਾਤਾਵਾਂ ਭੈਣਾਂ ਦੀ ਗੱਲ ਕਰਦੇ ਹਾਂ, ਜੇ ਬੇਅੰਤ ਸਿੰਘ ਜਿਨ੍ਹਾਂ ਦੇ ਬੱਚੇ ਨੇ ਉਹ ਸ਼ਹਾਦਤ ਪਾਉਂਦੇ ਨੇ, ਇੰਦਰਾ ਗਾਂਧੀ ਨੂੰ ਸੋਧਦੇ ਆ, ਬੀਬੀ ਬਿਮਲ ਕੌਰ ਖਾਲਸਾ ਉਸ ਝੰਡੇ ਨੂੰ ਚੁੱਕ ਲੈਂਦੀ ਹੈ। ਫਿਰ ਅਸੀਂ ਇਹ ਮਾਤਾਵਾਂ ਜਿੰਦੇ ਸੁੱਖੇ ਤੋਂ ਲੈ ਕੇ ਅੱਜ ਤੱਕ ਜਿੰਨੇ ਕਿੰਨਿਆਂ ਕੁ ਦਾ ਜ਼ਿਕਰ ਕੀਤਾ ਜਾਏ, ਔਰ ਸੰਘਰਸ਼ ਦੇ ਵਿੱਚ ਉਹ ਸਿੰਘਣੀਆਂ ਵੀ ਜਿਨ੍ਹਾਂ ਨੇ ਸਿੰਘਾਂ ਦੇ ਨਾਲ ਖੁਦ ਚੋਣ ਕੀਤੀ ਔਰ ਹਥਿਆਰਬੰਦ ਹੋ ਕੇ ਨਾਲ ਉਹਨਾਂ ਦੇ ਸ਼ਹਾਦਤਾਂ ਪਾਈਆਂ। ਔਰ ਪਿਕਚਰ ਇੱਕ ਜਿਹੜੀ ਹੈ ਤਿੰਨਾਂ ਚੋਂ ਇੱਕ ਪਿਕਚਰ ਉਹ ਹੈ ਜਿਹੜੀਆਂ ਅਜੋਕੇ ਦੌਰ ਦੀਆਂ ਬੀਬੀਆਂ ਸ਼ਹੀਦ ਹੋਈਆਂ ਨੇ। ਸੋ ਮੈਨੂੰ ਲੱਗਾ ਕਿ ਜਿੱਥੇ ਅਸੀਂ ਇਸ ਇੰਟਰਨੈਸ਼ਨਲ ਵੂਮਨ ਡੇ ਦੇ ਉੱਤੇ, ਜਿਹਦਾ ਇਸ ਸਾਲ ਦਾ ਥੀਮ ਤਾਂ ਇਹ ਹੈ ਕਿ ਇਨਵੈਸਟ ਇਨ ਵੂਮਨ, ਐਕਸਲਰੇਟ ਪ੍ਰੋਗਰੈਸ, ਕਿ ਭਾਈ ਔਰਤਾਂ ਦੇ ਵਿੱਚ ਇਨਵੈਸਟ ਕਰੋ ਦਾ ਮਤਲਬ ਹੈ ਵੀ ਇਹਨਾਂ ਦਾ ਧਿਆਨ ਰੱਖੋ ਜਾਂ ਬਣਦਾ ਡਿਊ ਦਿਓ ਜਾਂ ਐਨਕਰੇਜ ਕਰੋ, ਤੇ ਇਹਦੇ ਨਾਲ ਹੀ ਜਿਹੜੀ ਹੈ ਉਹ ਪ੍ਰੋਗਰੈਸ ਜੁੜੀ ਹੋਈ ਹੈ। ਜੇ ਅਸੀਂ ਪੱਛਮੀ ਸਮਾਜ, ਯੂਰਪ ਜਾਂ ਅਮਰੀਕਾ, ਇਹਨਾਂ ਦੀ ਤਰੱਕੀ ਦੇਖਦੇ ਤੇ 1930ਵਿਆਂ ਦੇ ਵਿੱਚ ਇੱਥੇ ਵਰਕਫੋਰਸ ਦੇ ਵਿੱਚ ਔਰਤਾਂ ਆਈਆਂ, ਅਦਰਵਾਈਜ਼ ਉਹਨਾਂ ਦਾ ਕੰਮ ਵੀ ਬੱਚੇ ਜੰਮਣਾ ਜਾਂ ਘਰ ਨੂੰ ਸਾਂਭਣਾ ਹੀ ਸੀ, ਉਸ ਤੋਂ ਬਿਯੋਂਡ ਤਾਂ ਨਹੀਂ ਸੀ। ਤੇ ਤੁਸੀਂ ਦੇਖੋ ਕਿੱਥੇ ਔਰਤਾਂ ਚਲੀਆਂ ਗਈਆਂ, ਸੁਸਾਇਟੀ ਨੂੰ ਕਿੱਥੇ ਲੈ ਗਈਆਂ। ਇਹ ਠੀਕ ਹੈ, ਹਰ ਚੀਜ਼ ਦੀ ਫਲਿਪ ਸਾਈਡ ਵੀ ਹੁੰਦੀ ਹੈ, ਪਰ ਇਹ ਸਟਰਗਲ ਜਾਂ ਇਹ ਰਾਈਟ ਬਹੁਤ ਸਾਰਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਅਮਰੀਕਾ ਦੇ ਵਿੱਚ ਵੋਟ ਦੇਣ ਦਾ ਹੱਕ ਔਰਤਾਂ ਨੂੰ 1920 ਦੇ ਵਿੱਚ ਮਿਲਿਆ। ਦੁਨੀਆ 'ਚ ਨਿਊਜ਼ੀਲੈਂਡ ਪਹਿਲਾ ਮੁਲਕ ਸੀ ਜਿਹਨੇ ਵੋਟਿੰਗ ਰਾਈਟ ਦਿੱਤਾ, ਔਰ ਕਿੰਨੀ ਸਟਰਗਲ ਤੋਂ ਬਾਅਦ ਅਸੀਂ ਬੀਬੀ ਮਹਾਰਾਣੀ ਜਿੰਦਾਂ ਦੀ ਗੱਲ ਕੀਤੀ। ਹੁਣ ਉਸ ਦੀ ਪੋਤੀ ਸੋਫੀਆ ਦਲੀਪ ਸਿੰਘ, ਉਹ ਬਹਾਦਰ ਔਰਤ ਹੈ, ਦਲੀਪ ਸਿੰਘ ਦੀ ਬੱਚੀ,
ਜਿਹੜੀ ਇੰਗਲੈਂਡ ਦੇ ਵਿੱਚ ਜਿਹੜੀ ਹੈ ਉਹ ਵੋਟਾਂ ਦਾ ਹੱਕ ਦਿਵਾਉਣ ਦੇ ਲਈ ਰੈਲੀਆਂ ਆਰਗੇਨਾਈਜ਼ ਕਰਦੀ ਹੈ, ਪਾਰਲੀਮੈਂਟ 'ਚ ਜਾ ਵੜਦੀ ਹੈ ਲੀਡ ਲੈ ਕੇ ਸਾਰੇ ਗਰੁੱਪ ਨੂੰ ਦੂਜੇ ਨੂੰ। ਸੋ ਇਹ ਸੌਖਾ ਨਹੀਂ ਹੈ, ਇਹ ਤਾਂ ਸੈਲੀਬ੍ਰੇਟਡ ਹੈ ਹੀ ਨੇ ਵਿਮਨ ਜਿਨ੍ਹਾਂ ਨੇ ਹਿਸਟਰੀ ਰਚੀ। ਪਰ ਮੈਂ ਸਮਝਦਾ ਵੀ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਉਹ ਬੀਬੀਆਂ ਮਜ਼ਦੂਰੀ ਕਰਨ ਵਾਲੀਆਂ, ਘਰਾਂ ਦੇ ਵਿੱਚ ਜਿਹੜੀਆਂ ਹਾਰਡਸ਼ਿਪ 'ਚੋਂ ਗੁਜ਼ਰਦੀਆਂ, ਕਿਵੇਂ ਆਪਣੇ ਬੱਚਿਆਂ ਨੂੰ, ਆਪਣੇ ਭੈਣਾਂ ਜਿਨ੍ਹਾਂ ਦਾ ਰੋਲ ਆਪਣੇ ਭਰਾਵਾਂ ਦੇ ਲਈ ਕਿਸ ਕਿਸਮ ਦਾ ਹੁੰਦਾ ਹੈ। ਇੱਥੇ ਵੀ ਅਮਰੀਕਾ 'ਚ ਭਾਵੇਂ ਯੂਨਾਈਟਿਡ ਨੇਸ਼ਨ ਨੇ 1975 ਦੇ ਵਿੱਚ ਇਹਨੂੰ ਰੈਕਗਨਾਈਜ਼ ਕੀਤਾ, ਪਰ ਅਮਰੀਕਾ ਦੇ ਵਿੱਚ ਪਹਿਲਾ ਵਿਮਨ ਰਾਈਟ ਡੇ ਜਿਹੜਾ 28 ਫਰਵਰੀ 1909 ਨੂੰ ਜਿਹੜਾ ਹੈ ਉਹ ਨਿਊਯਾਰਕ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਸੀ। ਔਰ ਇਹ ਵੀ ਸੀ ਕੰਮ ਕਰਨ ਵਾਲੀਆਂ ਔਰਤਾਂ, ਉਹਨਾਂ ਦੇ ਹੱਕਾਂ ਦੇ ਲਈ। ਸੋ ਈਵਨ ਇਸ ਦਿਨ ਨੂੰ UN ਤੱਕ ਰੈਕਗਨਾਈਜ਼ ਕਰਵਾਉਣ ਲਈ ਵੀ ਵਿਮਨ ਨੇ ਬੜੀ ਸਟਰਗਲ ਕੀਤੀ ਹੋਈ ਹੈ। ਹੁਣ ਤਾਂ ਇਹਨੂੰ ਕਿਉਂਕਿ UN ਜਨਰਲ ਅਸੈਂਬਲੀ ਨੇ ਪਾਸ ਕੀਤਾ ਹੈ, ਦੁਨੀਆ ਭਰ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ। ਸੋ ਅਸੀਂ ਜਿੱਥੇ ਇਸ ਦਿਨ ਦੇ ਮੌਕੇ ਆਪਣੀਆਂ ਮਾਤਾਵਾਂ, ਭੈਣਾਂ, ਬੱਚੀਆਂ, ਜੀਵਨ ਸਾਥਣਾਂ ਔਰ ਬਾਕੀ ਜਿਹੜੇ ਵੀ ਜਿਸ ਵੀ ਕੋਈ ਇੰਡਸਟਰੀ 'ਚ ਹੈ, ਕੋਈ ਐਗਰੀਕਲਚਰ 'ਚ ਹੈ, ਐਗਰੀਕਲਚਰ ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ, ਕਿੰਨਾ ਵੱਡਾ ਰੋਲ। ਔਰ ਮੈਂ ਦੇਖ ਰਿਹਾ ਸੀ, ਜਿਹੜੀ ਮੈਂ ਇੱਕ ਪਿਕਚਰ ਉਹਨਾਂ ਤਿੰਨਾਂ 'ਚੋਂ ਹੈ, ਉਹ ਬੀਬੀਆਂ ਜਿਹੜੀਆਂ ਕਿਸਾਨ ਮੋਰਚੇ ਦੇ ਵਿੱਚ ਆ ਕੇ ਬੈਠੀਆਂ ਔਰ ਉਹਨਾਂ ਨੇ ਉੱਥੇ ਅੱਜ ਇਹ ਵਿਮਨ ਡੇ ਮਨਾਇਆ। ਇਹ ਹੁੰਦਾ ਜਦੋਂ ਦੁਨੀਆ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਬੀਬੀਆਂ ਨੇ। ਇਕੱਲਾ ਹੁਣ ਨਹੀਂ, ਜਦੋਂ 13 ਮਹੀਨੇ ਦਿੱਲੀ ਦੀਆਂ ਬਰੂਆਂ ਤੇ ਮੋਰਚਾ ਚੱਲਿਆ ਔਰ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਵਿਮਨ ਦੀ ਪਾਰਟਿਸਿਪੇਸ਼ਨ, ਕਿਉਂਕਿ ਘਰ ਗ੍ਰਸਤੀ ਚਲਾਉਣ ਦਾ ਬੰਦਾ ਤਾਂ ਚਲੋ ਜੋ ਕੰਮ ਕਰਦਾ ਕਿਤੇ ਆ ਕੇ ਔਰਤ ਦੀ ਤਲੀ ਤੇ ਧਰ ਦਿੰਦਾ ਹੈ। ਘਰ ਕਿਵੇਂ ਚਲਾਉਣਾ ਹੈ, ਕਿਵੇਂ ਪਾਲਣਾ ਹੈ, ਕਿਵੇਂ ਨਿਭਣਾ ਹੈ, ਕਿਵੇਂ ਸਾਰਾ ਕਰਨਾ ਹੈ, ਔਰਤ ਦਾ ਕੋਈ ਛੋਟਾ ਰੋਲ ਨਹੀਂ ਹੈ। ਔਰ ਮੈਂ ਸਮਝਦਾ ਵੀ ਜੇ ਅਕਾਲ ਪੁਰਖ ਨੇ, ਰੱਬ ਨੇ ਸਭ ਤੋਂ ਕੋਈ ਖੂਬਸੂਰਤ ਚੀਜ਼ ਬਣਾਈ ਹੈ ਉਹਦੀ ਕ੍ਰੀਏਸ਼ਨ 'ਚ, ਆਦਮੀ ਆਪਣੇ ਆਪ 'ਚ ਐਡਮ ਐਂਡ ਈਵ ਦੀ ਕਹਾਣੀ ਭਾਵੇਂ ਕਿਸੇ ਹੋਰ ਪਾਸੇ ਲਿਜਾਂਦੀ ਹੈ। ਮੈਂ ਸਮਝਦਾ ਵੀ ਇਹ ਉਸ ਦੀ ਸਭ ਤੋਂ ਵੱਡੀ ਗਿਫਟ ਹੈ ਜਿਹੜੀ ਔਰਤ ਦੇ ਰੂਪ 'ਚ ਇਸ ਧਰਤੀ ਦੇ ਉੱਤੇ, ਔਰ ਧਰਤੀ ਵਾਲੇ ਹੀ ਸਾਰੇ ਗੁਣ ਜਿਹੜੇ ਗੁਣ ਧਰਤੀ 'ਚ ਨੇ ਉਹ ਰੱਬ ਨੇ ਔਰਤ ਦੇ ਵਿੱਚ ਰੱਖੇ ਨੇ। ਹਾਲਾਂ ਜਦੋਂ ਰੁੱਖਾਂ ਦੀ ਜਿਰਾਂਦ ਕਿਹਾ ਜਾਂਦਾ ਹੈ, ਜਿਰਾਂਦ ਪੇਸ਼ੈਂਸ ਨੂੰ ਕਹਿੰਦੇ ਨੇ ਕਿ ਰੁੱਖ ਇੱਕ ਥਾਂ ਖੜੇ ਨੇ। ਮੈਂ ਸਮਝਦਾ ਕਿ ਭਾਈ ਇਹ ਜੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਾਨਕ ਭੰਡਾ ਬਾਹਰ ਆ ਇੱਕੋ ਸੱਚਾ ਸੋਈ, ਉਹ ਤਾਂ ਰੁਤਬਾ ਹੈ ਹੀ ਹੈ। ਪਰ ਜਿਵੇਂ ਧਰਤੀ ਸਭ ਕੁਝ ਜਰਦੀ ਹੈ, ਫਿਰ ਵੀ ਉਸ ਦੇ ਵਿੱਚ ਤੁਸੀਂ ਕਰਦੇ ਹੋ, ਫਿਰ ਵੀ ਉਸ ਚੋਂ ਪ੍ਰੋਡਕਟਿਵਿਟੀ ਔਰ ਉਸ ਚੋਂ ਜਿਹੜੀ ਆ ਕ੍ਰੀਏਸ਼ਨ ਨਿਕਲਦੀ ਹੈ। ਇਸੇ ਤਰ੍ਹਾਂ ਔਰਤ ਕ੍ਰੀਏਸ਼ਨ ਦਾ ਨਾਂ ਹੈ। ਹਾਂ, ਇਹ ਮੈਂ ਜ਼ਰੂਰ ਕਲੋਜ਼ਿੰਗ 'ਚ ਕਹਾਂਗਾ ਕਿ ਭਾਈ ਇੱਕ ਜਿਵੇਂ ਫਰੀडम ਦੇ ਨਾਂ ਥੱਲੇ ਬਹੁਤ ਕੁਛ ਐਸਾ ਜਿਹੜਾ ਪੱਛਮੀ ਸਮਾਜ ਨੇ ਅਜੇ ਕੁਛ ਤਜਰਬੇ ਕੀਤੇ ਨੇ, ਕੁਛ ਜੋ ਜਿਹੜੇ ਨੇ ਡਿੱਗੇ ਨੇ ਫਿਰ ਖੜੇ ਹੁੰਦੇ ਨੇ। ਸਾਡੀਆਂ ਵੈਲਿਊਜ਼, ਸਾਡਾ ਵੈਲਿਊ ਸਿਸਟਮ ਸਿੱਖੀ ਦਾ, ਜਿੱਥੇ ਪੰਜ ਕਕਾਰੀ ਰੂਪ ਦੇ ਵਿੱਚ ਖਾਲਸਾ ਸਿੰਘ ਸਿੰਘਣੀ ਦਾ ਕਾਨਸੈਪਟ ਹੈ, ਇੱਕ ਖੂਬਸੂਰਤ ਕਾਨਸੈਪਟ ਹੈ। ਔਰ ਸਿੰਪਲ ਫਰੀडम ਦੇ ਨਾਂ ਥੱਲੇ ਜਾਂ ਆਜ਼ਾਦੀ ਦੇ ਨਾਂ ਥੱਲੇ ਜਾਂ ਵੈਸਟਰਨ ਵੈਲਿਊਜ਼ ਦੇ ਨਾਂ ਥੱਲੇ ਜਾਂ ਜੋ ਪੁਰਾਤਨਤਾ ਦੀਆਂ ਖੂਬਸੂਰਤੀਆਂ ਨੇ ਉਹਨੂੰ ਮਹਿਜ਼ ਆਰਥੋਡਾਕਸੀ ਜਾਂ ਪੁਰਾਣੇ ਵਿਚਾਰ ਕਹਿ ਕੇ ਸਿਰਫ ਆਪਣੀ ਸਰੀਰ ਦੀ ਨੁਮਾਇਸ਼ ਕਰਨ ਨੂੰ ਜਾਂ ਉਸ ਨੂੰ ਵੀ ਇੱਕ ਕਮੋਡਿਟੀ ਵਾਂਗ ਬਣਾ ਕੇ ਜੋ ਕੁਛ ਕਿ ਮਰਦ ਪ੍ਰਧਾਨ ਸਮਾਜ ਨੇ ਜਿਨ੍ਹਾਂ ਨੇ ਉਹ ਵੇਸਵਾਵਾਂ ਔਰ ਦੂਸਰੇ ਉਹ ਸਾਰੇ ਨੂੰ ਪ੍ਰੋਫੈਸ਼ਨ ਦੇ ਤੌਰ ਤੇ ਬਣਾਇਆ, ਅੱਜ ਉਹ ਫੈਸ਼ਨ ਇੰਡਸਟਰੀ ਹੋਏ ਜਾਂ ਬਿਊਟੀ ਪੇਜਨ ਹੋਣ ਜਾਂ ਕੋਈ ਹੋਰ ਇਸ ਕਿਸਮ ਦਾ ਹੋਏ ਔਰ ਐਡਵਰਟਾਈਜ਼ਮੈਂਟਸ ਲਈ ਵੀ ਜਿਵੇਂ ਵਰਤਿਆ ਜਾਂਦਾ ਹੈ ਔਰ ਮਾਡਲਿੰਗ ਦੇ ਨਾਂ ਥੱਲੇ ਜੋ ਕੁਝ ਹੁੰਦਾ ਹੈ, ਇਹ ਸਾਰਾ ਮੈਂ ਉਹਦੇ ਵੇਰ ਵਿੱਚ ਨਹੀਂ ਜਾਵਾਂਗਾ। ਲੇਕਿਨ ਇਹ ਅਗੇਨ ਡੈਨੀਗ੍ਰੇਸ਼ਨ ਹੈ ਔਰਤ ਦੀ। ਔਰਤ ਦਾ ਇੱਕ ਆਪਣਾ ਵਕਾਰ ਹੈ, ਉਸ ਦੀ ਇੱਕ ਰੂਹ ਹੈ ਜਿਸ ਨੂੰ ਗੁਰੂ ਸਾਹਿਬਾਨ ਨੇ ਜਿਹੜਾ ਪ੍ਰੋਪਰ ਜਿੱਥੇ ਰੁਤਬਾ ਦਿੱਤਾ ਹੈ ਉੱਥੇ ਸਾਡੇ ਸਾਹਮਣੇ ਉਹ ਚੈਲੰਜਸ ਵੀ ਨੇ। ਔਰ ਗੁਰੂ ਦੇ ਲੜ ਲੱਗ ਕੇ ਅਸੀਂ ਜਿਹੜਾ ਗੁਰਸਿੱਖੀ ਜੀਵਨ ਦੇ ਵਿੱਚ ਜੀਵਨ ਦੀਆਂ ਨਿਯਮਤਾਂ ਨੂੰ ਵੀ ਬਾਣ ਸਕਦੇ ਹਾਂ, ਹੱਸਣਦਿਆਂ, ਖਿਲਣਦਿਆਂ, ਪਹਿਨਣਦਿਆਂ, ਖਾਵਣਦਿਆਂ, ਵਿੱਚੇ ਹੋਵੇ ਮੁਕਤ। ਪਰ ਇਸ ਤੋਂ ਵੀ ਸਾਨੂੰ ਇਹ ਬਚਣ ਦੀ ਲੋੜ ਹੈ ਕਿ ਜ਼ਿੰਦਗੀ ਸਿਰਫ ਇੱਕ ਰੰਗ ਤਮਾਸ਼ਾ ਨਹੀਂ ਹੈ।
ਜ਼ਿੰਦਗੀ ਸਿਰਫ ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਇਹ ਜਿਹੜਾ ਹੈ ਜ਼ਿੰਦਗੀ ਤੁਹਾਨੂੰ ਰੱਬ ਦੀ ਯਾਦ ਲਈ ਮਿਲੀ ਹੈ, ਇਸ ਨੂੰ ਜੇ ਰੰਗ ਤਮਾਸ਼ਿਆਂ ਦੇ ਵਿੱਚ ਗਵਾਵਾਂਗੇ ਤੇ ਫਿਰ ਧਨ ਜੋਬਨ ਦੋਏ ਵੈਰੀ ਹੋਏ। ਉਹ ਜਦੋਂ ਬਾਬਰ ਦੇ ਹਮਲੇ ਨੂੰ ਗੁਰੂ ਸਾਹਿਬ ਨੇ ਬਿਆਨਿਆ, ਉਹਨਾਂ ਨੇ ਕਿਹਾ ਕਿ ਭਾਈ ਇਹ ਅਕਾਲ ਪੁਰਖ ਦੀ ਰਹਿਮਤ ਵੀ ਹੈ ਜਦੋਂ ਤੁਹਾਨੂੰ ਧਨ ਮਿਲਦਾ ਹੈ, ਜੋਬਨ ਮਿਲਦਾ ਹੈ, ਪਰ ਜੇ ਤੁਸੀਂ ਦੂਸਰੇ ਪਾਸੇ ਚਲੇ ਜਾਂਦੇ ਹੋ ਤੇ ਫਿਰ ਅਕਾਲ ਪੁਰਖ ਜਿਹੜਾ ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ, ਆਪਣੇ ਸਿਰੋਂ ਦੋਸ਼ ਨਹੀਂ ਲੈਂਦਾ, ਫਿਰ ਸਜ਼ਾ ਦੇਣ ਲਈ ਕਿਸੇ ਹੋਰ ਤਰੀਕੇ ਦੇ ਨਾਲ ਉਹ ਆ ਜਾਂਦਾ। ਸੋ ਇਸ ਜ਼ਿੰਦਗੀ ਨੂੰ, ਜੀਵਨ ਨੂੰ ਗੁਜ਼ਾਰੀਏ ਗੁਰਮਤ ਦੀ ਰੌਸ਼ਨੀ ਦੇ ਵਿੱਚ। ਸੋ ਇੱਕ ਵਾਰ ਫਿਰ ਅਸੀਂ ਸਮੁੱਚੇ ਇਸਤਰੀ ਵਰਗ ਨੂੰ, ਆਪਣੀ ਕੌਮ ਦੀ ਅਸੀਂ ਗੱਲ ਕੀਤੀ, ਪਰ ਕੁੱਲ ਇਨਸਾਨੀਅਤ ਨੂੰ ਅੱਗੇ ਤੋਰਨ ਦੇ ਲਈ ਜਿਨ੍ਹਾਂ ਨੇ ਜਿੱਥੇ ਜਿੱਥੇ ਵੀ ਕੋਈ ਨਰਸਿੰਗ ਰੂਪ 'ਚ ਹੈ, ਕੋਈ ਕਿਤੇ ਜਿਹੜਾ ਉਹ ਖਿਦਮਤ ਦੇ ਵਿੱਚ ਨੇ, ਔਰ ਉਹਨਾਂ ਸਾਰਿਆਂ ਨੂੰ ਹੀ ਅਸੀਂ ਸਲਾਮ ਪੇਸ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ, ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਉਂ ਜਾਪਦਾ ਹੈ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਹੋਰ 9 ਸਾਥੀ ਸਿੰਘਾਂ ਨੂੰ ਅਸਾਮ ਜੇਲ੍ਹ ਵਿੱਚ ਲੰਮੇ ਸਮੇਂ ਲਈ ਕੈਦ 'ਚ ਰੱਖਣ ਦਾ ਇਰਾਦਾ ਕਰ ਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਡਿਬਰੂਗੜ੍ਹ ਜੇਲ੍ਹ ਦੇ ਜੇਲ੍ਹ ਸੁਪਰਡੈਂਟ ਨਿਪਨ ਦਾਸ ਨੂੰ ਅਸਾਮ ਪੁਲਿਸ ਨੇ ਯੂਆਪਾ ਐਕਟ ਅਤੇ ਅਸਾਮ ਪ੍ਰਿਜ਼ਨਰਜ਼ ਐਕਟ ਥੱਲੇ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਜੇਲ੍ਹ ਸੁਪਰਡੈਂਟ ਤੇ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਉਸਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਜੇਲ੍ਹ ਵਿੱਚ ਸਮਾਰਟਫੋਨ, ਸਪਾਈ ਕੈਮਰੇ ਤੇ ਹੋਰ ਚੀਜ਼ਾਂ ਪ੍ਰੋਵਾਈਡ ਕੀਤੀਆਂ ਹਨ। ਸੋ ਜ਼ਾਹਿਰ ਹੈ ਕਿ ਇਹ ਬਨੋਟੀ ਕਹਾਣੀ ਇਸ ਲਈ ਬਣਾਈ ਗਈ ਹੈ ਕਿ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਤੇ ਵੀ ਯੂਆਪਾ ਅਤੇ ਹੋਰ ਅਸਾਮ ਦੇ ਕਾਨੂੰਨ ਲਾਗੂ ਕਰਕੇ ਉਹਨਾਂ ਨੂੰ ਅਸਾਮ ਚੋਂ ਬਾਹਰ ਨਾ ਨਿਕਲ ਦਿੱਤਾ ਜਾਵੇ।
ਸੋ ਵਿਊਅਰਸ ਯਾਦ ਰਹੇ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਜੀ ਅਤੇ ਜਿਹੜੇ ਹੋਰ ਸਾਥੀ ਸਿੰਘਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਮੋਰਚਾ ਉਹ ਲਗਾਇਆ ਹੋਇਆ ਹੈ ਤਾਂ ਕਿ ਪੰਜਾਬ ਚੋਂ ਉਹਨਾਂ ਨੂੰ ਲਿਆਂਦਾ ਜਾਵੇ ਅਸਾਮ ਦੀ ਜੇਲ੍ਹ ਚੋਂ ਕੱਢ ਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਰਸੋਂ ਅਸੀਂ ਇੱਕ ਫੁੱਲ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਔਰ ਇਹ ਕੌਮ ਨੂੰ ਵੰਗਾਰ ਵੀ ਪਾਈ ਸੀ, ਅਫਸੋਸ ਦਾ ਇਜ਼ਹਾਰ ਵੀ ਕੀਤਾ ਸੀ ਕਿ ਅਸੀਂ ਕਦੋਂ ਤੱਕ ਡੀਕਾਂਗੇ ਇਸ ਮੋਰਚੇ ਨੂੰ ਸਪੋਰਟ ਕਰਨ ਤੱਕ ਪਹੁੰਚਣ ਤੋਂ ਪਹਿਲਾਂ, ਕਿ ਅਸੀਂ ਡੀਕ ਰਹੇ ਹਾਂ ਵੀ ਕੋਈ ਅਸਾਮ ਤੋਂ ਡਿਬਰੂਗੜ੍ਹ ਤੋਂ ਡੈੱਡ ਬੋਡੀ ਆਏ, ਫਿਰ ਸਾਨੂੰ ਲੱਗੇ ਕਿ ਵੀ ਹੁਣ ਜਿਹੜਾ ਸਾਨੂੰ ਉਹਨਾਂ ਦੇ ਜਿਹੜਾ ਇਹਦੇ 'ਚ ਸ਼ਾਮਲ ਹੋਣਾ ਚਾਹੀਦਾ। ਹਾਲਾਂ ਸਾਡੇ ਕੁਝ ਵੀਰਾਂ ਨੇ ਇਸ ਦੇ ਉੱਤੇ ਈਵਨ ਇਹ ਵੀ ਕਿਹਾ ਕਿ ਜੀ ਇਹ ਤੁਸੀਂ ਕਾਫੀ ਸਖਤ ਵੰਗਾਰ ਪਾਈ ਔਰ ਅਸੀਂ ਵੀ ਝੰਜੋੜੇ ਗਏ। ਦੇਖੋ, ਗੱਲ ਇਹ ਨਹੀਂ ਹੈ, ਅਸੀਂ ਸਮਝਦੇ ਹਾਂ ਕਈ ਵਾਰ ਹਰ ਇੱਕ ਦੇ ਆਪਣੇ ਜਿਹੜੇ ਨੇ ਉਹ ਅੰਦੇਸ਼ੇ ਵੀ ਹੁੰਦੇ ਨੇ, ਹਰ ਕੋਈ ਹਰ ਸਥਿਤੀ ਨੂੰ ਆਪਣੇ ਢੰਗ ਨਾਲ ਦੇਖਦਾ, ਕਈਆਂ ਦੇ ਗਿਲੇ ਵੀ ਹੋਣਗੇ। ਬਿਲਕੁਲ। ਪਰ ਸਾਡੀ ਪਹੁੰਚ ਜਦੋਂ ਵੀ ਅਸੀਂ ਕਿਸੇ ਇਸ਼ੂ ਬਾਰੇ ਸਿੱਖੀ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਫਿਰ ਸਾਡੇ ਸਾਹਮਣੇ ਇਹ ਹੁੰਦਾ ਹੈ ਕਿ ਭਾਈ ਜਿਹੜਾ ਵੀ ਪੰਥ ਦੀ ਬਿਹਤਰੀ ਦੇ ਲਈ ਤੁਰਿਆ, ਜਿਸ ਨੇ ਉਸ ਚੈਲੰਜ ਨੂੰ ਸਵੀਕਾਰਿਆ, ਬੇਸ਼ੱਕ ਕੰਮ ਕਰਨ ਦੇ ਢੰਗ ਦੇ ਵਿੱਚ ਕੋਈ ਕਮਜ਼ੋਰ ਗੱਲ ਵੀ ਹੋਈ ਹੋਏ, ਲੇਕਿਨ ਐਟਲੀਸਟ ਜਿਹੜੀ ਭਾਵਨਾ ਹੈ ਉਹ ਗੁਰੂ ਪੰਥ ਦੀ ਸੇਵਾ ਦੀ ਸੀ। ਔਰ ਜਦੋਂ ਕੋਈ ਮੁਸ਼ਕਲ ਮੁਸੀਬਤ ਦੇ ਵਿੱਚ ਹੁੰਦਾ ਹੈ, ਪੰਥ ਦੇ ਝੰਡੇ ਨੂੰ ਜਿਸ ਨੇ ਚੁੱਕਿਆ ਹੋਇਆ, ਉਦੋਂ ਕੋਈ ਹੋਰ ਜਿਹੜੀ ਹੈ ਮਤਭੇਦ ਵਾਲੀ ਗੱਲ ਉਸ ਦੇ ਲਈ ਥਾਂ ਨਹੀਂ ਹੋਣੀ ਚਾਹੀਦੀ। ਸੋ ਅਸੀਂ ਇਹ ਵੀ ਦੇਖ ਰਹੇ ਸੀ ਕਿ ਵੀ ਜਿਉਂ-ਜਿਉਂ ਸੰਗਤ ਦਾ ਜ਼ੋਰ ਪੈ ਰਿਹਾ ਹੈ ਔਰ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਹੁਣ ਸ਼ਮੂਲੀਅਤ ਵੀ ਹੋਣੀ ਸ਼ੁਰੂ ਹੋਈ ਹੈ। ਹਾਲਾਂ ਅੱਡ-ਅੱਡ ਧੜੇ ਜਾਂ ਅੱਡ-ਅੱਡ ਗਰੁੱਪਾਂ ਦੇ ਵੀ ਜਿਹੜੇ ਨੇ ਉਹ ਜਾ ਰਹੇ ਨੇ ਆਪੋ ਆਪਣੇ ਜਥਿਆਂ ਦੇ ਨਾਲ। ਹਾਲਾਂ ਉਸ ਦੇ ਉੱਤੇ ਵੀ ਸਾਡੇ ਇੱਕ ਦੋ ਵੀਰਾਂ ਨੇ ਕਿਹਾ ਜੀ ਫਲਾਂ ਵੀ ਚਲਾ ਗਿਆ, ਫਲਾਂ। ਮੈਂ ਕਿਹਾ ਵੀ ਇਹਨੂੰ ਇਵੇਂ ਨਾ ਦੇਖੀਏ, ਜਿਹੜਾ ਭਾਵੇਂ ਜੋ ਵੀ ਹੈ, ਜੇ ਉਹ ਜਾ ਕੇ ਉਹਨਾਂ ਦੇ ਨਾਲ ਮਾਤਾ ਜੀ, ਉਹਨਾਂ ਦੇ ਬਜ਼ੁਰਗਾਂ ਜਾਂ ਬਾਕੀ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਨਾਲ ਬਹਿੰਦਾ ਤੇ ਇਹ ਸਪੋਰਟ ਦਾ ਪ੍ਰਗਟਾਵਾ ਇਵੇਂ ਹੀ ਹੁੰਦਾ ਹੈ। ਹਾਲਾਂ ਇਸ ਦੇ ਉੱਤੇ ਜਿਹੜਾ ਅਕਾਲ ਤਖਤ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਵਰਤਾਰਾ ਤਾਂ ਨਿਰਾਸ਼ਾਜਨਕ ਹੀ ਹੈ, ਕਿਉਂਕਿ ਪਹਿਲਾਂ ਪਰਿਵਾਰ ਵੀ ਉਹਨਾਂ ਨੂੰ ਮਿਲੇ, ਮੰਗ ਵੀ ਹੋਈ, ਜਥੇਦਾਰ ਨੂੰ ਕਿਹਾ ਗਿਆ ਕਿ ਭਾਈ ਲੀਡ ਕਰੋ ਇਹਨੂੰ ਫਰਮ ਦਾ ਫਰੰਟ। ਹੁਣ ਇਹ ਕੱਲ ਹੀ ਸੀ ਕਿ ਜੀ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਹੈ 5 ਮੈਂਬਰੀ ਕਿ 2 ਮੈਂਬਰੀ, 2 ਸ਼੍ਰੋਮਣੀ ਕਮੇਟੀ ਦੇ ਨੇ ਕਿ ਉਹ ਦੇਖਣਗੇ, ਲੀਗਲ ਕਰਨਗੇ। ਉਹ ਤਾਂ ਅੱਜ ਠੀਕ ਹੈ, ਇਹਨਾਂ ਦੇ ਕਰਨੈਲ ਸਿੰਘ ਪੰਜੋਲੀ ਇਹਨਾਂ ਦੀ ਐਗਜ਼ੈਕਟਿਵ ਮੈਂਬਰ ਵੀ ਰਹੇ ਨੇ, ਹੁਣ ਤਾਂ ਸ਼ਾਇਦ ਨਹੀਂ ਨੇ। ਉਹਨਾਂ ਨੇ ਇਹਨਾਂ ਨੂੰ ਉਹ ਬਾਦਲਾਂ ਨੂੰ ਚੈਲੰਜ ਵੀ ਕਰਦੇ ਰਹਿੰਦੇ ਨੇ, ਹਾਲਾਂ ਵਿਦਿਨ ਦਾਇਰਾ ਕਾਰ ਹੀ ਰਹੇ ਹਮੇਸ਼ਾ। ਤੇ ਉਹਨਾਂ ਦੀ ਸਟੇਟਮੈਂਟ ਸੀ, ਉਹਨਾਂ ਨੇ ਕਿਹਾ ਜਿਹੜੀਆਂ ਕਮੇਟੀਆਂ ਬਣਾਉਣੀਆਂ ਹੁੰਦੀਆਂ, ਇਹਨੂੰ ਹੁੰਦਾ ਵੀ ਤੁਸੀਂ ਕਿਸੇ ਇਸ਼ੂ ਨੂੰ ਜੇ ਠੰਡੇ ਬਸਤੇ 'ਚ ਪਾਣਾ ਤਾਂ ਉਹਦੀ ਕਮੇਟੀ ਬਣਾ ਦਿਓ। ਉਹਨਾਂ ਨੇ ਕਿਹਾ ਵੀ ਇਹ ਕਿਉਂ ਨਹੀਂ ਜਥੇਦਾਰ ਖੁਦ ਜਿਹੜੇ ਉਹ ਕਾਲ ਦਿੰਦੇ ਕਿ ਭਾਈ ਚਲੋ ਚੰਡੀਗੜ੍ਹ ਘੇਰੀਏ, ਔਰ ਜੇ ਉਹ ਲੀਡ ਕਰਨ ਬਾਕੀਆਂ ਨੂੰ ਜਾਂ ਦੂਜੇ ਇੱਕ ਵਾਰੀ ਪੰਥਕ ਤਾਕਤ ਦਾ ਪ੍ਰਗਟਾਵਾ ਹੋਏ। ਤੇ ਇਸ ਉੱਤੇ ਮੈਨੂੰ ਕਿਸੇ ਨੇ ਅੱਜ ਕਿਹਾ ਕਿ ਮੈਂ ਦੇਖ ਲਈ ਸੀ ਸਟੇਟਮੈਂਟ, ਮੈਂ ਕਿਹਾ ਜੀ ਜਿਨ੍ਹਾਂ ਨੂੰ ਉਹ ਕਹਿ ਰਹੇ ਨੇ ਉਹ ਤਾਂ ਕਾਲ ਡੀਕ ਰਹੇ ਨੇ ਅਮਿਤ ਸ਼ਾਹ ਦੀ ਕਿ ਬਈ ਜਿਵੇਂ ਤੁਸੀਂ ਨਤੀਸ਼ ਕੁਮਾਰ ਨਾਲ ਸਮਝੌਤਾ ਕਰ ਲਿਆ, ਉਹਦੇ ਪਟਨਾਇਕ ਦੇ ਮੁੰਡੇ ਨਾਲ ਗੱਲਬਾਤ ਹੋ ਰਹੀ ਹੋਈ ਹੈ ਉੜੀਸਾ 'ਚ ਪਾਰਲੀਮੈਂਟਰੀ ਸਮਝੌਤਾ ਕਰਾਉਣ ਦੀ, ਨਰਾਇਣ ਬਾਬੂ ਨਾਲ ਆਂਧਰਾ 'ਚ ਤੋਰੀ ਹੋਈ ਹੈ, ਕਿਉਂਕਿ ਮੋਦੀ ਨੂੰ ਯੱਕੜ ਤਾਂ ਉਹਨੇ ਮਾਰਿਆ ਕਿ ਜੀ 370 ਹਮਨੇ ਤੋੜੀ, 370 ਹਮਾਰੀ ਸੀਟें। ਪਰ ਹੁਣ ਇਹ ਆ ਰਿਹਾ ਕਿ ਵੀ ਜੇ EVM ਦਾ ਇਹਨਾਂ ਨੇ ਉਹ ਨਾ ਵਰਤਿਆ, ਗੁਰ ਜਿਹੜਾ ਇਹਨਾਂ ਦੇ ਕੋਡ ਹੈ, ਤੇ ਸੀਟਾਂ ਇਹਨਾਂ ਦੀਆਂ 200 ਵੀ ਨਹੀਂ ਨਿਕਲਣੀਆਂ। ਸੋ ਇਹੀ ਕਾਰਨ ਹੈ ਕਿ ਜਿਨ੍ਹਾਂ ਖੇਤਰੀ ਪਾਰਟੀਆਂ ਨੂੰ ਇਹਨਾਂ ਨੇ ਦਰਕਾਰ ਦਿੱਤਾ ਹੋਇਆ ਸੀ, ਸਮਝਦੇ ਸੀ ਕਿ ਵੀ ਇਹਨਾਂ ਤੋਂ ਬਿਨਾਂ ਵੀ ਸਾਡਾ ਸਰ ਸਕਦਾ, ਉਹਨਾਂ ਸਾਰਿਆਂ ਦੇ ਨਾਲ ਕਰ ਰਹੇ ਨੇ। ਸੋ ਇਹਦੇ ਚ ਬਾਦਲਾਂ ਨਾਲ ਵੀ ਉਹਨਾਂ ਨੇ ਖੋਲਿਆ ਹੋਇਆ ਨੈਗੋਸ਼ੀਏਸ਼ਨ ਦਾ, ਸਿਰਫ ਸੀਟਾਂ ਦੀ ਅਰੇਂਜਮੈਂਟ ਦੀ ਗੱਲ ਹੋਣੀ ਹੈ। ਹੁਣ ਜੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਡਿਬਰੂਗੜ੍ਹ ਚ ਨੇ ਜਾਂ ਬੰਦੀ ਸਿੰਘਾਂ ਦੀ ਕੌਮੀ ਇਨਸਾਫ ਮੋਰਚੇ ਵਾਲਿਆਂ ਦੀ ਰਿਹਾਈ ਨਹੀਂ ਹੋ ਰਹੀ, ਇਹ ਕੋਈ ਸਟੇਟ ਗਵਰਨਮੈਂਟ ਤੱਕ ਤਾਂ ਮਹਿਦੂਦ ਨਹੀਂ ਹੈ, ਇਹ ਤਾਂ ਹੈ ਹੀ ਸੈਂਟਰ ਦਾ ਕੰਮ ਹੈ, ਅਮਿਤ ਸ਼ਾਹ ਦਾ ਔਰ ਹੋਮ ਮਿਨਿਸਟਰੀ ਦਾ। ਹੁਣ ਇਹਦੇ ਚੋਂ ਟਾਈਮਿੰਗ ਤਾਂ ਇਹ ਪਰਫੈਕਟ ਵੀ ਹੋ ਸਕਦੀ ਹੈ ਕਿ ਬਈ ਇਹਨਾਂ ਨੂੰ ਜਿਹੜਾ ਆਨਸਰੇਬਲ ਹੋਣਾ ਪਏਗਾ ਵੀ ਕਿਉਂ ਨਹੀਂ ਤੁਸੀਂ ਉਹਨਾਂ ਨੂੰ ਲਿਆ ਰਹੇ, ਪਰ ਤੁਸੀਂ ਏਜੰਸੀਆਂ ਦੇਖੋ ਕਿਵੇਂ
10 ਕਦਮ ਅੱਗੇ ਚੱਲਦੀਆਂ। ਇਹ ਤਾਂ ਅਜੇ ਢਿੱਲੀ ਡੈਲੀ ਕਰ ਰਹੇ ਸੀ ਕਿਉਂਕਿ ਇਹਨਾਂ ਨੇ ਤਾਂ ਉਧਰ ਗੱਲਬਾਤ ਖੋਲੀ ਹੋਈ ਹੈ, ਇਹਨਾਂ ਨੇ ਮੋਰਚਾ ਥੋੜੀ ਲਾਉਣਾ ਸੀ, ਪਰ ਉਹਨਾਂ ਨੇ ਆਪਣਾ ਕੰਮ ਕਰਤਾ ਹੈ। ਪਰ ਉਹ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਵੀ ਇਸ ਵੇਲੇ ਅਸੀਂ ਪਰਸੋਂ ਦੇ ਪ੍ਰੋਗਰਾਮ ਜਿਵੇਂ ਕਿਹਾ ਸੀ ਕਿ 2 ਜਿਹੜੇ ਸਿੰਘ ਨੇ ਉਹਨਾਂ ਦੀ ਹਾਲਤ ਠੀਕ ਨਹੀਂ ਹੈ। ਇੱਕ ਦੀ ਤਾਂ ਹਾਲਤ ਇਵੇਂ ਦੀ ਹੋ ਗਈ ਕਿ ਜਿਵੇਂ ਐਪੀਲੈਪਸੀ ਦੇ ਦੌਰੇ ਹੁੰਦੇ ਨੇ ਮਿਰਗੀ ਦੇ, ਇਹ ਨਹੀਂ ਹੈ ਵੀ ਉਹਨੂੰ ਮਿਰਗੀ ਹੈ ਜਾਂ ਮਿਰਗੀ ਪੈਂਦੀ ਹੈ। ਇਹ ਜਦੋਂ ਤੁਸੀਂ ਹੰਗਰ 'ਚ ਹੁੰਦੇ ਹੋ ਜਾਂ ਦੂਸਰੇ ਹੋ ਤੇ ਜਿਹੜਾ ਉਸ ਦੇ ਨਾਲ ਇਹ ਜਿਹਨੂੰ ਅਸੀਂ ਦੌਰਾ ਕਹਿੰਦੇ ਆ, ਇਨਫੈਕਟ ਇਹ ਕਨਵਲਸ਼ਨਸ ਹੁੰਦੀਆਂ ਨੇ ਜਿਹੜੀਆਂ ਫਿੱਟ ਜਿਹੜਾ, ਔਰ ਉਹ ਤਾਂ ਹੈ ਹੀ ਸੀ। ਔਰ ਅੱਜ ਇੱਕ ਪਾਸੇ ਇਹ ਖਬਰ ਹੈ ਉਹਨਾਂ ਦੇ ਪ੍ਰੋਮੀਨੈਂਟ ਦਾ ਕਿ ਭਾਈ ਅੰਮ੍ਰਿਤਪਾਲ's 3rd ਕੰਪੈਨੀਅਨ ਫਾਲਸ ਇਲ, ਔਰ ਇਸ ਦੇ ਵਿੱਚ ਉਹਨਾਂ ਦਾ ਜਿਹੜਾ ਉਹਨਾਂ ਨੇ ਇਹ ਕਿਹਾ ਕਿ 3rd ਐਸੋਸੀਏਟ ਆਫ ਸਿੱਖ ਲੀਡਰ ਅੰਮ੍ਰਿਤਪਾਲ ਸਿੰਘ was taken to hospital at Dibrugarh jail following health complications, news report said on Thursday. ਇਹ ਬਸੰਤ ਸਿੰਘ ਨੇ ਹੁਣ according to these reports, Basant Singh was shifted to Assam Medical College and Hospital from Dibrugarh Central Jail on Thursday following deterioration in his state. ਔਰ ਆਲਰੇਡੀ ਜਿਹੜੇ ਉਹਨਾਂ ਦੇ 2 ਸਾਥੀ ਨੇ ਕੁਲਵੰਤ ਸਿੰਘ ਧਾਲੀਵਾਲ ਔਰ ਗੁਰਮੀਤ ਸਿੰਘ ਭੁੱਖਨਵਾਲਾ, ਉਹ ਪਹਿਲਾਂ ਹੀ ਹਸਪੀਟਲ ਦੇ ਵਿੱਚ ਨੇ ਔਰ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਫਿਜ਼ੀਕਲ ਵੀਕਨੈਸ ਹੈ। ਔਰ ਇਹ ਆਲਰੇਡੀ ਹੁਣ ਇਸ ਸਾਰੇ ਦੇ ਚੱਲਦੇ ਆ ਜਿੱਥੇ ਇਹਨਾਂ ਵੱਲੋਂ ਟੋਟਲ ਜਿਹੜੀ ਹੈ ਉਹ ਕਿਨਾਰਾਕਸ਼ੀ ਕਰਨ ਦੀ ਕੋਸ਼ਿਸ਼ ਹੈ, ਉੱਥੇ ਹੀ ਨਾਲ ਈਵਨ ਇੱਕ ਖਬਰ ਜਿਹੜੀ ਕਿ ਚਲਦੇ ਸੋਸ਼ਲ ਮੀਡੀਆ ਤੇ ਮੈਂ ਦੇਖੀ ਹੈ ਕਿ ਡਿਬਰੂਗੜ੍ਹ ਜੇਲ੍ਹ ਤੋਂ ਖਬਰ ਆ ਰਹੀ ਹੈ ਕਿ ਭਾਈ ਪਪਲਪ੍ਰੀਤ ਸਿੰਘ ਦੀ ਹਾਲਤ ਵੀ ਬਹੁਤ ਨਾਜ਼ੁਕ ਬਣੀ ਹੋਈ ਹੈ। ਪਿਛਲੇ 21 ਦਿਨਾਂ ਤੋਂ ਭੁੱਖ ਹੜਤਾਲ ਤੇ ਹੋਣ ਕਾਰਨ ਉਹਨਾਂ ਦਾ ਭਾਰ ਬਹੁਤ ਤੇਜ਼ੀ ਨਾਲ ਘਟ ਰਿਹਾ ਹੈ, ਜਿਸ ਕਾਰਨ ਡਾਕਟਰਾਂ ਨੇ ਤੁਰੰਤ ਹਸਪਤਾਲ 'ਚ ਦਾਖਲ ਹੋਣ ਲਈ ਕਿਹਾ, ਪਰ ਪਪਲਪ੍ਰੀਤ ਸਿੰਘ ਨੇ ਕਿਸੇ ਵੀ ਤਰ੍ਹਾਂ ਦੀ ਡਾਕਟਰੀ ਸਹਾਇਤਾ ਲੈਣ ਤੋਂ ਮਨਾ ਕਰ ਦਿੱਤਾ। ਹੁਣ ਇੱਕ ਪਾਸੇ ਤਾਂ ਸਿੰਘ ਉੱਥੇ ਡਟੇ ਹੋਏ ਨੇ, 3 ਆਲਰੇਡੀ ਹਸਪੀਟਲ 'ਚ ਪਹੁੰਚ ਗਏ, 4ਥਾ ਸੀਰੀਅਸ ਹਾਲਤ ਦੇ ਵਿੱਚ ਉਹ ਪਪਲਪ੍ਰੀਤ ਸਿੰਘ ਉਵੇਂ ਜੂਝ ਰਿਹਾ ਹੈ। ਇੱਧਰ ਉਹਨਾਂ ਦੇ ਮਾਤਾ ਜੀ ਦੀ ਸਿਹਤ ਵੀ ਵਿਗੜੀ ਸੀ ਔਰ ਕਿੰਨੇ ਦੂਸਰੇ ਬੈਠੇ ਨੇ ਭੁੱਖ ਹੜਤਾਲ ਤੇ। ਹੁਣ ਇਸ ਸਾਰੇ 'ਚ ਜਦੋਂ ਤੁਸੀਂ ਦੇਖਦੇ ਹੋ ਵੀ ਦੁਸ਼ਮਣ ਕੀ ਕਰੇਗਾ, ਉਦੋਂ ਤਾਂ ਸਾਡਾ ਇਹ ਫਰੇਜ਼ ਹੁੰਦਾ ਵੀ ਦੁਸ਼ਮਣ ਬਾਤ ਕਰੇ ਅਨਹੋਣੀ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਸਾਥੀਆਂ ਨੇ ਆਪਣੇ ਬਾਥਰੂਮਾਂ ਦੇ ਵਿੱਚ ਕੈਮਰੇ ਫਿਗਰ ਆਊਟ ਕੀਤੇ, ਉਹਨਾਂ ਨੇ ਰੌਲਾ ਪਾਇਆ, ਲਾ ਕੇ ਸੱਦ ਕੇ ਜੇਲ੍ਹ ਸਟਾਫ ਨੂੰ, ਸੁਪਰਡੈਂਟ ਨੂੰ ਔਰ ਦੂਸਰੇ ਤੀਸਰੇ ਨੂੰ ਸਾਰੇ ਦਿਖਾਇਆ ਕਿ ਭਾਈ ਇਹ ਤੁਸੀਂ ਸਾਡੀ ਪ੍ਰਾਈਵੇਸੀ ਜਿਹੜੀ ਹੈ ਉਹਦਾ ਹਨਨ ਕਰ ਰਹੇ ਹੋ। 2 ਦਿਨ ਬਾਅਦ ਪੁਲਿਸੀਆਂ ਦੀ ਧਾੜ 300-400 ਦੀ ਉਹਨਾਂ ਨੇ ਆ ਕੇ ਤੇ ਇਧਰੋਂ ਉਧਰੋਂ ਕਰਕੇ ਤੇ ਉਹੀ ਮੀਡੀਆ ਨੂੰ ਸੱਦ ਕੇ ਦੱਸਦਾ ਜੀ ਆ ਇਹ ਕੈਮਰੇ ਤੇ ਸਪਾਈ ਕੈਮਰਾ ਤੇ ਫਲਾਂ ਸਮਾਰਟ ਵਾਚ ਤੇ ਇਹ ਬਰਾਮਦ ਹੋਏ। ਹੁਣ ਜਦੋਂ ਇਧਰੋਂ ਕਿਉਂਕਿ NSA ਹੈ, ਹੋਰ ਤਾਂ ਕੋਈ ਕੇਸ ਨਹੀਂ ਅਸਾਮ 'ਚ ਇਹਨਾਂ ਦੇ ਖਿਲਾਫ, ਔਰ ਇਹ ਜ਼ੋਰ ਬਣ ਰਿਹਾ ਕਿ ਭਾਈ ਲਿਆਓ ਪੰਜਾਬ ਦੀਆਂ ਜੇਲ੍ਹਾਂ 'ਚ। ਹੁਣ ਦੁਸ਼ਮਣ ਨੂੰ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਔਰ ਸਾਥੀ ਸਿੰਘ ਬੇਸ਼ੱਕ ਲਗਭਗ 1 ਸਾਲ ਤੋਂ ਉਹਨਾਂ ਨੂੰ ਪੰਜਾਬ ਤੋਂ ਦੂਰ ਰੱਖ ਕੇ ਉਹਨਾਂ ਨੇ ਖਬਰਾਂ 'ਚੋਂ ਗਾਇਬ ਰੱਖਿਆ, ਪਰ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੇ ਵਿੱਚ ਪੋਟੈਂਸ਼ੀਅਲ ਹੈ ਲੀਡਰਸ਼ਿਪ ਦਾ ਔਰ ਸੱਚਾਈ ਦੇ ਨਾਲ। ਜਿਵੇਂ ਪੰਜਾਬ 'ਚ 8-10 ਮਹੀਨੇ ਦੇ ਪੀਰੀਅਡ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਅੰਮ੍ਰਿਤ ਸੰਚਾਰ ਲਹਿਰ ਨੂੰ, ਖਾਲਸਾ ਵਹੀਰ ਨੂੰ, ਡਰੱਗ ਡੀ ਐਡਿਕਸ਼ਨ ਜਿਹੜਾ ਪ੍ਰੋਗਰਾਮ ਸੀ ਉਹਨੂੰ ਜਿੰਨਾ ਹੁੰਗਾਰਾ ਮਿਲਿਆ, ਸੋ ਉਹਨਾਂ ਨੇ ਕੀ ਕੀਤਾ ਔਰ ਅੱਜ ਸਾਹਮਣੇ ਆ ਗਿਆ ਕਿ ਭਾਈ ਉਹਨਾਂ ਦੀ ਨੀਅਤ ਜਿਹੜੀ ਆ ਉਹਨਾਂ ਨੂੰ ਛੱਡਣ ਦੀ ਨਹੀਂ ਹੈ। NSA ਵੀ ਕਿਉਂਕਿ ਸਾਲ ਤੋਂ ਬਾਅਦ ਉਹਨੂੰ ਰੀਕਨਸੀਡਰ ਕਰਦਾ ਹੁੰਦਾ ਹੈ, ਉਹ ਤਾਂ ਉਹਨਾਂ ਨੇ ਕੀ ਕਰਨਾ ਹੈ ਹੁਣ। ਅਦਰਵਾਈਜ਼ ਤਾਂ ਕੋਈ ਲੌਜਿਕ ਨਹੀਂ ਸੀ ਬਣਦਾ ਵੀ ਜੇ ਅਸੀਂ ਵੀ ਕਿਹਾ ਸੀ ਵੀ ਜਿਹੜੇ ਜੇਲ੍ਹ ਮੈਨੂਅਲ ਵੀ ਆ ਉਹਦੇ ਮੁਤਾਬਕ ਜਿਹੜੇ ਈਵਨ ਕਨਵਿਕਟਡ ਵੀ ਹੁੰਦੇ ਨੇ, ਡੈਥ ਸੈਂਟੈਂਸ ਵੀ ਹੁੰਦੀ ਹੈ ਜਿਹਨਾਂ ਨੂੰ, ਉਹਨਾਂ ਨੂੰ ਵੀ ਤੁਸੀਂ ਆਪਣੇ ਘਰ ਦੇ ਨੇੜੇ, ਪਿੰਡ ਜਾਂ ਸ਼ਹਿਰ ਦੇ ਨੇੜੇ ਦੀ ਜੇਲ੍ਹ 'ਚ ਲਿਆਉਂਦੇ ਹੋ। ਔਰ ਇਹਨਾਂ ਨੇ ਅੱਜ ਜਿਹੜਾ ਉਹ ਜੇਲ੍ਹ ਸੁਪਰਡੈਂਟ ਨੂੰ ਮਿਸਟਰ ਨਿਪਨ ਦਾਸ ਨੂੰ ਗ੍ਰਿਫਤਾਰੀ ਦੀ ਖਬਰ ਲਾਤੀ ਔਰ ਇਹ ਕਿਹਾ ਵੀ ਜੀ ਜੇਲ੍ਹ ਸੁਪਰਡੈਂਟ ਨੇ ਇਹ ਜਿਹੜੇ ਸਪਾਈ ਕੈਮਰੇ ਔਰ ਇਹ ਗੈਜਟਸ ਔਰ ਸਮਾਰਟਫੋਨਸ ਗਏ ਉਹਦੀ ਮਦਦ ਨਾਲ ਗਏ ਜਾਂ ਉਹਨੇ, ਔਰ ਉਹਦੇ ਤੇ ਕੇਸ ਵੀ ਜਿਹੜੇ ਨੇ ਯੂਆਪਾ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਔਰ ਨਾਲ ਦੀ ਨਾਲ ਜਿਹੜਾ ਅਸਾਮ ਪ੍ਰਿਜ਼ਨਸ ਐਕਟ। ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਸਪੈਸ਼ਲ ਪਾਵਰਸ ਐਕਟ ਜਾਂ ਮਨੀਪੁਰ ਔਰ ਦੂਸਰੇ 'ਚ ਜਿਹੜਾ ਹੈ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ AFSPA, ਇਵੇਂ ਹੀ ਅਸਾਮ ਦੇ ਵਿੱਚ ਜਿਹੜਾ ਹੈ
ਉਹ ਅਸਾਮ ਪ੍ਰਿਜ਼ਨਰਸ ਐਕਟ ਹੈ, ਅੱਛਾ ਅਜੇ ਇਹਨਾਂ ਦੇ ਉੱਤੇ ਲਾਇਆ ਜੇਲ੍ਹ ਸੁਪਰਡੈਂਟ ਤੇ UAP ਹੈ। ਹੁਣ ਉਹਨੇ ਤਾਂ ਕੋਈ ਬੰਬ ਨਹੀਂ ਸੀ ਚਲਾਣੇ, ਹੁਣ ਉਹਦੇ ਤੇ ਇਸ ਲਈ ਲਾਇਆ ਕਿਉਂਕਿ ਅਲਟੀਮੇਟਲੀ ਇਹਨਾਂ ਤੇ ਲਾਉਣੇ ਨੇ। ਹੁਣ ਜੇ ਭਾਈ ਅਮਰਿਤਪਾਲ ਸਿੰਘ ਔਰ ਉਹਨਾਂ ਦੇ ਉੱਤੇ ਉਹਨਾਂ ਨੇ ਇਹ ਕੇਸ ਦਰਜ ਕਰਨੇ ਨੇ ਕਿ ਦੇਖੋ ਜੀ ਜੇਲ੍ਹ ਦੇ ਅੰਦਰ ਇਹ ਅਦਰਵਾਈਜ਼ ਜੇਲ੍ਹ ਸੁਪਰਡੈਂਟ ਤੇ ਜਿਹੜਾ ਅੰਦਰੋਂ ਕੋਈ ਪਿਸਤੌਲ ਤਾਂ ਨਹੀਂ ਮਿਲੀ। ਜੇ ਤੁਸੀਂ ਈਵਨ ਪ੍ਰੀਵੈਂਸ਼ਨ ਐਕਟ ਦੇ ਥੱਲੇ ਵੀ ਕਹੋ ਯੂਆਪਾ ਤਾਂ ਬਣਦਾ ਹੀ ਨਹੀਂ ਹੈ, ਪਰ ਜੇ ਜੇਲ੍ਹ ਸੁਪਰਡੈਂਟ ਦੇ ਉੱਤੇ ਜਿਹੜਾ ਯੂਆਪਾ ਲਾ ਸਕਦੇ ਨੇ ਤੇ ਇਹਨਾਂ ਤੇ ਲਾਣਗੇ ਔਰ ਉਹ ਕਹਿਣਗੇ ਜੀ ਦੇਖੋ ਭਾਵੇਂ NSA ਨਹੀਂ, ਇਹ ਤਾਂ ਹੁਣ ਅਸਾਮ 'ਚ ਕੇਸ ਨੇ। ਔਰ ਇਹ ਉਹਨਾਂ ਦੀ ਮੇਨ ਦਾ ਹਿੰਦੂ ਦੀ ਮੇਜਰ ਖਬਰ ਹੈ, ਗੈਜਟਸ ਫਾਊਂਡ ਵਿਦ ਸਿੱਖ ਐਕਸਟ੍ਰੀਮਿਸਟ। ਪਹਿਲਾਂ ਹੀ ਤੁਸੀਂ ਅਸਾਮ ਜੇਲ੍ਹ ਸੁਪਰਡੈਂਟ ਅਰੈਸਟਡ, a smartphone and a spy camera were among the items found in the cell where 10 pro-Khalistani activists have been jailed since April 2023। ਇਹ ਖਬਰ ਅੱਜ ਯਕੀਨੀ ਬਣਾਇਆ ਉਹਨਾਂ ਨੇ ਕਿ ਸਾਰੇ ਮੀਡੀਆ ਦੇ ਵਿੱਚ ਉਹਨਾਂ ਦਾ ਇਲੈਕਟ੍ਰੋਨਿਕ ਹੈ ਜਾਂ ਡਿਜੀਟਲ ਹੈ ਜਾਂ ਪ੍ਰਿੰਟ ਮੀਡੀਆ ਹੈ ਉਸ ਦੇ ਉੱਤੇ ਉਹਨਾਂ ਨੇ ਲਗਾਈ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਨਿਪਨ ਦਾਸ ਹੈ ਇਹ ਰਿਪਨ ਦਾਸ ਇਹ ਕੰਪਲੀਸਿਟ ਸੀ। illegal acquisition of electronic gadgets raised serious about concern maintenance of law this ਇਹ ਸਾਰੀ ਕਿਉਂਕਿ ਉਹਨੂੰ ਤਾਂ ਅਲਟੀਮੇਟਲੀ ਉਹਨਾਂ ਨੇ ਇੱਕ ਗਵਾਹੀ ਬਣਾਉਣਾ ਹੈ, ਗਵਾਹੀ ਬਣਾ ਕੇ ਫਿਰ ਉਹਨੂੰ ਉਹਦੇ ਨਾਲ ਕੋਈ ਪ੍ਰੋਮਿਸ ਕੀਤਾ ਹੋਣਾ ਵੀ ਤੇਰੀ ਪ੍ਰਮੋਸ਼ਨ ਕਰ ਦਿਆਂਗਾ ਜਾਂ ਦੂਜਾ ਵੀ ਇਸ ਵੇਲੇ ਤੈਨੂੰ ਫੜੂੰਗਣਾ ਪੈਣਾ, ਅਦਰਵਾਈਜ਼ ਉਹਨਾਂ ਤੇ ਤਾਂ ਤੁਸੀਂ ਇਕੱਲਾ ਪਾ ਨਹੀਂ ਸਕਦੇ ਕਿਉਂਕਿ ਉਹ ਤਾਂ 24 ਆਵਰ ਸਰਵੇਲੈਂਸ ਕੈਮਰਿਆਂ ਥੱਲੇ ਨੇ। ਕਿੱਥੋਂ ਆ ਗਏ ਉਹਨਾਂ ਦੇ ਕੋਲ, ਰਾਦਰ ਉਹ ਤਾਂ ਫੜਾ ਰਹੇ ਨੇ ਕਿ ਵੀ ਕਿਵੇਂ ਜੇਲ੍ਹ ਅਧਿਕਾਰੀਆਂ ਦੇ ਨਾਲ ਮਿਲ ਕੇ ਏਜੰਸੀਆਂ ਨੇ ਇਹਨਾਂ ਦੀ ਪ੍ਰਾਈਵੇਸੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਇੰਡੀਅਨ ਸਿਸਟਮ, ਉਹਨਾਂ ਦੀਆਂ ਏਜੰਸੀਆਂ ਸਿੱਖਾਂ ਦੇ ਨਾਲ ਜਿਹੜੀ ਸਿੱਧੋ ਸਿੱਧੀ ਲੜਾਈ ਹੈ ਉਹਨੂੰ ਅੱਗੋਂ ਜਿਹੜਾ ਉਹਨੂੰ ਹੌਸਲਾ ਦੇ ਰਹੀਆਂ ਨੇ ਜਾਂ ਉਸ ਨੂੰ ਅੱਗੇ ਤੋਰ ਰਹੀਆਂ ਨੇ। ਔਰ ਸਾਡੇ ਲਈ ਵੀ ਇਹੀ ਹੋਣਾ ਚਾਹੀਦਾ ਕਿ ਭਾਈ ਇਹ ਜਿਹੜੀ ਲੜਾਈ ਹੈ ਇਹ ਸਾਡੀ ਆਰ ਪਾਰ ਦੀ ਲੜਾਈ ਹੈ ਔਰ ਇਹਨੂੰ ਆਰ ਪਾਰ ਦੀ ਲੜਾਈ ਬਣਾਈਏ। ਇਹ ਰੋਜ਼ ਦੀ ਖਿੱਚ ਜਿਹੜੀ ਹੈ ਬਿਮਾਰੀ ਦੇ ਸਿੰਪਟਮਸ ਨਾਲ ਲੜਨ ਦੀ, ਇਸ ਤੋਂ ਖੜਾ ਛਡਾਈਏ। ਜੀ ਰਾਠੌਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ। ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੇ ਸਰਕਾਰੀ ਟੀਵੀ ਚੈਨਲ CBC ਅਤੇ ਪ੍ਰਮੁੱਖ ਅਖਬਾਰ ਗਲੋਬ ਐਂਡ ਮੇਲ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਕਤਲ ਕੇਸ ਸੰਬੰਧੀ ਜਿਹੜੇ ਸਨਸਨੀਖੇਜ ਪ੍ਰਗਟਾਵੇ ਕੀਤੇ ਗਏ ਨੇ। ਔਰ ਇਸ ਤੋਂ ਇਲਾਵਾ ਅਮਰੀਕਾ ਦੇ ਪ੍ਰਮੁੱਖ ਅਖਬਾਰ LA ਟਾਈਮਜ਼ ਨੇ ਵੀ ਖਾਲਸਾ ਰੈਫਰੈਂਡਮ ਸੰਬੰਧੀ ਬੜੇ ਵੇਰਵੇ ਸਹਿਤ ਸਟੋਰੀ ਕੀਤੀ ਹੈ। ਸੋ ਇਹ ਸਾਰੀਆਂ ਸਟੋਰੀਜ਼ ਰੋਕ ਸਟੇਟ ਭਾਰਤ ਦੇ ਗੰਦੇ ਚਿਹਰੇ ਨੂੰ ਬੇਨਕਾਬ ਕਰਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ, ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਹਨਾਂ ਸਟੋਰੀਜ਼ ਬਾਰੇ? ਦੇਖੋ, ਮੈਂ ਕਿਉਂਕਿ 80s ਦੇ ਦੌਰ ਤੋਂ ਅਸੀਂ ਇੱਕ ਐਕਟਿਵਿਸਟ ਦੇ ਤੌਰ ਤੇ ਉੱਥੇ ਹੁੰਦਿਆਂ ਵੀ ਇੱਥੇ ਆ ਕੇ ਵੀ ਉਹ ਸਾਰੇ ਸਿਨੈਰੀਓ ਨੂੰ ਬੜਾ ਕਲੋਜ਼ਲੀ ਸਿਰਫ ਵਾਚ ਨਹੀਂ ਕੀਤਾ, ਕਿਤੇ ਨਾ ਕਿਤੇ ਥੋੜਾ ਬਹੁਤ ਉਹਦਾ ਹਿੱਸਾ ਵੀ ਰਹੇ ਸਟਰਗਲ ਦਾ।
ਲੇਕਿਨ ਇਹ ਗੱਲ ਦਾ ਸਾਨੂੰ ਉਦੋਂ ਅਫਸੋਸ ਹੀ ਰਿਹਾ 80s ਦੇ ਵਿੱਚ ਵੀ 90s 'ਚ ਖਾਸ ਤੌਰ ਤੇ ਕਿ ਸਾਡੇ ਕੋਲ ਕੋਈ ਐਸਾ ਪਲੇਟਫਾਰਮ ਨਹੀਂ ਸੀ ਕਿ ਸਰਕਾਰ ਨੇ ਸਾਡੀ ਸੱਚ ਹੱਕ ਇਨਸਾਫ ਦੀ ਸਟਰਗਲ ਨੂੰ ਆਤੰਕਵਾਦ, ਅਲਗਾਵਵਾਦ, ਉਗਰਵਾਦ ਇਸ ਖਾਤੇ ਦੇ ਵਿੱਚ ਪਾਇਆ। ਜ਼ੋਰ ਸ਼ੋਰ ਦੇ ਨਾਲ ਉਹਨਾਂ ਨੇ ਉੱਥੇ ਤਾਂ ਲੋਕਾਂ ਦੇ ਬ੍ਰੇਨ ਵਾਸ਼ ਕੀਤੇ ਹੀ ਕੀਤੇ, ਜਿਹਦਾ ਪ੍ਰਭਾਵ ਸਾਡੇ ਇੱਕ ਵੱਡੇ ਤਬਕੇ ਨੇ ਵੀ ਕਬੂਲਿਆ, ਜਿਹੜੇ ਅੱਜ ਤੱਕ ਵੀ ਉਹਨੂੰ ਕਾਲਾ ਦੌਰ ਕਹਿਣਗੇ। ਪਰ ਬਾਹਰ ਉਹਨਾਂ ਨੇ, ਕਿਉਂਕਿ ਵੀਡੀਓਜ਼ ਤਾਂ ਆ ਗਈਆਂ ਸੀ ਉਸ ਵੇਲੇ, ਜਿਹੜੇ ਵੀਡੀਓ ਪਲੇਅਰ VCR ਵਗੈਰਾ ਅਵੇਲੇਬਲ ਸੀ, ਔਰ ਇਹਨਾਂ ਨੇ ਜਿਹੜੀਆਂ ਨੇ ਇਹਨਾਂ ਦੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸਲੇਟਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਿੰਟਡ ਬੁਕਲੈਟਸ ਵੀ ਔਰ ਵੀਡੀਓਜ਼ ਵੀ ਸਰਕੂਲੇਟ ਕੀਤੀਆਂ, ਜਿੱਥੇ ਸਿੱਖਾਂ ਨੂੰ ਦਹਿਸ਼ਤਗਰਦ ਔਰ ਜਿਹੜੇ ਨੇ ਉਸ ਕਿਸਮ ਦੇ ਆਤੰਕਵਾਦੀ ਔਰ ਇਸ ਦੇ ਤੌਰ ਤੇ ਪ੍ਰੋਜੈਕਟ ਕੀਤਾ। ਫਿਰ ਵਰਸਟ ਪਾਰਟ ਸੀ ਜਿਹੜਾ 1 ਸਾਲ ਬਾਅਦ ਜੁਲਾਈ 85 ਦੇ ਵਿੱਚ ਉਹਨਾਂ ਵੱਲੋਂ ਏਅਰ ਇੰਡੀਆ ਦਾ ਡਿਜ਼ਾਸਟਰ ਕਰਵਾਉਣਾ, ਕਨਿਸ਼ਕਾ ਜਹਾਜ਼ ਹਾਦਸਾ, ਜਿਹਦੇ ਥੱਲੇ ਫਿਰ ਉਹਨਾਂ ਨੇ ਇੱਕ ਸਟ੍ਰੋਕ ਦੇ ਨਾਲ ਜਿਹੜਾ ਰਾਹ ਦਾ ਕੰਮ ਸੀ ਸਿੱਖਾਂ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾਇਆ। ਜਦੋਂ ਤੱਕ ਲੇਟ 80s ਜਾਂ ਦੂਸਰੇ ਤੱਕ ਬਾਹਰ ਅਸੀਂ ਪ੍ਰਿੰਟ ਮੀਡੀਆ ਥੋੜਾ ਬਹੁਤ ਸ਼ੁਰੂ ਕੀਤਾ, ਆਪਣਿਆਂ ਤੱਕ ਪਹੁੰਚ ਹੋਈ, ਬਾਹਰਲੀ ਦੁਨੀਆ ਨਾਲ ਫਿਰ ਵੀ ਰਾਬਤਾ ਨਹੀਂ ਸੀ। ਵਰਲਡ ਸਿੱਖ ਨਿਊਜ਼ ਇੱਥੋਂ ਨਿਕਲਿਆ ਸਟਾਕਟਨ ਤੋਂ, ਕੁਝ ਸਾਲ ਚੱਲਿਆ, ਤੁਸੀਂ ਸਸਟੇਨ ਹੀ ਨਹੀਂ ਸੀ ਕਰ ਸਕਦੇ। ਔਰ ਜਿੱਥੇ ਤੁਸੀਂ ਹਕੂਮਤਾਂ ਦੇ ਨਾਲ ਜਦੋਂ ਲੜ ਰਹੇ ਹੁੰਦੇ ਹੋ, ਜਿਹੜੇ ਉਹਨਾਂ ਦੇ ਸੋਰਸ ਹੁੰਦੇ ਨੇ ਜਾਂ ਉਹਨਾਂ ਦਾ ਪਾਰਟ, ਔਰ ਜੇ ਅਸੀਂ ਅੱਜ ਦੇ ਹਵਾਲੇ ਨਾਲ ਦੇਖੀਏ ਕਿ ਈਵਨ ਉਹਦਾ ਅੰਬਾਨੀ ਦੇ ਉਸ ਮੁੰਡੇ ਦੀ ਪ੍ਰੀ ਵੈਡ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਅੱਜ ਅਸੀਂ ਸੋਸ਼ਲ ਮੀਡੀਆ ਵੀ ਕਹਿੰਦੇ ਆ, ਉਹਨਾਂ ਦੇ ਸਾਰੇ ਤਾਂ ਜਾ ਕੇ ਉੱਥੇ ਬੈਠੇ ਹੋਏ ਨੇ। ਉਹ ਜ਼ਕਰਬਰਗ ਹੈ ਕਿ ਉਹ ਕੀ ਹੈ ਉਹਦਾ ਗੂਗਲ ਵਾਲਾ ਪਚੂਰੀ ਕਿ ਕੌਣ ਹੈ, ਤੇ ਦੂਜੇ ਫੇਸਬੁੱਕ ਦੇ ਵਿੱਚ ਇਹਨਾਂ ਦੇ ਜਿਹੜੇ ਨੇ, ਰਿਲਾਇੰਸ ਦੇ ਵਿੱਚ ਇਹਨਾਂ ਦੇ ਸ਼ੇਅਰ ਔਰ ਦੂਸਰੇ। ਸੋ ਮਤਲਬ ਇਹੀ ਹੈ ਵੀ ਸਾਨੂੰ ਰੋਜ਼ਾਨਾ ਇਹ ਨਜ਼ਰ ਆਉਂਦਾ ਅੱਜ ਕੱਲ੍ਹ ਵੀ ਕਿ ਸੋਸ਼ਲ ਮੀਡੀਆ ਅਕਾਊਂਟ ਬੰਦ ਹੋ ਰਹੇ ਨੇ। ਜਿਹੜਾ ਵੀ ਕੋਈ ਕਿਸਾਨ ਮੋਰਚੇ ਦੀ ਗੱਲ ਕਰਦਾ ਹੈ ਜਾਂ ਕੋਈ ਈਵਨ ਰੈਫਰੈਂਡਮ ਦੀ ਤਾਂ ਦੂਰ ਦੇ, ਸਾਡੀ ਹਰ ਹੁਣ ਤੀਜੀ ਵੀਡੀਓ ਦੇ ਉੱਤੇ ਹੁੰਦਾ ਕਿ ਨੋ ਮੋਨੀਟਾਈਜੇਸ਼ਨ, ਵਾਇਓਲੇਸ਼ਨ ਆਫ ਕਮਿਊਨਿਟੀ ਗਾਈਡਲਾਈਨਸ। ਪਿਛਲੇ ਦਿਨਾਂ 'ਚ ਸਿੱਖਸ ਫਾਰ ਜਸਟਿਸ ਦੀ ਇੱਕ ਜਿਹੜੀ ਹੈ ਉਸ ਦੇ ਉੱਤੇ ਵੀ ਇਹ ਇਸ ਕਿਸਮ ਦਾ ਆਇਆ, ਉਹਨੂੰ ਬਲੌਕ ਵੀ ਕਰ ਰਹੇ ਨੇ। ਸੋ ਇਹ ਤਾਂ ਚੱਲ ਹੀ ਰਿਹਾ। ਮਤਲਬ ਈਵਨ ਜਿਹਨੂੰ ਅਸੀਂ ਸਮਝਦੇ ਹਾਂ ਵੀ ਸੋਸ਼ਲ ਮੀਡੀਆ ਸਾਡੇ ਕੋਲ ਪਲੇਟਫਾਰਮ ਹੈ, ਉਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਮੇਨ ਨੇ ਸਾਰੇ, ਜਿੱਥੋਂ ਕਿ ਖਬਰਾਂ ਇਹਨਾਂ ਦੇ ਈਵਨ ਐਸੋਸੀਏਟਡ ਪ੍ਰੈਸ ਔਰ ਰਾਇਟਰ ਵਰਗੀਆਂ ਨਿਊਜ਼ ਏਜੰਸੀਜ਼ ਵੀ ਵਿਦ ਇਨ ਇੰਡੀਆ, ਉਹਨਾਂ ਦੀ IANS ਜਾਂ ANI ਜਿਹੜੀਆਂ ਉਹਨਾਂ ਦੀਆਂ ਮੇਨ ਰਿਪੋਰਟਿੰਗ ਨਿਊਜ਼ ਨੇ। ਸੋ ਅਸੀਂ ਤਾਂ ਇਹਨਾਂ ਸਾਰੇ ਚਾਰ ਦਹਾਕਿਆਂ 'ਚ ਤਰਸਦੇ ਹੀ ਰਹੇ ਕਿ ਭਾਈ ਕੋਈ ਦੁਨੀਆ ਦਾ ਥੋੜਾ ਬਹੁਤ ਕੋਈ ਇਨਵੈਸਟੀਗੇਟਿਵ ਜਰਨਲਿਸਟਿਕ ਅੱਧੇ ਨੇ, ਕਿਸੇ ਨੇ ਕੋਈ ਥੋੜੀ ਬਹੁਤ ਸਟੋਰੀ ਕਦੇ ਕੀਤੀ ਵੀ ਤੇ ਉਹ ਵੈਸੇ ਰੁਲ ਗਈ, ਉਹ ਜਾਂ ਉਹਨੂੰ ਹੀ ਇਹਨਾਂ ਐਕੈਡੈਮਿਕਸ ਦੇ ਵਿੱਚ, ਜੇ ਡਾਕਟਰ ਸਿੰਥੀਆ ਜਾਂ ਜੋਇਸ ਪੈਡੀਗਰੂ UK ਦੀ ਜੋ BBC ਆਇਰਿਸ਼, ਉਹਨਾਂ ਦਾ ਜੇ ਐਕੈਡੈਮਿਕ ਵਰਕ ਉਹਨਾਂ ਨੇ ਕੀਤਾ, ਉਹਨਾਂ ਨੇ ਇੰਡੀਅਨ ਸਟੇਟ ਦਾ ਰੋਗ ਚਿਹਰਾ ਦਿਖਾਣਾ ਚਾਹਿਆ ਆਪਣੇ ਕੰਮ 'ਚ, ਉਹਨਾਂ ਨੇ ਇੰਨਾ ਕੁ ਜ਼ਲੀਲ ਕੀਤਾ ਕਿ ਉਹਨਾਂ ਦੇ ਐਕੈਡੈਮਿਕ ਫਿਊਚਰ ਨੂੰ ਹੀ ਖਤਮ ਕਰ ਦਿੱਤਾ ਉਹਨਾਂ ਨੂੰ। ਕਿਉਂਕਿ ਯੂਨੀਵਰਸਿਟੀਆਂ 'ਚ ਵੀ ਇਹਨਾਂ ਦਾ ਇੰਨਾ ਕੁ ਇਨਫਲੂਐਂਸ ਹੈ, ਇੰਡੀਅਨ ਚੇਅਰਸ ਬਣਾਈਆਂ ਹੋਈਆਂ ਦੂਸਰੀਆਂ ਨੇ, ਕਿ ਉਹਨਾਂ ਨੇ ਉੱਥੋਂ ਦਾ ਤਾਂ ਵੀਜ਼ੇ ਬੰਦ ਕੀਤੇ ਹੀ ਕੀਤੇ, ਫਰਦਰ ਕੋਈ ਫੈਲੋਸ਼ਿਪ, ਕੋਈ ਰਿਸਰਚ ਤੱਕ ਵੀ ਉਹਨਾਂ ਨੂੰ ਨਹੀਂ ਪਹੁੰਚਣ ਦਿੱਤਾ। ਸੋ ਉਹਨਾਂ ਹਾਲਤਾਂ 'ਚ ਸਾਡੀ ਬਾਂਹ ਕਿਹਨੇ ਫੜਨੀ ਸੀ? ਅਸੀਂ ਆਪਣਿਆਂ ਨੂੰ ਹੀ ਸੁਣਾਉਂਦੇ ਕਾਲੀ ਤੋਂ ਚਿੱਟੀ ਦਾੜੀ ਤੇ ਪਹੁੰਚ ਗਏ, ਨਹੀਂ ਆਪਣਿਆਂ ਨੂੰ ਹੀ ਸਮਝਾਉਣ ਦੇ ਉੱਤੇ। ਲੇਕਿਨ ਮੈਂ ਸਮਝਦਾ ਵੀ ਇਹ ਜਦੋਂ ਇਹ ਮੈਂ ਸਾਰੀ ਕਹਾਣੀ ਇਸ ਲਈ ਕਹੀ ਹੈ ਕਿ ਜਿਹੜੇ ਇਹ ਅਖਾਣ ਨੇ ਪੰਜਾਬੀ ਦੇ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਜਾਂ ਅਸੀਂ ਕਹਿੰਦੇ ਆ ਕਿ ਵੀ ਰੱਬ ਦੀ ਲਾਠੀ ਬੇਆਵਾਜ਼ ਤਾਂ ਹੁੰਦੀ ਹੈ ਪਰ ਵੱਜਦੀ ਜ਼ਰੂਰ ਹੈ। ਜਾਂ ਅਸੀਂ ਈਵਨ ਜਿਹੜੇ ਧਾਰਮਿਕ ਫੇਥ ਵਾਲੇ ਲੋਕ ਨੇ, ਉਹ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਹੈ ਨਾ, ਜਾਂ ਅਸੀਂ ਕਹਿੰਦੇ ਆ ਜੀ ਸੱਚ ਜਿਹੜਾ ਹੈ ਉਸ ਨੂੰ ਭਾਵੇਂ 100 ਪਰਦਿਆਂ 'ਚ ਲੁਕਾ ਲਓ, ਉਹ 100 ਪਰਦੇ ਪਾੜ ਕੇ ਬਾਹਰ ਆ ਜਾਂਦਾ। ਹੁਣ ਇਸ ਪੀਰੀਅਡ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ, ਬੇਸ਼ੱਕ ਇਸ ਦੇ ਲਈ 1.5 ਲੱਖ ਕੁਰਬਾਨੀਆਂ, ਔਰ ਬਾਹਰਲੀ ਧਰਤੀ ਦੇ ਉੱਤੇ ਭਾਈ ਅਵਤਾਰ ਸਿੰਘ ਖੰਡੇ ਦਾ ਡੁੱਲਿਆ ਖੂਨ, ਭਾਈ ਪਰਮਜੀਤ ਸਿੰਘ ਪੰਜਵੜ ਦਾ ਲਾਹੌਰ, ਪਰ ਭਾਈ ਹਰਦੀਪ ਸਿੰਘ ਨਿੱਜਰ ਜਿਸ ਦਿਨ 18 ਜੂਨ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਹੈ,
ਕੋਲਡ ਬਲੱਡਡ ਮਰਡਰ, ਇਹ ਇੱਕ ਗੇਮ ਚੇਂਜਰ ਬਣ ਜਾਂਦਾ ਹੈ। 18 ਸਤੰਬਰ ਨੂੰ ਜਸਟਿਨ ਟਰੂਡੋ 3 ਮਹੀਨੇ ਬਾਅਦ ਜਦੋਂ ਪਾਰਲੀਮੈਂਟ 'ਚ ਇੰਡੀਅਨ ਗਵਰਨਮੈਂਟ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਦੇ ਨੇ, ਔਰ ਫਿਰ ਦੂਸਰਾ ਵੱਡਾ ਗੇਮ ਚੇਂਜਰ 29 ਨਵੰਬਰ ਜਿਸ ਦਿਨ ਨਿਊਯਾਰਕ ਦੀ ਅਦਾਲਤ 'ਚ ਅਮਰੀਕਾ ਦਾ ਜਸਟਿਸ ਡਿਪਾਰਟਮੈਂਟ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੇ ਲਈ ਨਿਖਿਲ ਗੁਪਤਾ ਔਰ ਕੋ ਕੰਸਪੀਰੇਟਰ 1 ਔਰ ਇਸ ਇੰਡੀਅਨ ਏਜੰਸੀਆਂ ਦੀ ਸਾਰੀ ਖੇਡ ਸਾਹਮਣੇ ਆਉਂਦੀ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮੀਡੀਆ ਦਾ ਵਰਤਾਰਾ, ਮੀਡੀਆ ਦਾ ਟ੍ਰੈਂਡ ਕਿਵੇਂ ਫਾਈਨੈਂਸ਼ੀਅਲ ਟਾਈਮਸ ਮੀਡੀਆ ਸਟੋਰੀ ਬ੍ਰੇਕ ਕਰਦੀ ਹੈ, ਫਿਰ ਵਾਸ਼ਿੰਗਟਨ ਪੋਸਟ, ਫਿਰ ਗਾਰਡੀਅਨ, ਫਿਰ ਐਲਏ ਟਾਈਮਸ ਔਰ ਜਿਹੜੇ ਟੀਵੀ ਚੈਨਲ ਇੱਕ ਤੋਂ ਬਾਅਦ ਇੱਕ ਆਸਟ੍ਰੇਲੀਆ ਹੋਏ, ਦੂਜਾ ਹੋਏ, CNN ਤੋਂ ਲੈ ਕੇ ਸਟੋਰੀਜ਼ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਬੜੇ ਠੀਕ ਹੈ ਵੀ ਇਸ ਵੇਲੇ ਜਿਵੇਂ ਅੱਜ ਦੇ ਓਪਨਿੰਗ 'ਚ ਵੀ ਅਸੀਂ ਗੱਲ ਕੀਤੀ ਕਿ ਅਜੇ ਤੱਕ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਪੋਸੀਬਲ ਨਹੀਂ ਹੋਈ, ਉਹਨਾਂ ਦੀ ਕਨਸਟੀਟਿਊਸ਼ਨਲ ਕੋਰਟ ਦੇ ਵਿੱਚ ਕੇਸ ਫਸਿਆ ਹੋਇਆ ਹੈ। ਜਾਂ ਕੈਨੇਡਾ ਦੇ ਵਿੱਚ ਜੇ ਅਸੀਂ ਦੇਖੀਏ ਕਿ 8 ਮਹੀਨੇ ਬੀਤਣ ਬਾਅਦ ਵੀ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ, ਜਾਂ ਹਰਦੀਪ ਸਿੰਘ ਨਿੱਜਰ ਮਰਡਰ ਦੇ ਵਿੱਚ ਕੋਈ ਇੰਡਾਇਕਟਮੈਂਟ ਫਾਈਲ ਨਹੀਂ ਹੋਈ। ਲੇਕਿਨ ਇਹ ਕਿਉਂਕਿ ਬਹੁਤ ਕੁਝ ਨਿਖਿਲ ਗੁਪਤਾ ਦੇ ਨਾਲ ਹੀ ਜੁੜਿਆ ਹੋਇਆ ਹੈ ਔਰ ਉਹ ਇੱਕ ਕੜੀ ਹੈ ਦੋਨੋਂ ਪਾਸਿਓਂ, ਲੇਕਿਨ ਮੀਡੀਆ ਨੇ ਨਾ ਸਿਰਫ ਇਸ ਇਸ਼ੂ ਨੂੰ ਅਲਾਈਵ ਰੱਖਿਆ, ਇਸ ਸਾਰੇ ਪੀਰੀਅਡ ਦੇ ਵਿੱਚ ਇੰਡੀਅਨ ਸਟੇਟ ਜਿਵੇਂ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਈ, ਅਮਰੀਕਨ US ਕਾਂਗਰਸ ਦੇ ਵਿੱਚ ਸੈਨੇਟ ਦੇ ਵਿੱਚ 2 ਬਰੀਫਿੰਗਸ ਹੀਅਰਿੰਗਸ ਹੋਈਆਂ, ਆਲਰੇਡੀ 2 ਬਿੱਲ ਲਾਈ ਕਰਦੇ ਨੇ, ਇੱਕ ਇਨ ਫਰੰਟ ਆਫ ਕਾਂਗਰਸ ਔਰ ਇੱਕ ਇਨ ਫਰੰਟ ਆਫ ਸੈਨੇਟ। ਔਰ ਇਸ ਸਾਰੇ ਦੇ ਨਾਲ ਜਿਵੇਂ ਕੈਨੇਡਾ ਦੇ ਵਿੱਚ ਵੀ ਔਰ ਅਮਰੀਕਾ 'ਚ ਵੀ ਪਾਰਟਿਕੂਲਰਲੀ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਗੱਲ ਹੋਈ, ਸਿੱਖਾਂ ਨੂੰ ਦਹਿਸ਼ਤਗਰਦ ਦਾ ਟਾਈਟਲ ਹਟਾ ਕੇ ਜਿਹੜਾ ਮੀਡੀਆ 'ਚ ਸੈਪਰੇਟਿਸਟ ਦੇ ਤੌਰ ਤੇ ਲਿਆਂਦਾ ਗਿਆ, ਜਾਂ ਹਰਦੀਪ ਸਿੰਘ ਨਿੱਜਰ ਜਾਂ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਇੰਡੀਅਨ ਗਵਰਨਮੈਂਟ ਡੈਜ਼ਿਗਨੇਟਿਡ ਟੈਰਰਿਸਟ ਹੈ, ਦੂਜਾ ਉਹ ਇਹਨਾਂ ਨੇ ਵੀ ਸਿੱਖ ਐਕਟਿਵਿਸਟ ਕਹਿਣਾ ਸ਼ੁਰੂ ਕੀਤਾ। ਔਰ ਇਹ ਇੰਨੀ ਤੇਜ਼ੀ ਦੇ ਨਾਲ ਇਹ ਸਾਰਾ ਇਹਨਾਂ 'ਚ ਜੇ ਤੁਸੀਂ ਨਵੰਬਰ ਤੋਂ ਬਾਅਦ ਹੁਣ ਤੱਕ ਦੇਖੋ ਤੇ ਸਾਰਾ ਗੇਮ ਪਲਟ ਗਈ ਲੱਗਦੀ ਹੈ ਵੀ ਅਸੀਂ hundreds of millions of dollars ਦੀ PR ਫਰਮ ਵੀ ਹਾਇਰ ਕਰਦੇ ਤੇ ਕਦੇ ਵੀ ਅਸੀਂ ਇਸ ਕਿਸਮ ਦੀ ਪੋਜ਼ਿਟਿਵ ਪਬਲਿਸਿਟੀ ਖਾਲਿਸਤਾਨ ਲਈ ਔਰ ਇੰਡੀਅਨ ਗਵਰਨਮੈਂਟ ਨੂੰ ਐਕਸਪੋਜ਼ ਕਰਨ ਲਈ ਜੋ ਹੈ ਨੈਗੇਟਿਵਿਟੀ ਉਹਨਾਂ ਦੀ, ਉਹਨੂੰ ਨਹੀਂ ਸੀ ਕਰ ਸਕਦੇ। ਔਰ ਅੱਜ ਹਾਲਾਂਕਿ ਅੱਜ ਦੇ ਓਪਨਿੰਗ ਸੈਗਮੈਂਟ 'ਚ ਵੀ ਇਸ ਦੀ ਗੱਲ ਕੀਤੀ ਹੈ, ਲੇਕਿਨ 3 ਵੱਡੀਆਂ ਜਿਹੜੀਆਂ ਨੇ ਨਿਊਜ਼ ਸਟੋਰੀਜ਼, ਹਾਲਾਂਕਿ ਗਲੋਬ ਐਂਡ ਮੇਲ ਦੀ ਸਟੋਰੀ 3 ਦਿਨ ਪਹਿਲਾਂ ਸੀ, ਉਹਨੂੰ ਜਿਹੜਾ ਅਸੀਂ ਨਹੀਂ ਸੀ ਡਿਸਕਸ ਕੀਤਾ ਕਿਉਂਕਿ ਮੈਨੂੰ ਸੀ ਕਿ ਵੀ ਇਹ ਪੂਰਾ ਫੁੱਲ ਫਲੈਜਡ ਆਲਮੋਸਟ 13-14 ਸਫੇ ਸੀ ਉਹਨਾਂ ਦੇ, 15 ਸਫੇ, ਔਰ ਉਹਦਾ ਇਹ ਪਾਰਟ ਸੀ ਇਹ ਬਲੌਕਡ ਐਗਜ਼ਿਟ ਐਂਡ ਬੈਰਾਜ ਆਫ ਬੁਲੇਟਸ ਵੀਡੀਓ ਸ਼ੋਜ਼ BC Sikh leaders final moments, surveillance footage shows fatal ambush of Hardeep Singh Nijjar last June which Ottawa has blamed on India was over in less than 2 minutes। ਹੁਣ ਇਸ ਸਟੋਰੀ ਦੇ ਵਿੱਚ ਪੂਰਾ ਉਹਨਾਂ ਨੇ ਜਿਹੜਾ ਸਟੈਪ ਬਾਈ ਸਟੈਪ ਕਿ ਕਿਲਰ ਕਿਵੇਂ ਆਏ, ਕਿਹੜੀ ਗੱਡੀ ਉਹ ਚਲਾ ਰਹੇ ਸੀ, ਕਿਵੇਂ ਬਲੌਕ ਕੀਤਾ, ਕਿਵੇਂ ਉਹ ਭੱਜ ਕੇ ਨਿਕਲੇ, ਔਰ ਇਹ ਜਿਹੜੀ ਵੀਡੀਓ ਸੀ ਜਿਹਨੂੰ ਪਹਿਲਾਂ ਨਹੀਂ ਸੀ ਦੇਖਿਆ ਗਿਆ, ਇਹ ਇੱਕ ਨਵਾਂ ਪਾਰਟ ਸੀ ਜਿਹੜਾ ਕਿ ਨਵਾਂ ਐਵੀਡੈਂਸ ਜਿਹੜਾ ਸਾਹਮਣੇ ਆਇਆ। ਹੁਣ ਇਹਨਾਂ 2-3 ਦਿਨਾਂ ਦੇ ਵਿੱਚ ਜਿਹੜੀ ਇੱਕ ਸਟੋਰੀ, ਔਰ ਇਹ ਮੈਨੂੰ ਪਤਾ ਸੀ ਕਿ CBC ਇਸ ਦੇ ਉੱਤੇ ਬੜੀ ਡੀਟੇਲ ਸਟੋਰੀ ਕਰ ਰਿਹਾ, ਔਰ ਈਵਨ ਅਮਰੀਕਾ 'ਚ ਵੀ ਉਹਨਾਂ ਦੀ ਟੀਮ ਆਈ, ਪਹਿਲਾਂ ਜਦੋਂ ਬਰੀਫਿੰਗ ਹੋਈ ਹੈ ਨਿਊਯਾਰਕ DC 'ਚ ਉਦੋਂ ਉਹਨਾਂ ਨੇ 2-3 ਮਿੰਟ ਦੀ ਉਹਨਾਂ ਦੀ ਨਿਊਜ਼ ਕਲਿੱਪਿੰਗ ਹੀ ਸੀ। ਲੇਕਿਨ ਜਿਹੜੀ ਹੁਣ ਉਹਨਾਂ ਦੀ ਅੱਜ ਆਲਮੋਸਟ 42 ਮਿੰਟ ਦੀ ਵੀਡੀਓ CBC ਦੀ, ਜਿਹਨੂੰ ਅੱਜ ਉਹਨਾਂ ਦੇ ਮੇਨ ਚੈਨਲ ਤੇ ਵੀ ਦਿਖਾਇਆ ਜਾਏਗਾ ਸ਼ਾਮ ਨੂੰ, ਜਾਂ ਆਲਰੇਡੀ ਚੱਲ ਚੁੱਕੀ ਹੋਏਗੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ, ਔਰ ਉਸ ਦੇ ਨਾਲ YouTube ਤੇ ਉਹਨਾਂ ਨੇ ਅਰਲੀਅਰ ਰਿਲੀਜ਼ ਕਰਤਾ, ਔਰ ਅੱਜ ਮੈਨੂੰ ਕਈ ਸੋਰਸਿਸ ਤੋਂ ਇਹ ਫਾਰਵਰਡ ਕੀਤੀ ਗਈ, ਔਰ ਪਹਿਲਾਂ ਤਾਂ ਉਹਦੀ ਵੀਡੀਓ ਹੀ ਅਵੇਲੇਬਲ ਸੀ, ਹੁਣ ਉਹਦੀ ਟ੍ਰਾਂਸਕ੍ਰਿਪਟ ਵੀ ਸਾਡੇ ਕੋਲ ਹੈ ਜਿਹੜੇ CBC ਦੇ ਮੇਨ ਵੈਬਸਾਈਟ ਤੋਂ ਹੀ ਹੈ, ਔਰ ਉਹਦੇ 'ਚ ਉਹਨਾਂ ਦਾ ਜਿਹੜਾ ਟਾਈਟਲ ਹੈ ਉਹ ਸਾਰੇ ਦਾ Video shows alleged contract killing of BC Sikh leader. Hardeep Singh Nijjar's death sparked Canada-India diplomatic row. ਹੁਣ ਇਹ ਉਹਨਾਂ ਨੇ ਬੇਸ ਨੂੰ ਜਿਹੜਾ ਸਿਕਿਉਰਿਟੀ ਵੀਡੀਓ ਦੇ ਉੱਤੇ 5th estate
ਬਿਗਨਿੰਗ ਇਸ ਸਟੋਰੀ ਦੀ ਇਹ ਹੈ, exclusive security video obtained by Fifth Estate reveals the elements of a highly coordinated attack that ended with the killing of a prominent Canadian Sikh separatist. ਹੁਣ ਤੁਸੀਂ ਜੇ ਲਫ਼ਜ਼ ਦੇਖੋ, ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਆਫੀਸ਼ੀਅਲ ਏਜੰਸੀ ਹੈ, ਉਹ ਹਰਦੀਪ ਸਿੰਘ ਨਿੱਜਰ ਨੂੰ ਪ੍ਰੋਮੀਨੈਂਟ ਕੈਨੇਡੀਅਨ ਸਿੱਖ ਸੈਪਰੇਟਿਸਟ, ਉਹ ਇੰਡੀਅਨ ਜਿਹੜਾ ਸਾਰਾ ਨੈਰੇਟਿਵ ਹੈ ਉਹ ਭੰਨਿਆ ਜਾਂਦਾ ਹੈ, ਔਰ ਉਹਦੇ 'ਚ ਉਹਨਾਂ ਨੇ ਪੂਰੀ ਫਿਰ ਅੱਗੋਂ ਡੀਟੇਲ ਦਿੱਤੀ ਹੈ ਕਿ ਭਾਈ ਉਹ ਪ੍ਰੈਜ਼ੀਡੈਂਟ ਸੀ, ਕਿਵੇਂ ਜਸਟਿਨ ਟਰੂਡੋ ਨੇ ਇਸ ਕਿਲਿੰਗ ਦੇ ਉੱਤੇ ਇੰਡੀਅਨ ਗਵਰਨਮੈਂਟ ਦੇ ਉੱਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਇਹ ਕਿਲਿੰਗ ਆਰਡਰ ਕੀਤੀ ਹੈ, ਔਰ ਫਿਰ ਉਹਨਾਂ ਨੇ ਜਿਹੜੀ ਹੈ ਪਿਕਅਪ ਟਰੱਕ ਤੋਂ ਲੈ ਕੇ ਉਹ ਸਾਰੀ ਵੀਡੀਓ ਦਾ ਜ਼ਿਕਰ ਹੈ ਕਿ ਵੀ ਕਿਵੇਂ ਉਹ ਐਗਜ਼ਿਟ ਦੇ ਨੇੜੇ ਪਹੁੰਚਦੇ ਨੇ। ਫਿਰ ਜਿਹੜੀ ਫਿਫਥ ਐਸਟੇਟ ਜਿਹੜਾ ਸੋਰਸ ਹੈ ਉਹਦਾ, ਉਹਨਾਂ ਨੇ ਆਲਰੇਡੀ 2 ਸ਼ਹਾਦਤਾਂ ਦੇ ਨਾਲ, ਵਿਟਨੈਸਿਸ ਦੇ ਨਾਲ, ਜਿਹੜੇ ਕਿ ਸੌਕਰ ਪਲੇ ਕਰ ਰਹੇ ਸੀ ਨੇੜੇ ਦੇ ਗਰਾਊਂਡ 'ਚ, ਉਹਨਾਂ ਦੇ ਨਾਲ ਗੱਲਬਾਤ ਕੀਤੀ, ਔਰ ਉਹਨਾਂ ਨੇ ਦੇਖਿਆ ਵੀ ਕਿਵੇਂ 2 ਕਿਲਰ ਜਿਹੜੇ ਨੇ ਉਹ ਮਾਰ ਕੇ, ਜਿਨ੍ਹਾਂ ਦੇ ਮਾਸਕ ਸੀ ਲੱਗੀ ਹੋਈ, ਉਹ ਦੌੜੇ। ਉਹਨਾਂ ਨੇ ਇੱਕ ਨੇ ਕਿਹਾ ਵੀ ਮੈਂ ਉਹਨਾਂ ਦੇ ਪਿੱਛੇ ਗਿਆ, ਪਰ ਉਹਨਾਂ ਨੇ ਜਿਹੜਾ ਉਹ ਗੱਡੀ 'ਚ ਬਹਿ ਕੇ ਅੱਗੇ ਨਿਕਲ ਗਏ, ਔਰ ਟੋਇਟਾ ਕੈਮਰੀ ਉਹਨਾਂ ਦੇ ਕੋਲ ਸੀ ਹੋਰ ਇੱਕ, ਔਰ ਇਹ ਇੱਕ ਕਿਲਿੰਗ ਦੇ ਵਿੱਚ ਇਨਵੋਲਵ ਗੱਡੀ ਸੀ, ਇੱਕ ਦੂਜੀ ਜਣੀ, ਪੂਰਾ ਪਲੈਨਡ ਜਿਹੜਾ ਮਰਡਰ ਹੈ। ਔਰ ਜਿਹੜੇ ਨੇ ਉਹਨਾਂ ਨੇ ਕਿਹਾ ਵੀ 3 ਬੰਦੇ ਹੋਰ ਗੱਡੀ ਦੇ ਵਿੱਚ ਬੈਠੇ ਹੋਏ ਸੀ, ਔਰ we could smell the smoke from the guns, the smell of the guns was everywhere, ਔਰ ਉਹ ਗੋਲੀਆਂ ਵੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ, ਮੇਰਾ ਖਿਆਲ ਹੈ ਉਹਦਾ ਨੰਬਰ ਵੀ ਦਿੱਤਾ ਹੋਇਆ ਕਿ ਕਿੰਨੀਆਂ, 40 ਦੇ ਕਰੀਬ ਗੋਲੀਆਂ ਵੱਜੀਆਂ, ਔਰ ਉਹਨਾਂ ਦਾ ਕੀ ਪਾਰਟ ਸੀ। ਫਿਰ ਇਸ ਸਾਰੇ ਨੂੰ ਉਹਨਾਂ ਨੇ ਦੂਸਰੀ ਕਹਾਣੀ, ਮੈਂ ਹੁਣ ਇਹ CBC ਦੀ ਗੱਲ ਕਰ ਰਿਹਾ ਕਿ ਵੀ ਉਹਨਾਂ ਨੇ an alleged filed plot, ਕਿ ਇੱਧਰ ਤਾਂ ਉਹਨਾਂ ਨੇ ਕੈਨੇਡਾ 'ਚ ਕਰ ਦਿੱਤਾ ਹੈ, ਲੇਕਿਨ ਅਮਰੀਕਾ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਉਹ ਇੰਡਾਇਕਟਮੈਂਟ ਦੀ ਗੱਲ ਕੀਤੀ ਕਿ ਕਿਵੇਂ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਫਿਰ ਉਹਦੀ ਨਿਖਿਲ ਗੁਪਤਾ ਦੀ ਸਾਰੀ ਕਹਾਣੀ ਹੈ ਜਿਹੜੀ ਮੈਂ ਇਨ ਬਰੀਫ ਪਹਿਲਾਂ ਹੀ ਦੱਸ ਦਿੱਤੀ ਹੈ। ਹੁਣ ਉਹਨਾਂ ਨੇ ਜਿਹੜਾ ਗੁਰਪਤਵੰਤ ਸਿੰਘ ਪੰਨੂ, ਜਿਹਦੇ ਨਾਲ CBC ਦੀ ਟੀਮ ਨੇ ਕਈ ਦਿਨ ਗੁਜ਼ਾਰੇ, 3 ਜਾਂ 4 ਦਿਨ ਹੋਣਗੇ, ਜ਼ਿਆਦਾ ਵੀ ਹੋ ਸਕਦੇ ਨੇ, ਕਿਵੇਂ ਆਉਂਦੇ ਨੇ, ਕੀ ਹੈ, ਸਿਕਿਉਰਿਟੀ ਦਾ ਧਿਆਨ ਰੱਖਦੇ ਹੋਏ, ਉਹਦਾ ਟਾਈਟਲ ਦਿੱਤਾ ਉਹਨਾਂ ਨੇ, ਦਾ ਫਾਈਟ ਫॉर ਐਨ ਇੰਡੀਪੈਂਡੈਂਟ ਖਾਲਿਸਤਾਨ। The alleged New York target has since been revealed to be Gurpatwant Singh Pannu, a dual Canadian-American citizen and staunch ally of Niger in the fight for an independent Sikh homeland in northern India to be called Khalistan। ਹੁਣ ਇਹ ਐਕਸਪਲੇਨ ਖੁਦ ਹੀ ਕਰ ਰਹੇ ਨੇ ਕਿ ਭਾਈ ਖਾਲਿਸਤਾਨ ਕੀ ਹੈ, ਕਿੱਥੇ ਬਣਨਾ ਹੈ, ਔਰ ਇਹ ਕੀ ਹੈਗਾ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਫਿਫਥ ਐਸਟੇਟ ਦੇ ਨਾਲ ਜਿਹੜਾ ਇੰਟਰਵਿਊ ਦਿੱਤਾ ਹੈ, Pannu talked about their close friendship and shared commitment to campaigning for Khalistan। फिर उन्होंने कहा the first call I used to get was from Hardeep Singh Nijjar, और उन्होंने कहा कि भाई वो एक प्लम्बिंग बिजनेस रन करते सी, और उन्होंने डे एंड नाइट उन्होंने कमिटमेंट सी इस पूरे लिए। और ईवन जदों निज्जर का मर्डर हुंदा है उस दिन भी, उस तो एक दिन पहला गुरपतवंत सिंह पन्नू कहते ने मेरी गलबात हुई, और उन्होंने कहा कि निज्जर ने मैनू कहा कि कैनेडियन इंटैलीजेंस एजेंसीज हैव अप्रोच्ड हिम जस्ट अ डे बिफोर दैट एंड दे वार्नड हिम दैट हिज लाइफ इज इन डेंजर। कि एक दिन पहला ही जड़ा है वो, एक दिन पहला पन्नू नाल गल हुई, तो पन्नू ने कहा भी एक दिन पहला मैनू कैनेडियन सीसस ने सद के कहा भी मेरी जान नू खतरा है। ये फिफ्थ एस्टेट के मिस्टर बॉब मैकियोन ने, और इस फिर उन्होंने रेफरेंडम्स की गल की है कि भी ये दोनों ही जड़े ने पन्नू एंड निज्जर जड़े ने 2020 तो लैके जड़े रेफरेंडम कैंपेन चल रहा है, नॉन बाइंडिंग रेफरेंडम चल रहा है। टेंस ऑफ थाउजेंड्स ऑफ सिख्स हैव शोन अप टू कास्ट बैलेट्स इन रेफरेंडम इन लंडन, मेलबर्न, रोम, जनेवा एंड कैनेडा, नेमली इन ब्रैम्पटन एंड ग्रेटर टोरंटो एरिया सारे दिए। फिर फिफ्थ स्टेट ने अगों उन्होंने कहा कि भी असी एक्सक्लूसिव एक्सैस टू पन्नू एज ही ट्रैवल टू सैन फ्रांसिस्को इन लेट जनवरी टू होल्ड द फर्स्ट रेफरेंडम फॉर खालिस्तान, कि जिस दिन जोड़ा 28 जनवरी नू सैन फ्रांसिस्को दे विच रेफरेंडम होया, गुरपतवंत सिंह पन्नू फुल सिक्योरिटी च आए, और उन्होंने कहा भी फिफ्थ एस्टेट दे भी जिहड़े कैमरामैन जां दूजे ने ਉਹ ਉਹਨਾਂ ਦੇ ਨਾਲ ਸੀ, ਕਿਉਂਕਿ ਉਹਨਾਂ ਦੀ ਹਰ ਮੂਵਮੈਂਟ ਨੂੰ ਜਿਹੜਾ ਉਹ ਫਿਲਮ ਕਰ ਰਹੇ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਸਿੱਖ ਲੀਡਰਸ ਮਾਰਕਡ ਫॉर ਡੈਥ
एक नैक्सट टाइटल दिता है जी कि उन्होंने कहा कि भी ये इसलिए वी फॉलो द इंटरनेशनल लॉ, वी कैंपेन लेट द सिख पीपल, द इंडिजिनस पीपल ऑफ पंजाब, गिव दैम ए चांस टू वोट. That is the reason they killed Nijar. That is the reason they wanted to kill me, to stop a peaceful democratic process of Khalistan referendum. और उन्होंने कहा कि भी ये उन्हों का काम है इंडियन हाई कमीशन और दूसरा, और इंडियन हाई कमीशन ने जी 5th एस्टेट जिन्हों की ये एक्सक्लूसिव सारी स्टोरी है उन्होंने गल करन तो ना करती ਜਾਂ उन्होंने अगों रिस्पॉन्ड ही नहीं किया. और फिर उन्होंने कहा कि भाई असी 5th एस्टेट असी 5 होर बंदियां नूं भी सरी तो मिले हैं जिन्होंने ड्यूटी टू वॉर नोटिस RCMP ने दिते भी 5 बंदियां RCMP ने उत्थे नोटिस दिता भी मिल के कि भी तुहाडी जान नूं खतरा है. और फिर उन्होंने जिहड़ा अदर टारगेटेड किलिंग्स इन कैनेडा इस दे उत्ते भी उन्होंने गल कीती है. सो ये बड़ी पॉजिटिव है इन्वेस्टिगेटिव स्टोरी. सीधा सीधा ब्लेम इंडिया दे उत्ते तो है ही है, लेकिन उसका रोग स्टेट वाला चेहरा भी जिहड़ा उन्होंने एक्सपोज किया है. और एक स्टोरी जिहदे नाल शायद हुण मैं टाइम दे चलदे इंसाफ नहीं कर पावांगा, ये भी बड़ी डिटेल दे विच बड़ी मेहनत 12-13 सफ़े दे प्रिंट आउट दे निकले. लॉस एंजल्स टाइम मेजर खबर है, मेजर न्यूज़पेपर है. और जावेद कलीम जिहड़े नेशनल कॉरस्पोंडेंट ने और फोटोग्राफी इरफान खान ज़ाहिर है दोनों ही रिपोर्टर और फोटोग्राफर मुसलमान ने, इसलिए पाकिस्तानी हो सकता ओरिजिन दे होण ज़्यादा चंगी तरह सम. क्योंकि मैं जो इस स्टोरी नूं क्लोजली देखा मैं देखा कि बहुत सारे जिवें इनसाइडर अपनियां सारियां परंपरावां दा पता हुंदा है, सिख करैक्टर, और उन्होंने बयानिया किवें बाबा ज्वाला सिंह 20वीं सदी की बिगनिंग च आए स्टॉकटन गुरुद्वारे के आले दुआले उन्होंने ये सारे नूं जिहड़ा है रखा. और ये सारे च उन्होंने कहा कि भी इंडियन गवर्नमेंट जिहड़ी है हर उस सिख नूं जिहड़ा खालिस्तान की मंग करदा उन्होंने दहशतगर्द कहती है. और ये उन्होंने ਅੱਡ एक्टिविस्ट ਨੂੰ भी इंटरव्यू किया. और ये सारे दे चलदे हैं उन्होंने ईवन सैक्रामेंटो जिहड़ा रेफरेंडम 31 तरीक नूं होण जा रहा है उसका भी हवाला दिता है. और उहदे च उन्होंने कहा कि भी ये सिख ट्रांसपोर्टर होण, ड्राइवर होण, डॉक्टर्स होण, नर्सिस होण, कोई भी होए भी जिहड़ा क्रॉस सैक्शन है सिखां दा डायस्पोरा दे विच घट्टो घट्ट उन्हें जिन्ना उन्होंने कहा भी वो खालिस्तान के हमायती ने. पंजाब की सिचुएशन है उस भी उन्होंने एक दो कोट करके कहा कि उन्होंने कहा जी उत्थे खालिस्तान कहने का मतलब है जेल च एंड होना, पर जे फ्रीडम नाल उत्थे UN और दूसरे रेफरेंडम करवाउण तो मेजोरिटी सिख जिहड़े ने जां मेजोरिटी पंजाबी भी वो खालिस्तान चाहुंदे ने. सो असीं समझदे हैं भी ये मेजर जिहड़ा पॉजिटिव PR है. और इस चों असीं ये देख सकते हैं कि सिखां दे नाल हमदर्दी का इजहार भी है. और मीडिया च ये सिख नैरेटिव का आना ये अपने आप दे विच एक वड्डी प्राप्ति है, भावें इस दे लई हरदीप सिंह निज्जर का खून डुल्लिया. बिल्कुल जी राज साहब तुहाडा बहुत बहुत धन्नवाद. साथ लेने ब्रेक व्यूअर्स तुसीं इसी तरह ही जुड़े रहना. मिलते हैं आफ्टर दिस शॉर्ट ब्रेक. ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਪੰਥਕ ਸਮਾਗਮ 17 ਮਾਰਚ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਫਲਸ਼ਿੰਗ ਨਿਊਯਾਰਕ ਵਿਖੇ ਹੋਣ ਜਾ ਰਿਹਾ ਹੈ. ਸਵੇਰੇ 9:30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸਜੇ ਦੀਵਾਨ ਵਿੱਚ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹੋਰ ਪੰਥਕ ਬੁਲਾਰਿਆਂ ਵੱਲੋਂ ਸੰਗਤ ਨਾਲ ਮੌਜੂਦਾ ਪੰਥਕ ਹਾਲਾਤਾਂ ਬਾਰੇ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ. ਗੁਰੂ ਘਰ ਪ੍ਰਬੰਧਕ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਆਪ ਸਭ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ. ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ. FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ. ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ. ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ. ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ
ਦਾਅਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਘੱਟ ਗਿਣਤੀ ਮੁਸਲਮਾਨਾਂ ਨਾਲ ਥਰਡ ਕਲਾਸ ਸ਼ਹਿਰੀਆਂ ਵਾਲਾ ਵਰਤਾਵਾ ਜਿਹੜਾ ਉਹ ਹੋ ਰਿਹਾ ਹੈ ਔਰ ਦਿੱਲੀ ਵਿੱਚ ਇੱਕ ਸੜਕ ਤੇ ਯੂਮੇ ਦੀ ਨਮਾਜ਼ ਅਦਾ ਕਰ ਰਹੇ ਸਜਦੇ ਵਿੱਚ ਝੁਕੇ ਮੁਸਲਮਾਨਾਂ ਨੂੰ ਇੱਕ ASI ਪੁਲਿਸ ਅਫਸਰ ਨੇ ਠੁੱਡੇ ਮਾਰ ਕੇ ਜ਼ਲੀਲ ਕੀਤਾ। ਔਰ ਇਸੇ ਤਰ੍ਹਾਂ ਮੋਦੀ ਨੇ ਆਪਣੀ ਕਸ਼ਮੀਰ ਫੇਰੀ ਦੌਰਾਨ ਕਸ਼ਮੀਰੀਆਂ ਦੇ ਜ਼ਖਮਾਂ ਤੇ ਅਗੂ ਲੂਣ ਪੁੱਕਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਪਾਕਿਸਤਾਨ ਦੀ ਮੰਗ 23 ਮਾਰਚ 1940 ਦੇ ਲਾਹੌਰ ਰੈਜ਼ੋਲੂਸ਼ਨ ਤੋਂ ਬਾਅਦ ਉਭਰੀ ਤੇ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਹੀ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੜੇ ਬਹੁਤ ਵੱਡੇ ਸਕਾਲਰ ਸੀ ਔਰ ਮੁਸਲਮਾਨਾਂ ਦੇ ਲੀਡਰ ਸੀ, ਕਾਂਗਰਸ ਦੇ ਵਿੱਚ ਸੀ, ਉਹਨਾਂ ਨੂੰ ਕਾਂਗਰਸ ਪ੍ਰੈਜ਼ੀਡੈਂਟ ਵੀ ਬਣਾਇਆ ਗਿਆ ਔਰ ਉਹ ਉਸ ਮੂਵਮੈਂਟ ਨੂੰ ਲੀਡ ਕਰ ਰਹੇ ਸੀ, ਜਿਹਦੇ 'ਚ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਉਲਮਾ ਔਰ ਬੜੇ ਲਰਨਡ ਲੋਕ ਸੀ ਜਿਹੜੇ ਪਾਕਿਸਤਾਨ ਦੀ ਮੰਗ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਸੀ ਕਿ ਜੀ ਇਹ ਤਾਂ ਸਾਡੇ ਪੁਰਖਿਆਂ ਦੀਆਂ ਕਬਰਾਂ ਇੱਥੇ ਨੇ, ਅਸੀਂ ਇੱਥੋਂ ਛੱਡ ਕੇ ਕਿੱਥੇ ਜਾਣਾ ਹੈ, ਅਸੀਂ ਇੱਥੇ ਹੀ ਮਰਾਂਗੇ ਔਰ ਇਹੀ ਸਾਡੀ ਜਿਹੜੀ ਹੈ ਉਹ ਭੂਮੀ ਹੈ। ਔਰ ਉਹ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ, ਔਰ ਜਿਵੇਂ ਉਹਨਾਂ ਨੇ ਮੁਹੰਮਦ ਅਲੀ ਜਿਨਾ ਕਾਇਦੇ ਆਜ਼ਮ ਨੇ ਸਿੱਖ ਲੀਡਰਸ਼ਿਪ ਨੂੰ ਵੀ ਕਿਹਾ, ਜਿਹੜੇ ਸਿੱਖਾਂ ਨੂੰ ਵੀ ਲੱਗਦਾ ਸੀ ਕਿ ਭਾਈ ਗਾਂਧੀ ਔਰ ਦੂਸਰਾ ਜਿਹੜਾ ਇਹ ਸਾਡੇ ਇਹਨਾਂ ਨਾਲ ਇਕਰਾਰ ਨੇ ਔਰ ਦੂਸਰਾ ਔਰ ਅਸੀਂ ਤਾਂ ਇੱਥੇ ਹੀ ਸੇਫ ਹੈ, ਇੰਡੀਆ ਡਿਵਾਈਡ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਵੀ। ਔਰ ਉਹਨਾਂ ਨੇ ਕਿਹਾ ਸੀ ਕਿ ਵੀ ਤੁਸੀਂ, ਉਹਨਾਂ ਨੇ ਆਪਣੇ ਮੁਸਲਮਾਨਾਂ ਨੂੰ ਕਿਹਾ, ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਬਿਲਕੁਲ ਇੱਕ ਭਰਮ 'ਚ ਫਸੇ ਹੋਏ ਹੋ, ਇੱਕ ਵਕਤ ਆਏਗਾ ਵੀ ਤੁਹਾਨੂੰ ਇਹਨਾਂ ਨੇ ਨਮਾਜ਼ ਵੀ ਨਹੀਂ ਪੜ੍ਹਨ ਦੇਣੀ ਔਰ ਤੁਸੀਂ ਹਰ ਗਲੀ ਦੇ ਮੋੜ ਦੇ ਉੱਤੇ ਸਾਬਤ ਕਰਦੇ ਫਿਰੋਗੇ ਕਿ ਤੁਸੀਂ ਪੈਟਰੀਓਟ ਹੋ, ਤੁਸੀਂ ਦੇਸ਼ ਭਗਤ ਹੋ। ਔਰ ਸਿੱਖ ਲੀਡਰਸ਼ਿਪ ਨੂੰ ਉਹਨਾਂ ਨੇ ਕਿਹਾ ਕਿ ਵੀ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿਆਸੀ ਤੌਰ ਤੇ ਅਨਾੜੀ ਨੇ। ਯੂ ਹੈਵ ਸੀਨ ਹਿੰਦੂਜ਼ ਐਜ਼ ਦਾ co-slaves, but when you'll see them as the rulers, you will see their true face. When Hindus will be the masters and Sikhs will be the slaves. ਕਿ ਤੁਸੀਂ ਇਹਨਾਂ ਨੂੰ ਸਹਿ ਗੁਲਾਮ ਦੇਖਿਆ, ਜਦੋਂ ਇਹਨਾਂ ਦੇ ਹੱਥ 'ਚ ਪਾਵਰ ਆਏਗੀ ਤੁਸੀਂ ਉਦੋਂ ਦੇਖੋਗੇ ਕਿ ਇਹ ਮਾਲਕ ਹੋਣਗੇ ਤੇ ਤੁਸੀਂ ਗੁਲਾਮ ਹੋਵੋਗੇ। ਹੁਣ ਸਿੱਖਾਂ ਨੇ ਤਾਂ ਇਹਨਾਂ 75 ਸਾਲਾਂ 'ਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਪਹਿਲਾਂ ਵੈਸੇ ਡਿਸਕ੍ਰਿਮੀਨੇਸ਼ਨ ਕ੍ਰਿਮੀਨਲ ਟਰਾਈਬ ਤੋਂ ਲੈ ਕੇ ਅੱਜ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਬਾਹਰਲੀ ਦੁਨੀਆ 'ਚ ਵੀ ਸਿੱਖਾਂ ਨੂੰ ਨਿਸ਼ਾਨੇ ਤੇ ਲੈਣ ਦਾ ਅਮਲ ਜਿਹੜਾ ਉਹ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ, ਦੇਖ ਰਿਹਾ। ਬਿਲਕੁਲ ਮੁਸਲਮਾਨਾਂ ਨੇ, ਔਰ ਜਿਵੇਂ ਮਾਸਟਰ ਤਾਰਾ ਸਿੰਘ ਵੀ ਸੈਕੂਲਰਿਜ਼ਮ ਦੇ ਔਰ ਉਸ ਸਾਰੇ ਦੇ ਬਹਿਕਾਵੇ ਦੇ ਵਿੱਚ ਆਏ, ਇਸੇ ਤਰ੍ਹਾਂ ਕਸ਼ਮੀਰੀਆਂ ਦਾ ਲੀਡਰ ਸ਼ੇਖ ਅਬਦੁੱਲਾ, ਜਿਹਨੂੰ ਲੱਗਦਾ ਸੀ ਵੀ ਉਹ ਤਾਂ ਪ੍ਰਾਈਮ ਮਿਨਿਸਟਰ ਮਟੀਰੀਅਲ ਹੈ, ਨਹਿਰੂ ਜਿੰਨੇ ਵਿਜ਼ਡਮ ਉਹਦੇ ਕੋਲ ਵੀ ਆ, ਉਹ ਤਾਂ ਵੱਡਾ ਲੀਡਰ ਹੋਏਗਾ, ਔਰ ਉਹਨੇ ਕਸ਼ਮੀਰੀਆਂ ਨੂੰ ਇਹਨਾਂ ਦੇ ਚੁੰਗਲ 'ਚ ਫਸਾਤਾ। ਨਤੀਜੇ ਦੇ ਤੌਰ ਤੇ ਇਹਨਾਂ ਦੋਨਾਂ ਕੌਮਾਂ ਦਾ, ਹਾਲਾਂ ਸਾਡੀ ਲੀਡਰਸ਼ਿਪ ਤਾਂ ਜ਼ੁਬਾਨੀ ਕਲਾਮੀ ਵਾਅਦਿਆਂ ਦੇ ਉੱਤੇ ਆਈ, ਸ਼ੇਖ ਅਬਦੁੱਲਾ ਜਾਂ ਉਹਦੇ ਰਾਹੀਂ ਹਰੀ ਸਿੰਘ ਜਾਂ ਜੋ ਵੀ ਸੀ ਉਸ ਪੀਰੀਅਡ ਦਾ, ਉਹਨਾਂ ਨੇ ਆਰਟੀਕਲ 370 ਜਾਂ ਬਾਅਦ 35A ਵੀ ਉਹਦੇ 'ਚ ਜੋੜਿਆ ਗਿਆ, ਜਿਹਦੇ ਥੱਲੇ ਉਹਨਾਂ ਦਾ ਆਪਣਾ ਝੰਡਾ ਸੀ, ਆਪਣਾ ਨੈਸ਼ਨਲ ਐਂਥਮ ਸੀ, ਆਪਣਾ ਉਹਨਾਂ ਦਾ ਕਾਂਸਟੀਟਿਊਂਟ ਅਸੈਂਬਲੀ ਸੀ, ਆਪਣਾ ਜਿਹੜਾ ਉਹਨਾਂ ਦਾ ਸਦਰ ਸੀ, ਪ੍ਰੈਜ਼ੀਡੈਂਟ ਕਹਿੰਦੇ ਸੀ ਉਹਦੇ ਹੈੱਡ ਨੂੰ। ਉਹ ਕਿਸ ਹੱਦ ਤੱਕ ਚਲੇ ਗਏ ਉਹ ਅਸੀਂ ਦੇਖ ਲਿਆ
ਵੀ ਜੋ ਕਸ਼ਮੀਰੀਆਂ ਦੇ ਨਾਲ ਹੋਇਆ 5 ਅਗਸਤ 2019 ਨੂੰ, ਜਿਵੇਂ ਉਹਦਾ ਸਾਰਾ ਕੁਝ ਖਤਮ ਕਰਕੇ ਈਵਨ ਸੂਬੇ ਦਾ ਵਜੂਦ ਵੀ ਮਿਟਾ ਦਿੱਤਾ। ਔਰ ਨਰਿੰਦਰ ਮੋਦੀ ਜਿਹੜਾ 4 ਸਾਲ ਬਾਅਦ ਪਹਿਲੀ ਵਾਰ ਕਸ਼ਮੀਰ ਵਾਦੀ ਗਿਆ, ਅਸੀਂ ਪਰਸੋਂ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਭਾਈ ਆਲਰੇਡੀ ਉਹਨਾਂ ਨੇ ਖਬਰ ਪਲਾਂਟ ਕੀਤੀ ਹੈ, ਖਾਲਿਸਤਾਨੀਆਂ ਦੇ ਖਾਤੇ 'ਚ ਕੋਈ ਵਾਇਲੈਂਸ ਪਾ ਸਕਦੇ ਨੇ ਜਾਂ ਦੂਜੇ। ਉੱਥੇ ਉਹਨੇ ਕਹਿਣਾ ਕਿ ਅਸੀਂ ਉਹੀ ਝੂਠੋ ਝੂਠ ਉਸ श्रीनगर दे उस मुकाम ते खलो के कि जी कश्मीरी बहुत खुश ने और वो तो पूरे सोले गा रहे ने, J&K टचिंग न्यू हाइट्स ऑफ डेवलपमेंट, ब्रीदिंग फ्रीली आफ्टर आर्टिकल 370 एब्रोगेशन, प्राइम मिनिस्टर मोदी कि जी मैं देख रहे हैं कश्मीरी हुण सुख दा साह लै रहे हैं, खुल के साह लै रहे हैं क्योंकि उन्होंने आज़ादी मिल गई है और बड़ा विकास होएगा। और बड़ा मैं बाहरले टूरिस्टां नूं भी इंडियंस नूं कहना कश्मीर आओ, डेस्टिनेशन वैडिंग आके इत्थे करो, बहुत खूबसूरत है फलाना ढिमका। ਉਹੀ ਉਹ ਜਿਹੜੀ ਭੀੜ ਵੀ ਉੱਥੇ ਅੰਦਰ ਖੜੀ, ਸਾਰੇ ਜਿਵੇਂ ਅਸੀਂ ਕਿਹਾ ਸੀ ਸਰਕਾਰੀ ਮੁਲਾਜ਼ਮ, ਔਰ ਇਹ ਗੱਲ ਕੱਲਾ ਮੈਂ ਨਹੀਂ ਕਹਿ ਰਿਹਾ। ਔਰ ਇਸ ਦੇ ਵਿੱਚ ਉਹਨਾਂ ਨੇ ਮਹਿਬੂਬਾ ਮੁਫਤੀ ਨੇ ਕਿਹਾ PM's ਕਸ਼ਮੀਰ ਵਿਜ਼ਿਟ only to drum support among BJP's core constituency in view of Lok Sabha polls. Government employees forcibly ferried to venue of PM's event in Srinagar, alleges Mufti. उन्होंने कहा सरकारी मुलाजम, उन्होंने कहा तुहानू नौकरियों बर्खास्त कर देना, और ढो ढो के लियाते गए। और यही गल जिहड़ी है उन्होंने फारूक अब्दुल्ला ने भी कही, उन्होंने कहा जी नथिंग न्यू इन PM स्पीच एट श्रीनगर। उमर अब्दुल्ला, people of Ladakh and Jammu want the special status back, says National Conference। उन्होंने कहा वो चीका मार रहे ने लद्दाख और जम्मू वाले के वापस ले आओ आर्टिकल 370। उन्होंने तो है ही नहीं सी अंदाजा भी की होएगा। हुण ये तो जो जम्मू कश्मीर च हो रहा असीं जिक्र करते ही हैं, हुण असीं बाकियां दी गल करिए। साडी एक बच्ची जिहड़ी जामिया मिलिया दे विच पढ़दी सी, उन्हें क्योंकि लॉ इंस्टीट्यूट है, तो उन्हें कहना कि भी जिहड़े कश्मीरी मुसलमानां दे मुंडे कुड़ियां भी उत्थे सी कि जिहड़े बाकी भारत दे मुसलमान लखनऊ तो जां बिहार जां यूपी तो सी, वो कश्मीरी मुसलमानां नूं नफरत करदे सी, जिहड़े उन्हां दे मुंडे कुड़ियां सी कि भी तुसीं लड़ रहे हो, रौला पा रहे हो, तो साडे नाल बदसलूकी हुंदी, सानू जे तुसीं चुप करके बह जाओ तो असीं बड़े आराम दे नाल जिहड़ा है वो जी सकदे हैं। और हुण तो 4 साल हो गए, कश्मीरी तो बह गए, उन्होंने तो वजूद मिटाता उन्होंने। लेकिन ये 20 करोड़ भारत का मुसलमान किस हालत चो गुजर रहा है, उहदे च एक तो बाद एक घटना जो कुछ यूपी दे विच जिन्हों कहण ही बाबा बुलडोजर लग गए, आदित्यनाथ योगी, वो किवें उन्हां दियां मुसलमानां दे घर कारोबार मसीतां उत्तराखंड दे विच की हो रहा है, गुजरात दे विच तां चल ही रहा, किन्नियां स्टेटां च एंटी कन्वर्शन लॉ, मुजफ्फराबाद च जिहड़ा वो की होया, नू मेवात दे विच की होया। और हुण ये जिहड़ा सी कि भाई असीं नमाजी तां हाँ असीं तां करना, हुण जिहड़ी अज खबर सारे पिछले 24 घंटे च इन्हां दे यूट्यूब्स ते और दूजे डिस्कस हो रही है। हुण दिल्ली दे विच इंदरलोक दा इलाका है, और हुण क्योंकि अज फ्राइडे है जिन्होंने जुम्मा कहंदे ने, जुम्मे दी नमाज जिहड़ा इस्लामिक कॉन्सैप्ट दे विच बाकी दिनां दी 5 नमाजी जिहड़े ने वो आपो अपनी पढ़दे ने, लेकिन ईदगाह जिहड़ियां ने बहुत सारियां इसे लिए ने कि जिथे जुम्मे दी नमाज जमाती तौर ते पढ़ी जाती है, तुसीं वड्डी गिणती च। हुण ये इंदरलोक इलाके दे विच एक मसीत है, और आबादी भी मुसलमानों की आले दुआले है। उस मसीत दे विच अंदर भर गई मसीत जुम्मे की नमाज वेले, तो सड़क नाल फुटपाथ टाइप है, उत्थे कुछ ने थले जड़ियां ने वो दरियां जां विछा के चटाइयां, तो सड़क का ट्रैफिक नहीं बंद किया, उन्होंने जिहड़ा उत्थे नमाज पढ़नी शुरू की, अगे भी पढ़ते होणगे कदी कदाई। हुण उत्थों ही 200-300 मीटर के उत्ते पुलिस चौकी है, उन्हां दा एक जिहड़ा ASI तोमर लास्ट नेम वो आया, वो नमाज दे विच जदों तुसीं पढ़ी जाती है फिर सिजदे दे विच झुकिया हुंदा है, वो सिजदे च झुके हुए ने और आके पिछों दी ठुड्डे मार रहा, एक नूं मारिया, 2 नूं मारिया, तीजे नूं धौण ते फड़िया, वो किसी ने उसकी वीडियो भी बना दी, वो सारे पासे गई
और नतीजा हज़ारां की गिणती मुसलमान निकल आए। उसे ही एरिया मुसलमानी एरिया सी, उन्होंने भी लगा दिल्ली पुलिस नूं उन्हां दे कमिश्नर अरोड़ा के कौन है वो आया, मौके तो उन्हें फैसला किया जी इहनूं असीं सस्पेंड कर रहे हैं और ट्वीट भी किया असीं दी निंदा करते हैं। और दूसरा हुण इस सारे नूं तुसीं बेशक फौरी तौर दे उत्ते उन्होंने डैमेज कंट्रोल करने की कोशिश की, लेकिन गल ये नहीं है। हुण तुसीं उही इस खबर दे उत्ते ट्विटर ट्रेंड, ओवरऑल मीडिया डिस्कशन कि जी ये इन्हां नूं सड़कां रोकण दा की हक है, हालांकि कोई सड़कां हालांकि उही दिन जुम्मे दा जिस दिन ये घटना वापरदी है महाशिवरात्रि सी, भारत दा किहड़ा शहर किहड़ी गली किहड़ा जिथे उन्होंने सड़कां रोकियां ना होण, अद्धी अद्धी रात की सारी रात जगराते दे नां थल्ले मेन बाजार मेन सारे रोके हुंदे ने, लेकिन ये उन्हां दा इस किस्म दा वरतारा है। और ईवन इस घटना नूं भी वो पोलराइज जिहड़े कह रहे हैं कि देखो मुसलमानां नूं क्यों रियायत दी जाए, वो अंदर क्यों नहीं पढ़ सकते, और यही गल जिहड़ी है वो यूपी और बिहार और दूसरियां थावां ते भी वो करन दी कोशिश करते हैं। और ये अपने आप दे विच जदों मैं ये खबर भी देखी अज, क्योंकि सारिਆਂ दी डिस्कशन ही इस दे उत्ते सी कि बहुत माड़ा होया, बहुत इवें नहीं होना चाहिए, मैं क्या ये हुंदी है विजनरी लीडरशिप के मुहम्मद अली जिन्हां ने 75-80 साल पहला कहा सी कि भाई ये जिहड़ा तुसीं इस गल नूं समझ आओ नाल साडा साथ दिओ, ते उदों वो कहंदे सी कि जी ये तां काफरे आज़म है और असी जिहड़ा बहुत खुश है। और मौलाना अबुल कलाम आज़ाद साडा देखो कांग्रेस का प्रेजिडेंट है, सानू प्रेजिडेंट ही दित्ती हुई है, उही हाल अज मुसलमानां दा है, उही सिखां दा है, उही कश्मीरियां दा है। सो ये हुंदा है जिस बारे मैं अक्सर जदों उर्दू का ये कपलेट दोहरांदा है कि वो वक्त भी देखा तारीख की घड़ियों ने, जब लम्हों ने खता की सदियों ने सजा पाई। जी डॉक्टर साहब ਤੁਹਾਡਾ बहुत बहुत शुक्रिया। साथ लेने ब्रेक। व्यूअर्स ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ आफ्टर दिस शॉर्ट ब्रेक। ਕੈਲੀਫੋਰਨੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸਮਰਪਿਤ 31 ਮਾਰਚ ਦਿਨ ਐਤਵਾਰ ਨੂੰ ਸੈਕਰਾਮੈਂਟੋ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ, ਬੱਸਾਂ ਦੀ ਜਾਣਕਾਰੀ ਜਾਂ ਖਾਲਿਸਤਾਨ ਦੇ ਬੈਨਰ, ਫਲਾਇਰ, ਪੋਸਟਰ ਜਾਂ ਸਟicker ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। व्यूअर्स वेलकम बैक टू प्रोग्राम। सो व्यूअर्स एंड वाले सैक्शन में ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਐਰੀਜ਼ੋਨਾ ਤੇ ਤੋਂ ਜਿਹੜੇ ਸਾਬਕਾ ਕਾਂਗਰਸਮੈਨ ਟ੍ਰੈਂਟ ਫਰੈਂਕਸ ਨੇ ਜਿਹੜੀ ਅਮਰੀਕਨ ਸਰਕਾਰ ਨੂੰ ਕਿਹਾ ਹੈ ਕਿ ਅਮਰੀਕਾ ਵੱਲੋਂ ਭਾਰਤ ਨੂੰ ਦਿੱਤੇ ਜਾ ਰਹੇ ਹਥਿਆਰਾਂ ਦੀ ਕਿਸਾਨਾਂ ਉੱਤੇ ਦੁਰਵਰਤੋਂ ਨੂੰ ਰੋਕਿਆ ਜਾਵੇ। ਕਾਂਗਰਸਮੈਨ ਨੇ ਟਵੀਟ ਕਰਕੇ ਕਿਹਾ ਹੈ ਕਿ ਹਿਊਮਨ ਰਾਈਟਸ ਰੱਬ ਵੱਲੋਂ ਦਿੱਤੇ ਗਏ ਹਨ ਅਤੇ ਇਹਨਾਂ ਦੀ ਹਰ ਵੇਲੇ ਰੱਖਿਆ ਹੋਣੀ ਚਾਹੀਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੋਂ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ ਔਰ ਜਿਹੜੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो किसान मूवमेंट का अपना चल रहा है, हालांकि लीडरशिप बड़ी इनडिसाइसिव है, लेकिन हाई कोर्ट ने शिकंजा भी कसना शुरू किया होया, वो बड़े स्ट्रक्चर भी पास हो रहे हैं। ये भी आया जी शुभकरमन सिंह दे उस दे उत्ते हाई कोर्ट ने एक इन्वेस्टिगेटिव टीम बना दी है, उन्होंने साबका जज के कौन हैड करेगा, ये सारा वक्त का ज़िया हुंदा है। लेकिन उन्होंने लीडरशिप बेशक अजे जिहड़ा उन्होंने पिछले दिन ही कॉल दी सी रेल रोको और दिल्ली चलो, रेल रोको का जे होना है दिल्ली चलो, उस बारे सी कि जी ल्यूकवार्म रिस्पॉन्स, क्योंकि कोऑर्डिनेशन का कोई है नहीं। और पंजाब हरियाणे के सिख किसानां दियां ही जथेबंदियां सी वो भी आपस फटियां हुई ने, बाकी तो बहुत ही बयानबाजी या सिंबॉलिक प्रेजेंस ही होंगी है जी। तमिलनाडु चो 5 आ गए, कर्नाटका चो 4 आ गए। सो एक नुकसानदेह गल है कि जे इफेक्टिव ये मूवमेंट अगे नहीं बढ़ती। लेकिन इंटरनेशनली जिस लैवल की सपोर्ट इस मूवमेंट नूं पहले दिन तो ही मिली, खास तौर पर जदों
ਸ਼ੰਭੂ ਬਾਰਡਰ ਦੇ ਉੱਤੇ ਇਹਨਾਂ ਨੇ ਲਾਠੀ ਚਾਰਜ ਕੀਤਾ ਔਰ ਪੈਲਟ ਗਨਸ ਔਰ ਲਾਈਵ ਐਮੂਨੀਸ਼ਨ ਔਰ ਵਾਟਰ ਕੈਨਨ ਜਿਹਦੇ 'ਚ ਡੇਂਜਰਸ ਕੈਮੀਕਲ ਸੀ। ਸੋ ਇੱਕਦਮ ਬਾਹਰ ਉਸ ਦੀ ਮਦਦ ਵੀ ਹੋਈ ਔਰ ਈਵਨ US ਕਾਂਗਰੈਸ਼ਨਲ ਸਿੱਖ ਕਾਕਸ 'ਚ ਵੀ ਬਰੀਫਿੰਗ 'ਚ ਮੈਂਸ਼ਨ ਹੋਇਆ ਔਰ ਇਸ ਦੇ ਉੱਤੇ ਹੋਰਾਂ ਨੇ ਵੀ ਆਵਾਜ਼ ਬ੍ਰਿਟਿਸ਼ ਪਾਰਲੀਮੈਂਟ 'ਚ ਵੀ ਆਵਾਜ਼ ਚੁੱਕੀ ਗਈ। ਤੇ ਇਸ ਸਾਰੇ ਦੇ ਚੱਲਦਿਆਂ ਬੇਸ਼ੱਕ ਅਜੇ ਉੱਥੋਂ ਕੋਈ ਬਹੁਤੀ ਐਕਟੀਵਿਟੀ ਸਾਨੂੰ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੇਗਾ। ਔਰ ਜਿਵੇਂ ਮੈਂ ਓਪਨਿੰਗ ਸੈਕਸ਼ਨ 'ਚ ਵੀ ਮੈਂਸ਼ਨ ਕੀਤਾ ਕਿ ਕੱਲ੍ਹ ਇੱਕ ਵੱਡਾ ਪ੍ਰੋਟੈਸਟ ਜਿਹੜਾ ਇੰਡੀਅਨ ਹਾਈ ਕਮਿਸ਼ਨ ਇੱਥੇ 235 E 43rd ਸਟਰੀਟ ਉੱਥੋਂ ਸ਼ੁਰੂ ਹੋ ਕੇ 10 ਵਜੇ ਗੈਦਰਿੰਗ ਟਾਈਮ ਹੈ, 11:30 ਉੱਥੋਂ ਮਾਰਚ ਕਰਕੇ ਫਿਰ 20 ਤੋਂ 30 ਮਿੰਟ ਦੀ ਵਾਕ ਹੈ ਮਾਰਚ ਦੀ। ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਜਿਹੜਾ ਹੈ ਉਹ 12 ਵਜੇ ਦੇ ਕਰੀਬ ਪਹੁੰਚੇਗਾ, 12 ਤੋਂ 2 ਤੱਕ ਫਿਰ UN ਦਾ ਬਾਹਰ ਪ੍ਰੋਟੈਸਟ ਹੈ ਜੀ। ਸੋ ਇਹ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ, ਬੱਸਾਂ ਦਾ ਪ੍ਰਬੰਧ ਹੈ ਸਾਰੇ ਪਾਸਿਓਂ। ਸੋ ਇਸੇ ਤਰ੍ਹਾਂ ਕੱਲ੍ਹ ਇੱਕ ਵੱਡੀ ਕਾਰ ਰੈਲੀ ਔਰ ਪ੍ਰੋਟੈਸਟ ਸਟਾਕਟਨ ਦੇ ਵਿੱਚ ਵੀ ਹੈ। ਸੋ ਇਹ ਐਕਟੀਵਿਟੀ ਤਾਂ ਬਾਹਰ ਚੱਲ ਰਹੀ ਹੈ, ਪਰ ਜਿਹੜੀ ਬਾਹਰਲੇ ਖਾਸ ਤੌਰ ਤੇ ਲਾਅ ਮੇਕਰਸ ਦੀ ਸਪੋਰਟ ਹੁੰਦੀ ਹੈ ਉਹ ਜ਼ਿਆਦਾ ਕਰੂਸ਼ਲ ਹੈ। ਉਸ ਦੇ ਵਿੱਚ ਮਿਸਟਰ ਟ੍ਰੈਂਟ ਫਰੈਂਕਸ ਜਿਹੜੇ ਵੋਕਲ ਨੇ, ਕਾਂਗਰਸਮੈਨ ਰਹੇ, ਰਿਲੀਜੀਅਸ ਫਰੀडम ਦੇ ਉੱਤੇ ਇਹਨਾਂ ਦੀ ਬੜੀ ਕਲੀਅਰ ਪੋਜੀਸ਼ਨ ਰਹੀ, ਹੁਣ ਦੁਬਾਰਾ ਕਾਂਗਰਸ ਲਈ ਰਨ ਕਰ ਰਹੇ ਨੇ ਇਸ ਪੀਰੀਅਡ ਦੇ ਵਿੱਚ। ਉਹਨਾਂ ਨੇ ਇਸ ਦੇ ਉੱਤੇ ਇੱਕ ਟਵੀਟ ਕੀਤਾ ਔਰ ਜਿਹਨੂੰ ਸਤਲੁਜ TV ਨੇ ਕੋਟ ਕੀਤਾ, The former Congressman of America, Trent Franks, has expressed concern about the supply of arms to India। ਕਿ ਇਹ ਜਿਹੜਾ ਅਮਰੀਕਾ ਭਾਰਤ ਨੂੰ ਹਥਿਆਰ ਸਪਲਾਈ ਕਰੇਗਾ ਜਾਂ ਕਰ ਰਿਹਾ ਹੈ, ਇਸ ਬਾਰੇ ਉਹਨਾਂ ਨੇ ਇਜ਼ਹਾਰ ਕੀਤਾ ਆਪਣਾ ਚਿੰਤਾ ਦਾ। He said that US should make the rest of the world aware of the violation of human rights in India। ਕਿ ਇਹ ਫਰਜ਼ ਹੈ ਅਮਰੀਕਾ ਦਾ ਕਿ ਨਾ ਸਿਰਫ ਉਹ ਖੁਦ ਇਸ ਕਿਸਮ ਦੀ ਕਿਸੇ ਗੱਲ ਤੋਂ ਪਰਹੇਜ਼ ਕਰੇ, ਉਹ ਬਾਕੀ ਦੁਨੀਆ ਨੂੰ ਵੀ ਦੱਸੇ ਕਿ ਭਾਈ ਕਿਵੇਂ ਇੰਡੀਆ ਜਿਹੜਾ ਇਹ ਵਾਇਲੇਟ ਕਰ ਰਿਹਾ ਹਿਊਮਨ ਰਾਈਟਸ। ਕਾਮਨ ਪੀਪਲ ਆਰ ਕਰੰਟਲੀ ਪ੍ਰੋਟੈਸਟਿੰਗ ਪੀਸਫੁਲੀ ਅਗੇਂਸਟ ਦਾ ਗਵਰਨਮੈਂਟ ਆਫ ਇੰਡੀਆ ਦੇਅਰ, ਕਿ ਆਮ ਲੋਕ ਪੀਸਫੁਲੀ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਗਵਰਨਮੈਂਟ ਦੇ ਖਿਲਾਫ। These weapons being bought by India are being used on protesting farmers। ਕਿ ਇਹ ਜਿਹੜੇ ਹਥਿਆਰ ਇੱਥੋਂ ਖਰੀਦ ਰਹੇ ਨੇ ਜਾਂ ਜਿਹੜੀ ਟੈਕਨੋਲੋਜੀ ਇੱਥੋਂ ਲਿਜਾ ਰਹੇ ਨੇ, ਇਹ ਜਿਹੜੇ ਪ੍ਰੋਟੈਸਟ ਕਰਨ ਵਾਲੇ ਫਾਰਮਰਸ ਨੇ ਉਹਨਾਂ ਦੇ ਉੱਤੇ ਇਸਤੇਮਾਲ ਕਰ ਰਹੇ ਨੇ। ਔਰ ਇਹ ਉਹਨਾਂ ਨੇ ਫਿਰ ਆਪਣਾ ਜਿਹੜਾ ਟ੍ਰੈਂਟ ਫਰੈਂਕਸ ਦੇ ਹੈਂਡਲ ਦੇ ਉੱਤੇ ਆ, ਉਹਨਾਂ ਨੇ ਕਿਹਾ ਦਾ ਪ੍ਰੋਟੈਕਸ਼ਨ ਆਫ ਦਾ ਗॉड। US should always make it clear to countries across the world that any military assistance or weapons sale to India will be predictated upon the protection of the God given human rights। ਕਿ ਜਿਹੜੇ ਮਨੁੱਖੀ ਹੱਕ ਨੇ ਰੱਬ ਨੇ ਦਿੱਤੇ ਹੋਏ ਨੇ, the protection of the God given human rights of all innocent human beings, ਕਿ ਜਿਹੜੇ ਬੇਗੁਨਾਹ ਨੇ ਉਹਨਾਂ ਦੀ ਰੱਖਿਆ ਕਰਨੀ ਫਰਜ਼ ਬਣਦਾ ਹੈ। ਸੋ ਅਸੀਂ ਟ੍ਰੈਂਟ ਫਰੈਂਕਸ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਜਿਹੜੇ ਟਰੂਥਫੁਲ ਬੰਦੇ ਨੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਵੀ ਕਰਨੀ ਚਾਹੀਦੀ ਹੈ, ਫਾਈਨੈਂਸ਼ੀਅਲੀ ਵੀ। ਔਰ ਅਰੀਜ਼ੋਨਾ 'ਚ ਜਿਹੜੇ ਵੀ ਇਹ ਡਿਸਟ੍ਰਿਕਟ 'ਚ ਨੇ ਉੱਥੋਂ ਦੇ ਸਿੱਖ ਵੋਟਰਾਂ ਨੂੰ ਵੀ ਅੱਗੇ ਆ ਕੇ ਫਰੰਟ ਲੀਡ ਕਰਨੀ ਚਾਹੀਦੀ ਹੈ ਇਹਨਾਂ ਦੀ ਸਪੋਰਟ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਤਨਾਮ ਸਿੰਘ ਜੀ, ਅਮਰਜੀਤ ਸਾਨੀ, ਰਾਮ ਸਿੰਘ ਜੀ ਇਹ ਸਾਨੂੰ ਫਤਿਹ ਤੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਬਦੁਲ ਰਹੀਮ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ, ਡਾਕਟਰ ਅਮਰਜੀਤ ਸਿੰਘ ਸਾਹਿਬ, ਯੂਅਰ ਐਨਾਲਿਸਿਸ ਇਜ਼ ਵੈਰੀ ਗੁੱਡ ਐਨਾਲਿਸਿਸ ਉਹਨਾਂ ਨੇ ਕਿਹਾ। ਐਂਡ ਫਿਰ ਹਰਮਨ ਪੰਨੂ ਜੀ, ਫਿਰ ਪੰਜਾਬ ਤਜਿੰਦਰ ਸਿੰਘ ਜੀ ਸਾਨੂੰ ਕਹਿੰਦੇ ਨੇ ਹੁਣ ਹਮ ਪੰਜਾਬ ਗੁਰਦਾਸਪੁਰ ਸੇ ਕਹਿੰਦੇ ਨੇ, ਨਾਲੇ ਚਾਹ ਦਾ ਵੀ ਕੱਪ ਜਾਂ ਕਾਫੀ ਦਾ ਵੀ ਕੱਪ ਜਾਂ ਪੀ ਰਹੇ ਨੇ ਜਾਂ ਸਾਡੇ ਨਾਲ ਸ਼ੇਅਰ ਕਰ ਰਹੇ ਨੇ। ਜਤਿੰਦਰ, ਹਾਂਜੀ, ਹੋਰ ਵੀਰ ਉਹਨਾਂ ਨੇ ਕਿਹਾ ਸੀ ਦਿੱਲੀ ਤੋਂ ਦੇਖ ਰਹੇ ਆ, ਉਹਨਾਂ ਦਾ ਨਾਮ ਹੈਗਾ ਹੈ ਆਈ ਥਿੰਕ ਮੈਂ ਦੇਖਿਆ ਸੁਰਿੰਦਰ ਸਿੰਘ ਜੀ, ਹਾਂਜੀ। ਸੋ ਹਰਜੋਤ ਮਾਲ ਜੀ ਕਹਿੰਦੇ ਨੇ ਕਿ ਖਾਲਸਾ ਰਾਜ ਜ਼ਰੂਰ ਆਵੇਗਾ ਤੇ ਬਹੁਤ ਜਲਦੀ, ਵਾਹਿਗੁਰੂ ਕਿਰਪਾ ਕਰੇਗਾ। ਔਰ ਜਤਿੰਦਰ ਸਿੰਘ ਕੋਤੜਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਕਹਿੰਦੇ TV 84 ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਚੜ੍ਹਦੀ ਕਲਾ ਵਿੱਚ ਪ੍ਰੋਗਰਾਮ ਸੱਚੋ ਸੱਚ ਉਹਨਾਂ ਨੇ ਕਿਹਾ। ਐਂਡ ਅਮਰਿੰਦਰ ਸਿੰਘ ਜੀ ਕਹਿੰਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਸਾਥੀਆਂ ਦੀ ਰਿਹਾਈ ਹੋਵੇਗੀ ਕਿ ਨਹੀਂ। ਔਰ ਬਲਿਹਾਰ ਸੋਹੀ ਜੀ
ਹਾਂਜੀ ਕੁਝ ਕਹਿਣਾ ਚਾਹੁੰਦੇ? ਹਾਂ, ਉਹਦੇ ਲਈ ਤੁਸੀਂ ਸਾਡਾ ਦੂਸਰਾ ਸੈਗਮੈਂਟ ਸੁਣ ਸਕਦੇ ਹੋ। ਹਾਂਜੀ ਹਾਂਜੀ, ਕਿ ਭਾਈ ਉਹਨਾਂ ਨੇ ਸੌਖੇ ਬਾਹਰ ਨਹੀਂ ਆਉਣ ਦੇਣਾ। ਬਲਿਹਾਰ ਸੋਹੀ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਕਹਿੰਦੇ ਆਜ਼ਾਦੀ ਹਾਲ ਹੈ, ਕਿਸਾਨ ਹਾਲ, ਖਾਲਸਾ ਜਵਾਨ ਹਾਲ, ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਿੰਦਰ ਸਿੰਘ ਜੀ ਐਸ ਕੋਟ ਜੀ ਕਹਿੰਦੇ ਮੁੱਕਦੀ ਗੱਲ ਹੈ, ਅੱਤ ਦਾ ਅੰਤ ਹੋਣ ਦਾ ਵਕਤ ਆ ਗਿਆ। ਔਰ ਇੰਦਰ ਸਿੱਧੂ ਜੀ ਵੀ ਕਹਿੰਦੇ ਨੇ, ਇਹ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮਿਸਰਾ ਸਿੰਘ ਔਰ ਸੁੰਦਰ ਲਾਲ ਜੀ ਕਹਿੰਦੇ ਨੇ ਦਿਸ ਇਜ਼ ਪਲੈਜ਼ੈਂਟ ਮਾਰਨਿੰਗ ਗਾਇਜ਼, ਗੁੱਡ ਮਾਰਨਿੰਗ। ਮਨਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸੁਰਮੁਖ ਮੁੰਦਰਾ ਜੀ ਫਤਿਹ ਬੁਲਾਉਂਦੇ ਨੇ। ਮਨਜੀਤ ਸਿੰਘ ਬਿਲਕੁਲ ਕਹਿੰਦੇ ਸਹੀ ਵੀਰ ਜੀ। ਸੁਰਮੁਖ ਮੁੰਦਰਾ ਜੀ ਫਤਿਹ ਬੁਲਾਉਂਦੇ ਨੇ। ਔਰ ਇੰਦਰ ਸਿੱਧੂ ਜੀ ਨੇ ਸਾਨੂੰ ਡੋਨੇਟ ਕੀਤਾ ਹੈ $25 ਦਾ, ਬਹੁਤ ਬਹੁਤ ਸ਼ੁਕਰੀਆ। ਔਰ ਅਸਗਰ ਅਲੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਗੁਰਪ੍ਰੀਤ ਸਿੰਘ ਜੀ, ਜਸਵੀਰ ਸਿੰਘ ਗਰੇਵਾਲ ਜੀ, ਫਿਰ ਇਸੇ ਤਰ੍ਹਾਂ ਹਾਂਜੀ ਕਮਾਂਡੋ ਫੋਰਸ ਬਾਬਾ ਜੀ, ਔਰ ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਸੁਪਿੰਦਰ ਸਿੰਘ ਜੀ, ਔਰ ਫਿਰ ਜਸਵੀਰ ਬਰਾੜ ਜੀ, ਕਰਮਜੀਤ ਸਿੰਘ ਜੀ, ਤਜਿੰਦਰ ਸਿੰਘ ਜੀ ਅਗੇਨ, ਜਾਹਿਦ ਬੱਟ ਜੀ, ਕੁਲਵਿੰਦਰ ਸੰਧੂ, ਹਰਮਨ ਪੰਨੂ, ਜਸਵੀਰ ਬਰਾੜ ਜੀ, ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ, ਕੁਲਦੀਪ ਕੌਰ ਜੀ, ਬਲਦੇਵ ਸਿੰਘ ਜੀ, ਬਲਵਿੰਦਰ ਸਿੰਘ ਜੀ, ਨਿਹੰਗ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਦੇਖੋ ਹੁਣ ਅਸੀਂ ਜਿਹੜੇ ਫੇਸਬੁੱਕ ਤੇ ਸਾਡੇ ਵੀਰਾਂ ਭੈਣਾਂ ਦੇ ਮੈਸੇਜ ਨੇ ਉਹਨਾਂ ਨੂੰ ਲੈਂਦੇ, ਉਸ ਤੋਂ ਬਾਅਦ ਅਸੀਂ ਇੱਕ ਸ਼ਲੋਕ ਗੁਰਬਾਣੀ ਦਾ ਵੀ ਡਿਸਕਸ ਕਰਾਂਗੇ। ਕਮਲ ਸਿੰਘ ਕਹਿੰਦੇ ਨੇ ਦੁਨੀਆ ਵਿੱਚ ਨਾਰੀ ਦਿਵਸ ਦਾ ਇੱਕ ਵਿਖਾਵਾ ਹੈ, ਸਿਰਫ ਔਰਤਾਂ ਨੂੰ ਭਰਮਾਉਣ ਲਈ, ਤੇ ਸਾਡੇ ਲੋਕ ਵੀ ਉਸ ਦੀ ਨਕਲ ਕਰਨ ਨੂੰ ਤਰਜੀਹ ਦਿੰਦੇ ਹਨ, ਕਿਉਂਕਿ ਸਾਡੇ ਸੱਭਿਆਚਾਰ ਜਾਂ ਧਰਮ ਵਿੱਚ ਮਾਤਾ ਪਿਤਾ ਔਰਤ ਦਿਵਸ ਨਹੀਂ ਹਨ, ਕਿਉਂਕਿ ਅਸੀਂ ਕੋਈ ਸਾਲ ਵਿੱਚ ਇੱਕ ਦਿਨ ਉਹਨਾਂ ਨੂੰ ਫੁੱਲ ਦੇਣ ਲਈ ਨਹੀਂ ਜਾਂਦੇ, ਸਗੋਂ ਅਸੀਂ ਤਾਂ ਨਿਤ ਦਿਨ ਹੀ ਅਸਲੀਅਤ ਵਿੱਚ ਰਿਸ਼ਤਾ ਨਿਭਾਉਂਦੇ ਹਾਂ ਤੇ ਇਸ ਦੇ ਸਤਿਕਾਰ ਲਈ ਆਪਣੀ ਜਾਨ ਦੀ ਬਾਜ਼ੀ ਲਾਉਣ ਤੱਕ ਜਾਂਦੇ ਹਾਂ। ਨਵੀਨਵਾਦੀ ਔਰਤ ਮਰਦ ਦੀ ਬਰਾਬਰੀ ਦੇ ਬਹਾਨੇ ਉਸ ਨੂੰ ਮਰਦ ਵਰਗਾ ਰਿਪਲੇਸਮੈਂਟ ਬਣਾਉਣਾ ਚਾਹੁੰਦੇ ਹਨ, ਪਰ ਉਹ ਕਦੇ ਮਰਦ ਨਹੀਂ ਬਣ ਸਕਦੀ। ਇੱਕ ਨਕਲੀ ਮਰਦ ਜ਼ਰੂਰ ਬਣ ਜਾਏਗੀ ਤੇ ਅਸਲੀ ਔਰਤ ਮਰ ਜਾਏਗੀ, ਕਿਉਂਕਿ ਔਰਤ ਮਰਦ ਦੇ ਸਰੀਰ, ਸੁਭਾਅ, ਜਜ਼ਬਾਤਾਂ ਆਦਿ ਵਿੱਚ ਬਹੁਤ ਕੁਦਰਤੀ ਫਰਕ ਹਨ। ਇਹਨਾਂ ਨਾਲ ਛੇੜਛਾੜ ਕਰਨ ਕਰਕੇ ਹੀ ਅੱਜ ਸਮਾਜ ਦਾ ਤੇ ਪਰਿਵਾਰਾਂ ਦਾ ਇਹ ਹਾਲ ਹੋਇਆ। ਕਮਲ ਸਿੰਘ ਜੀ, ਤੁਹਾਡੀ ਲਿਖਤ ਹਮੇਸ਼ਾ ਹੀ ਸਿਆਣਪ ਭਰੀ ਹੁੰਦੀ ਹੈ, ਪਰ ਅੱਜ ਤੁਹਾਡੀ ਲਿਖਤ ਤੋਂ ਮੈਂ ਥੋੜਾ ਜਿਹਾ ਨਿਰਾਸ਼ ਵੀ ਹਾਂ, ਕਿਉਂਕਿ ਜੇ ਤੁਸੀਂ ਅੱਜ ਬਾਹਰਲੇ ਮੁਲਕਾਂ ਦਾ ਛੱਡੋ, ਪੰਜਾਬ ਦੇ ਵਿੱਚ ਬਿਰਧ ਘਰਾਂ ਦਾ ਅਦਾਲਤਾਂ 'ਚ ਮੁਕੱਦਮੇ ਜਿਹਦੇ 'ਚ ਮਾਪਿਓ ਦੇ ਨਾਲ ਕੀ ਹਸ਼ਰ ਹੁੰਦਾ ਹੈ, ਇੰਡੀਵਿਜੂਅਲਿਜ਼ਮ ਕਿਸ ਹੱਦ ਤੱਕ ਜਾ ਚੁੱਕਾ ਹੈ, ਇੱਥੇ ਤੁਸੀਂ ਜਾਂ ਉੱਥੇ ਦੇਖਣਾ ਹੋਏ ਫੈਮਿਲੀ ਵਾਇਲੈਂਸ ਕਿਸ ਹੱਦ ਤੱਕ ਹੈ, ਸਭ ਤੋਂ ਜ਼ਿਆਦਾ ਕਿੱਥੇ ਕੇਸ ਨੇ ਜਿਹਦੇ 'ਚ ਔਰਤਾਂ ਦੀ ਮਾਰ ਕੁਟਾਈ ਔਰ ਅਲਕੋਹਲ ਔਰ ਦੂਸਰੇ ਸਾਰੇ ਫੈਕਟਰ ਨੇ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਜਦੋਂ ਤੁਸੀਂ ਕਿਸੇ ਦਿਨ ਦੇ ਉੱਤੇ ਫੋਕਸ ਕਰਦੇ ਹੋ, ਆਫ ਕੋਰਸ ਸਾਡਾ ਵੈਲਿਊ ਸਿਸਟਮ, ਦੈਟ ਇਜ਼ ਵਾਈ ਇਸ ਸੈਗਮੈਂਟ ਦੀ ਪਹਿਲੇ ਸੈਗਮੈਂਟ ਦੀ ਕਨਕਲੂਜਨ 'ਚ ਮੈਂ ਸਿੱਖ ਪਰਸਪੈਕਟਿਵ ਦਿੱਤਾ ਹੈ, ਪਰ ਜਿਹੜੀ ਦੁਨੀਆ ਦੇ ਵਿੱਚ ਹੱਕਾਂ ਦੀ ਗੱਲ ਹੈ, ਅਸੀਂ ਆਪਣੀ ਸਮਾਜ ਦੇ ਸਮਾਜਿਕ ਦਾਇਰੇ 'ਚ ਦੇਖੀਏ ਵੀ ਅਸੀਂ ਕਿੰਨੀ ਕੁ ਬਰਾਬਰੀ, ਈਵਨ ਧਾਰਮਿਕ ਦਾਇਰਾ ਕਾਰਜ ਗੁਰਦੁਆਰਾ ਕਮੇਟੀਆਂ ਦੁਨੀਆ ਭਰ 'ਚ ਦੇਖ ਲਓ ਕਿੰਨੀ ਕੁ ਰਿਪਰੈਜ਼ੈਂਟੇਸ਼ਨ ਹੈ ਵਿਮਨ ਦੀ, ਔਰ ਕਿਸੇ ਵੀ ਸੁਸਾਇਟੀ ਦੀ ਪ੍ਰੋਗਰੈਸ ਲਈ 50% ਦੇ ਲਗਭਗ ਔਰਤਾਂ ਦੀ ਪੋਪੂਲੇਸ਼ਨ ਹੈ ਜਿਹੜੀ ਕੁਦਰਤ ਨੇ ਬੈਲੈਂਸ ਰੱਖਿਆ ਹੋਇਆ ਜਾਂ ਦੂਸਰੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਸਾਡੇ ਲਈ ਮਹਿਜ਼ ਇਹਨਾਂ ਦੀ ਨਕਲ ਕਰਨਾ ਠੀਕ ਨਹੀਂ ਹੈ, ਪਰ ਉਹ ਵੀ ਇੱਕ ਸੈਲੀਬ੍ਰੇਸ਼ਨ ਹੁੰਦੀ ਹੈ ਜਿਹਦੇ 'ਚ ਤੁਸੀਂ ਫੋਕਸ ਕਰਦੇ ਹੋ ਕਿ ਭਾਈ ਅਸੀਂ ਕਿਹੜੇ ਨੇ ਸਾਡੇ ਪੋਜ਼ਿਟਿਵ ਟ੍ਰੇਟ, ਕਿੱਥੇ ਅਸੀਂ ਜਿਹੜਾ ਉਹ ਮਾਰ ਖਾ ਰਹੇ ਹਾਂ, ਔਰ ਇਹਦਾ ਇੱਕ ਅਸੀਂ ਜਿਹੜਾ ਪਾਰਟ ਘਰਾਂ ਦੇ ਵਿੱਚ ਵਾਇਲੈਂਸ, ਸ਼ਰਾਬ ਜਾਂ ਉਸ ਕਿਸਮ ਦੀਆਂ ਕਮਜ਼ੋਰੀਆਂ ਦਾ ਨਤੀਜਾ ਹੈ, ਜਿਹੜੀ ਇੱਕ ਵੱਡੀ ਪ੍ਰੋਬਲਮ ਬਾਹਰ ਅਸੀਂ ਫੇਸ ਕਰ ਰਹੇ ਹਾਂ, ਔਰ ਕੋਈ ਇਹਨੂੰ ਡਿਸਕਸ ਨਹੀਂ ਕਰਨਾ ਚਾਹੁੰਦਾ ਕਿ ਭਾਈ ਸਾਡੀਆਂ ਬੱਚੀਆਂ ਕਿਵੇਂ ਦੂਸਰੇ ਪਾਸੇ ਜਾ ਕੇ ਉਹ ਵਿਆਹ ਕਰਵਾਉਣਾ ਚਾਹੁੰਦੀਆਂ ਨੇ। ਸੋ ਇਹ ਸਮੱਸਿਆਵਾਂ ਨੇ, ਸਿਰਫ ਇੰਨਾ ਕਹਿ ਦੇਣਾ ਕਿ ਭਾਈ ਸਾਡੇ ਅਸੀਂ ਤਾਂ ਜਾਨ ਦੀ ਬਾਜ਼ੀ ਲਾ ਸਕਦੇ ਹਾਂ, ਅਸੀਂ ਨਿਤ ਰਿਸ਼ਤਾ ਨਿਭਾਉਂਦੇ ਨੇ ਇਸ ਕਿਸਮ ਦੇ, ਲੇਕਿਨ ਜਦੋਂ ਤੁਸੀਂ ਵੱਡਾ ਦਾਇਰਾਕਾਰ ਸਮਾਜ ਦਾ ਦੇਖਦੇ ਹੋ ਫਿਰ ਕਈ ਵਾਰੀ ਇੱਕ ਹਾਰਰ ਸਾਹਮਣੇ ਆਉਂਦਾ ਲੱਗਦਾ। ਦਵਿੰਦਰ ਸਿੰਘ, ਲਖਬੀਰ ਰੰਗੜ, ਜਸਬੀਰ ਸਿੰਘ, ਸੋਹਣ ਸਿੰਘ ਮਾਲ, ਸਾਰਿਆਂ ਨੇ ਫਤਿਹ ਬੁਲਾਈ ਹੈ। ਰਾਜਵਿੰਦਰ ਸਿੰਘ ਕਹਿੰਦੇ ਨੇ I remember last time in presidential debate
President Trump said, India is filthy. That is how he feels about the terrorist Indian state. Trump बड़ा unpredictable है, impulsive भी है, पर पता नहीं है उन्हें किस रुख ਨੂੰ ਜਾਣਾ ਹੈ। But ਹਾਲ ਦੀ ਘੜੀ ਜਿਹੜਾ ਹੈ ਉਸ ਦਾ ਗ੍ਰਾਫ ਉੱਪਰ ਨੂੰ ਜਾ ਰਿਹਾ, ਜਿਹੜੀ ਓਵਰਆਲ ਪੋਲ ਚੱਲ ਰਹੇ ਨੇ। ਅੱਛਾ। ਔਰ ਗੁਰਨਾਮ ਸਿੰਘ ਕਹਿੰਦੇ ਨੇ ਸਭ ਤੋਂ ਵੱਡਾ ਕਿਰਤਕੰਡ ਔਰ ਵੀ ਈਮਾਨ ਔਰ ਬੇਈਮਾਨ ਬਿਪਰ ਹੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਹਰਬਿੰਦਰ ਕੈਲੀ ਕਹਿੰਦੇ ਨੇ ਬਿਲਕੁਲ ਸੱਚ, ਵਿਮਨ ਕ੍ਰੀਏਸ਼ਨਸ ਆਫ ਦਾ ਵਰਲਡ ਕਿ ਭਾਈ ਸੰਸਾਰ ਦੀਆਂ ਸਿਰਜਕ ਨੇ। ਕਿਰਪਾਲ ਸਿੰਘ ਚੀਮਾ ਆਜ਼ਾਦੀ ਜਾਂ ਗੁਲਾਮੀ, ਕਰਜ਼ਾ ਲੈਣਾ ਮਾਨਸਿਕ ਗੁਲਾਮੀ ਦਾ ਹੀ ਦੂਸਰਾ ਨਾਮ ਹੈ। ਆਉਣ ਵਾਲੇ ਸਮੇਂ ਵਿੱਚ ਕਰਜ਼ੇ ਨੂੰ ਗੁਲਾਮੀ ਦੇ ਰੂਪ ਵਿੱਚ ਵਰਤਿਆ ਜਾਵੇਗਾ। ਕਿਸਾਨਾਂ ਤੇ ਮਜ਼ਦੂਰਾਂ ਨੂੰ ਜ਼ਰੂਰ ਸੋਚਣ ਦੀ ਲੋੜ ਹੈ। ਇਸੇ ਕਰਕੇ ਬੈਂਕਾਂ ਤੇ ਸਰਕਾਰੀ ਸੰਸਥਾਵਾਂ ਤੁਹਾਨੂੰ ਜ਼ਮੀਨਾਂ ਤੇ ਤਾਂ ਸਹਿਜੇ ਹੀ ਪੈਸਾ ਦੇ ਦੇਣਗੀਆਂ, ਪਰ ਲੋਕਾਂ ਨੂੰ ਕੋਈ ਬੁਨਿਆਦੀ ਸਹੂਲਤਾਂ ਨਹੀਂ ਦੇਣਗੀਆਂ। ਜੀਵਨ ਨੂੰ ਕੱਪੜਿਆਂ ਤੇ ਗਹਿਣਿਆਂ ਨਾਲ ਨਹੀਂ, ਗਿਆਨ ਨਾਲ ਸੋਹਣਾ ਬਣਾਓ ਭਾਈ, ਕਿਉਂਕਿ ਤੁਹਾਡੇ ਜੀਵਨ ਦੀ ਅਸਲੀ ਤੇ ਸਦੀਵੀ ਆਜ਼ਾਦੀ ਗੁਰੂ ਦੇ ਗਿਆਨ ਦੁਆਰਾ ਹੀ ਪ੍ਰਗਟ ਹੋਵੇਗੀ ਭਾਈ। ਗੁਰਮੁਖ ਹੋ ਜਾਣਾ ਹੀ ਆਜ਼ਾਦ ਹੋ ਜਾਣਾ, ਤੇ ਤੁਹਾਡੀ ਇਹ ਆਜ਼ਾਦੀ ਖਾਲਸੇ ਦੇ ਰੂਪ ਵਿੱਚ ਹੀ ਪ੍ਰਗਟ ਹੋਵੇਗੀ। ਹੋਰਨਾਂ ਰਸਤਿਆਂ ਤੇ ਸਮਾਂ ਤੇ ਸ਼ਕਤੀ ਜ਼ਿਆਦਾ ਲੱਗੇਗੀ। ਤੁਹਾਡੀ ਆਜ਼ਾਦੀ ਦਾ ਇਹੀ ਖਾਲਿਸਤਾਨੀ ਮਾਰਗ ਬੇਗਮਪੁਰੇ ਤੋਂ ਹੁੰਦੇ ਹੋਇਆ ਆਪਣੀ ਮੰਜ਼ਿਲ ਅਨੰਦਪੁਰ ਪਹੁੰਚੇਗਾ ਭਾਈ। ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਬਹੁਤ ਸ਼ੁਕਰੀਆ ਸਰ ਕਿਰਪਾਲ ਸਿੰਘ ਜੀ, ਤੁਹਾਡੇ ਨਗੇਟ ਆਫ ਵਿਜ਼ਡਮ ਹੁੰਦੇ ਨੇ ਔਰ ਇਹ ਇਹਨਾਂ ਦੇ ਵਿੱਚ ਸਿੱਖੀ ਦਾ ਤੱਤ ਸਾਰ ਹੈ। ਔਰ ਫਿਰ ਆਪਣੇ ਰਾਜਵਿੰਦਰ ਸਿੰਘ, ਮੁਹੰਮਦ ਜਾਵੇਦ, ਦੀਪ ਸਿੰਘ, ਉਹਨਾਂ ਦੀ ਫਤਿਹ ਹੈ। ਮੁਹੰਮਦ ਜਾਵੇਦ ਕਹਿੰਦੇ ਨੇ ਮਾਸਟਰ ਤਾਰਾ ਸਿੰਘ, ਅਬਦੁੱਲਾ ਫੈਮਿਲੀ ਇਹ ਕੌਮੀ ਮੁਜਰਮ ਹਨ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਨੇ ਸਿੱਖਾਂ ਨੂੰ, ਇੱਕ ਨੇ ਕਸ਼ਮੀਰੀਆਂ ਨੂੰ ਬ੍ਰਾਹਮਣਵਾਦੀਆਂ ਦੇ ਜਾਲ 'ਚ ਫਸਾਇਆ। ਔਰ ਅਸੀਂ ਵਿਚਾਰ ਲਈ ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ, ਸ਼ਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ, ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾਰ। ਹਉ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜਿਉ ਪਿੰਡ ਸਭ ਤਿਸ ਕਾ। ਹੁਣ ਜਦੋਂ ਅਸੀਂ ਅਰਦਾਸ ਲਈ ਵੀ ਖਲੋਂਦੇ ਹਾਂ, ਸਾਡਾ ਇਹ ਸੁਖਮਣੀ ਸਾਹਿਬ ਦੀ ਅਸ਼ਟਪਦੀ ਦਾ ਹਿੱਸਾ ਹੈ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਕਿ ਹੇ ਵਾਹਿਗੁਰੂ ਤੂੰ ਠਾਕਰ ਹੈ, ਤੇਰੇ ਅੱਗੇ ਹੀ ਸਾਡੀ ਅਰਜ਼ੋਈ ਹੈ, ਅਰਦਾਸ ਹੈ, ਦੁਆ ਹੈ, ਗੁਜ਼ਾਰਿਸ਼ ਹੈ। ਜਿਉ ਪਿੰਡ, ਪਿੰਡ ਬਾਡੀ ਨੂੰ ਕਿਹਾ ਹੈ, ਸਰੀਰ ਨੂੰ। ਜਿਉ ਸਾਡੀ ਰੂਹ, ਸਾਡੀ ਆਤਮਾ, ਸਾਡਾ ਮਨ, ਕਿ ਤੇਰੀ ਰਾਸ ਨੇ। ਜਿਉ ਪਿੰਡ ਸਭ ਤਿਸ ਕਾ ਸਭ ਸਹਿ ਦੇ ਆਧਾਰ। ਕਿ ਹੇ ਵਾਹਿਗੁਰੂ ਤੂੰ ਹੀ ਸਾਰਿਆਂ ਨੂੰ ਜੀਵਨ ਬਖਸ਼ਣ ਵਾਲਾ ਹੈ, ਸਾਰਿਆਂ ਨੂੰ ਆਧਾਰ ਸਪੋਰਟ ਦੇਣ ਵਾਲਾ ਹੈ। ਇਹ ਜੀ ਤੇ ਪਿੰਡ, ਬਾਡੀ ਔਰ ਮਾਈਂਡ ਇਹ ਤੇਰੇ ਹੀ ਨੇ। ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾਰ। ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੇ ਗੁਰੂ ਵੱਲ ਮੂੰਹ ਕਰਕੇ ਗੁਰਮਤਿ ਦੇ ਉੱਤੇ ਆਪਣੇ ਜੀਵਨ ਨੂੰ ਟਿਕਾਇਆ, ਉਹ ਸਿਰਫ ਤੇ ਸਿਰਫ ਤੇਰੀ ਸੇਵਾ ਦੇ ਵਿੱਚ ਹੀ ਹਾਜ਼ਰ ਰਹਿੰਦੇ ਨੇ। ਔਰ ਉਹ ਇਹ ਮੰਨ ਕੇ ਤੁਰਦੇ ਨੇ ਕਿ ਭਾਈ ਤੂੰ ਹਮੇਸ਼ਾ ਰਹਿਣ ਵਾਲਾ ਹੈ, ਤੂੰ ਹੀ ਦਾਤਾਂ ਦੇਣ ਵਾਲਾ ਦਾਤਾਰ ਵੀ ਹੋਇਆ, ਜਿਹੜਾ ਦਾਤਾਂ ਦਿੰਦਾ, ਗਿਫਟਸ। ਹੁਣ ਸਾਰੇ ਸਵੇਰ ਤੋਂ ਸ਼ਾਮ ਤੱਕ ਜੋ ਅਸੀਂ ਮਾਣਦੇ ਹਾਂ ਉਸ ਅਕਾਲ ਪੁਰਖ ਦੀਆਂ ਗਿਫਟਸ ਨੇ ਸਾਨੂੰ। ਔਰ ਹਉ ਬਲਿਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ। ਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਉਹਨਾਂ ਤੋਂ ਕੁਰਬਾਨ ਹੈ, ਬਲਿਹਾਰ ਹੈ, ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਆਪਣੇ ਧਿਆਨ ਦੇ ਵਿੱਚ ਰੱਖਿਆ, ਆਪਣੀ ਯਾਦ 'ਚ ਰੱਖਿਆ, ਆਪਣੇ ਸਿਮਰਨ 'ਚ ਰੱਖਿਆ। ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਕਿ ਉਹਨਾਂ ਦੇ ਚਿਹਰਿਆਂ ਦੇ ਉੱਤੇ ਹਮੇਸ਼ਾ ਉਜਲਪਣ ਹੈ। ਉਹ ਹਮੇਸ਼ਾ ਹੀ ਇੱਥੇ ਵੀ ਔਰ ਉੱਥੇ ਵੀ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਔਰ ਉਹਨਾਂ ਦੇ ਅੱਗੇ ਸਾਰਾ ਸੰਸਾਰ ਵੀ ਝੁਕਦਾ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰੱਬ ਰਾਖਾ।